ਨਮਸਤੇ ਸਰ। ਤੁਹਾਡਾ ਇੱਕ ਵੀਡੀਓ ਸੀ ਜੋ ਹਾਲ ਵਿੱਚ ਆਇਆ ਸੀ ਤੇ ਅਸੀਂ ਕਈ ਸਾਰੇ ਸਾਥੀਆਂ ਨੇ ਵੇਖਿਆ ਤੇ ਮੈਂ ਉਸ ਵੀਡੀਓ ਦੇ ਕਮੈਂਟ ਪੜ੍ਹ ਰਿਹਾ ਸੀ ਤੇ ਮੈਂ ਵੇਖਿਆ ਕਿ ਬਹੁਤ ਸਾਰੀਆਂ ਜਿਗਿਆਸਾ ਸੀ, ਲੋਕਾਂ ਦੇ ਸਵਾਲ ਸੀ ਜੋ ਮੈਨੂੰ ਉੱਥੇ ਮਿਲੇ ਤੇ ਉਹਨਾਂ ਨੇ ਮੈਨੂੰ ਵੀ ਪ੍ਰੇਰਿਤ ਕੀਤਾ ਕਿ ਮੈਂ ਥੋੜਾ ਹੋਰ ਖੋਜ ਕਰਾਂ ਤੇ ਉਹਨਾਂ ਨੇ ਸਵਾਲ ਜੋ ਪੁੱਛੇ ਸੀ ਉਹਨਾਂ ਬਾਰੇ ਪੜ੍ਹਾਂ ਤੇ ਅੱਜ ਮੈਂ ਕੁਝ ਐਸੀ ਸਵਾਲ ਇਕੱਠੇ ਕੀਤੇ ਨੇ ਉਸ ਵੀਡੀਓ ਬਾਰੇ ਤੇ ਕੁਝ ਡੇਟਾ ਜੋ ਮੈਂ ਖੁਦ ਰਿਸਰਚ ਕੀਤਾ ਹੈ ਉਹਨਾਂ ਨੂੰ ਪੜ੍ਹ ਕੇ ਉਹ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ ਤੇ ਜੋ ਵੀ ਗੱਲਾਂ ਨੇ ਮੈਂ ਚਾਹੁੰਦਾ ਕਿ ਤੁਸੀਂ ਉਹਨਾਂ ਉੱਤੇ ਚਰਚਾ ਕਰੋ ਤੇ ਲੋਕਾਂ ਨੂੰ ਸਮਝਾਓ। ਬਹੁਤ ਵਧੀਆ। ਤਾਂ ਤੁਸੀਂ ਅੱਜ ਡੇਟਾ ਵਗੈਰਾ ਲੈ ਕੇ ਆਏ ਹੋ ਜੀ ਕਾਫੀ। ਜੀ ਠੀਕ। ਅੱਛਾ। ਮੈਂ ਦੇਖ ਰਿਹਾ ਸੀ ਕਿ ਸਭ ਤੋਂ ਪਹਿਲਾਂ ਜੋ ਇੱਕ ਤਰਕ ਮੈਂ ਸਭ ਤੋਂ ਜ਼ਿਆਦਾ ਵਾਰ ਦੇਖਿਆ ਹੈ ਕਿ ਲੋਕ ਕਹਿੰਦੇ ਨੇ ਕਿ ਸਰ ਜੋ ਰੁੱਖ ਹਨ ਉਹਨਾਂ ਵਿੱਚ ਤੇ ਜਾਨ ਹੈ, ਤਾਂ ਉਹਨਾਂ ਵਿੱਚ ਤੇ ਜਾਨ ਹੈ ਤਾਂ ਅਸੀਂ ਜਦੋਂ ਕਹਿੰਦੇ ਕਿ ਸ਼ਾਕਾਹਾਰ ਕਰਦੇ ਹਾਂ ਤੇ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਦੋ ਤਿੰਨ ਗੱਲਾਂ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਪੇੜ ਪੌਦਿਆਂ ਵਗੈਰਾ ਦੇ ਕੋਲ ਰਿਐਕਟ ਕਰਨ ਦੀ ਸਮਰੱਥਾ ਤਾਂ ਹੁੰਦੀ ਹੈ। ਤਾਂ ਇਹੋ ਹੀ ਗੱਲ ਪਿਛਲੀ ਸਦੀ ਵਿੱਚ ਵਿਗਿਆਨਿਕਾਂ ਵੱਲੋਂ ਸਿੱਧ ਵੀ ਕੀਤੀ ਗਈ ਸੀ। ਲੇਕਿਨ ਪੇਨ ਫੀਲ ਕਰਨ ਲਈ ਇੱਕ ਤੁਹਾਨੂੰ ਨਾੜੀ ਤੰਤਰ ਚਾਹੀਦਾ ਹੈ, ਸੈਂਟਰਲ ਨਰਵਸ ਸਿਸਟਮ ਚਾਹੀਦਾ ਹੈ। ਉਹ ਪੇੜ ਪੌਦਿਆਂ ਕੋਲ ਨਹੀਂ ਹੁੰਦਾ। ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਰਹੇ ਹਾਂ ਕਿ ਸਭ ਜੀਵ ਜਿਨ੍ਹਾਂ ਵਿੱਚ ਪੇੜ ਪੌਦੇ ਵੀ ਨੇ ਸਭ ਕੌਨਸ਼ੀਅਸ ਹੁੰਦੇ ਨੇ। ਹਾਂ, ਇੱਕ ਪੌਦਾ ਵੀ ਨਿਸ਼ਚਿਤ ਤੌਰ ਤੇ ਕੌਨਸ਼ੀਅਸ ਹੁੰਦਾ ਹੈ। ਇਹ ਇੱਥੇ ਪੌਦਾ ਰੱਖਿਆ ਹੋਇਆ ਹੈ ਤੇ ਮੈਂ ਇਹਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹਾਂਗਾ। ਇਸ ਵਿੱਚ ਵੀ ਚੇਤਨਾ ਹੈ ਜੀ। ਪਰ ਇਹ ਅਸੀਂ ਸਮਝਾਂਗੇ ਕਿ ਦਰਦ ਮਹਿਸੂਸ ਕਰ ਪਾਉਣ ਦੀ ਇਹਦੇ ਕੋਲ ਫੈਕਲਟੀ ਹੀ ਨਹੀਂ ਹੈ, ਤਾਂ ਇਹਨੂੰ ਦਰਦ ਨਹੀਂ ਅਨੁਭਵ ਹੁੰਦਾ। ਇਹ ਪਹਿਲੀ ਗੱਲ ਹੈ। ਤੇ ਉਹਦੇ 'ਚ ਅਸੀਂ ਮੰਨਿਆ ਹੈ ਕਿ ਇਹ ਚੇਤਨ ਹੁੰਦਾ ਹੈ ਤੇ ਜੇਕਰ ਤੁਸੀਂ ਉਸ ਦੀ ਵੀ ਜਾਨ ਲੈ ਰਹੇ ਹੋ ਤਾਂ ਉਹ ਵੀ ਇੱਕ ਤਰ੍ਹਾਂ ਦੀ ਹਿੰਸਾ ਨਿਸ਼ਚਿਤ ਰੂਪ ਤੋਂ ਹੈ। ਜੇ ਕੋਈ ਪੇੜ ਨੂੰ ਕੱਟ ਰਿਹਾ ਹੈ ਤਾਂ ਉਹ ਵੀ ਹਿੰਸਾ ਹੁੰਦੀ ਹੈ ਤੇ ਸਾਨੂੰ ਇਹ ਗੱਲ ਮੰਨਣੀ ਪਏਗੀ। ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ, ਅਸੀਂ ਇਨਕਾਰ ਨਹੀਂ ਕਰ ਰਹੇ। ਪਰ ਚੇਤਨਾ ਦੇ ਪੱਧਰ ਅਲੱਗ-ਅਲੱਗ ਹੁੰਦੇ ਨੇ ਨਾ। ਕੌਨਸ਼ੀਅਸਨੈਸ ਦੇ ਲੈਵਲਸ ਹੁੰਦੇ ਨੇ। ਠੀਕ ਹੈ। ਉਹਦੇ 'ਚ ਬਾਈਨਰੀ ਨਹੀਂ ਹੁੰਦਾ ਕਿ 0 ਹੈ ਜਾਂ 1 ਹੈ, ਕਿ ਕੋਈ ਕੌਨਸ਼ੀਅਸ ਹੈ ਅਨਕੌਨਸ਼ੀਅਸ ਹੈ। ਨਹੀਂ, ਏਦਾਂ ਨਹੀਂ ਹੁੰਦਾ। ਫੁੱਲੀ ਕੌਨਸ਼ੀਅਸ ਤੇ ਫੁੱਲੀ ਅਨਕੌਨਸ਼ੀਅਸ ਦੇ ਵਿਚਕਾਰ ਪੂਰੀ ਇੱਕ ਲੀਨੀਅਰ ਸਕੇਲ ਹੁੰਦੀ ਹੈ, ਕੰਟੀਨਿਊਅਸ। ਹੈ ਨਾ? ਤਾਂ ਸਭ ਜਿੰਨੇ ਵੀ ਪ੍ਰਾਣੀ ਹਨ, ਬੀਇੰਗਸ ਹਨ, ਉਹ ਅਲੱਗ-ਅਲੱਗ ਲੈਵਲ ਦੀ ਕੌਨਸ਼ੀਅਸਨੈਸ ਦੇ ਹੁੰਦੇ ਹਨ, ਅਲੱਗ-ਅਲੱਗ ਪੱਧਰ ਦੀ ਉਹਨਾਂ ਦੀ ਚੇਤਨਾ ਹੁੰਦੀ ਹੈ। ਜਿਹਦੀ ਚੇਤਨਾ ਜਿੰਨੇ ਉੱਚੇ ਪੱਧਰ ਦੀ ਹੈ ਉਹ ਉਨੇ ਹੀ ਜ਼ਿਆਦਾ ਮੁੱਲ ਦਾ ਸਨਮਾਨ ਦਾ ਪ੍ਰਾਣੀ ਹੋ ਜਾਂਦਾ ਹੈ ਤੇ ਉਨੀ ਹੀ ਉਸ ਦੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ। ਜੋ ਜਿੰਨੀ ਉੱਚੀ ਚੇਤਨਾ ਦਾ ਹੈ, ਜੋ ਜਿੰਨਾ ਦੇਖ ਸਕਦਾ ਹੈ, ਜਾਣ ਸਕਦਾ ਹੈ, ਸਮਝ ਸਕਦਾ ਹੈ, ਉਹਦੀ ਕੀਮਤ ਉਨੀ ਹੀ ਜ਼ਿਆਦਾ ਹੁੰਦੀ ਹੈ, ਪਰ ਨਾਲ ਹੀ ਨਾਲ ਉਹਦੀ ਜ਼ਿੰਮੇਵਾਰੀ ਵੀ ਉਨੀ ਹੀ ਜ਼ਿਆਦਾ ਹੁੰਦੀ ਹੈ। ਤਾਂ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਚੇਤਨਾ ਦੇ ਪੱਧਰ ਦੀ ਜਦ ਗੱਲ ਆਵੇਗੀ ਤਾਂ ਉਹਦੇ 'ਚ ਜੋ ਫੁੱਲੀ ਅਨਕੌਨਸ਼ੀਅਸ ਹੈ ਉਹਨੂੰ ਅਸੀਂ ਬੋਲ ਦਿੰਦੇ ਹਾਂ ਕਿ ਪੇੜ ਕਹਿ ਰਿਹਾ, ਰੇਤ ਹੋ ਗਈ, ਪੱਥਰ ਹੋ ਗਿਆ, ਹੈ ਨਾ? ਜਿੰਨਾ ਵੀ ਇਹ ਮਟੀਰੀਅਲ ਜਗਤ ਹੈ ਉਹ ਹੋ ਗਿਆ ਤੁਹਾਡਾ ਫੁੱਲੀ ਅਨਕੌਨਸ਼ੀਅਸ। ਫੁੱਲੀ ਕੌਨਸ਼ੀਅਸ ਅਸੀਂ ਕਹਿ ਦਿੰਦੇ ਹਾਂ ਕੋਈ ਬਹੁਤ ਉੱਚੀ ਚੇਤਨਾ ਦਾ ਵਿਅਕਤੀ ਹੁੰਦਾ ਹੈ, ਉਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਹੀ ਇਜ਼ ਆਲਮੋਸਟ ਫੁੱਲੀ ਕੌਨਸ਼ੀਅਸ। ਉਹਨੂੰ ਫਿਰ ਅਸੀਂ ਲਿਬਰੇਟਡ ਬੋਲ ਦਿੰਦੇ ਹਾਂ ਜਾਂ ਐਨਲਾਈਟਨਡ ਬੋਲ ਦਿੰਦੇ ਹਾਂ, ਜੋ ਵੀ ਸਾਨੂੰ ਮਨ 'ਚ ਆਵੇ। ਤੇ ਉਹਨਾਂ ਵਿੱਚ ਇਹ ਸਭ ਅਲੱਗ-ਅਲੱਗ ਲੈਵਲ ਦੀ ਕੌਨਸ਼ੀਅਸਨੈਸ ਦੇ ਹੁੰਦੇ ਨੇ। ਤਾਂ ਸਭ ਤੋਂ ਘੱਟ ਕੌਨਸ਼ੀਅਸਨੈਸ ਪੇੜ ਪੌਦਿਆਂ ਵਿੱਚ ਹੁੰਦੀ ਹੈ। ਉਹਨਾਂ ਤੋਂ ਜ਼ਿਆਦਾ ਜਾਨਵਰਾਂ 'ਚ ਹੁੰਦੀ ਹੈ, ਉਹਨਾਂ ਤੋਂ ਜ਼ਿਆਦਾ ਇਨਸਾਨਾਂ ਵਿੱਚ ਹੁੰਦੀ ਹੈ। ਤਾਂ ਜੋ ਇਹਦੇ 'ਚ ਸਿਧਾਂਤ ਹੈ, ਪ੍ਰਿੰਸੀਪਲ ਹੈ, ਉਹ ਹੈ ਪ੍ਰੀਜ਼ਰਵੇਸ਼ਨ ਆਫ ਕੌਨਸ਼ੀਅਸਨੈਸ ਦਾ। ਕੋਈ ਨਹੀਂ ਕਹੇਗਾ ਕਿ ਪੱਥਰ ਸੀ ਇੱਕ ਤੇ ਪੱਥਰ ਦੇ ਤੁਸੀਂ 2 ਹਿੱਸੇ ਕਰ ਦਿੱਤੇ ਤਾਂ ਹਿੰਸਾ ਕਰ ਦਿੱਤੀ, ਕਿਉਂਕਿ ਪੱਥਰ 'ਚ ਕੌਨਸ਼ੀਅਸਨੈਸ ਨਹੀਂ ਹੈ। ਜਦ ਕੌਨਸ਼ੀਅਸਨੈਸ ਨਹੀਂ ਹੈ ਤਾਂ ਪੱਥਰ ਨੂੰ ਤੋੜ ਦੇਣ ਵਿੱਚ ਕੋਈ ਹਿੰਸਾ ਵੀ ਨਹੀਂ ਹੋ ਗਈ। ਲੇਕਿਨ ਤੁਸੀਂ ਇੱਕ ਇਨਸਾਨ ਦੇ 2 ਟੁਕੜੇ ਕਰ ਦਿਓ ਜਿਵੇਂ ਤੁਸੀਂ ਪੱਥਰ ਦੇ 2 ਟੁਕੜੇ ਕਰ ਦਿੱਤੇ ਸੀ ਤੇ ਉਹ ਹਿੰਸਾ ਕਹਾਉਂਦੀ ਹੈ, ਕਿਉਂਕਿ ਤੁਸੀਂ ਕੌਨਸ਼ੀਅਸਨੈਸ ਨੂੰ ਕੱਟ ਦਿੱਤਾ, ਤੁਸੀਂ ਇੱਕ ਕੌਨਸ਼ੀਅਸ ਜੀਵ ਨੂੰ ਨਸ਼ਟ ਕਰ ਦਿੱਤਾ, ਤਾਂ ਉਹ ਹਿੰਸਾ ਕਹਾਉਂਦੀ ਹੈ। ਤਾਂ ਹਿੰਸਾ ਦੀ, ਵਾਇਲੈਂਸ ਦੀ ਪਰਿਭਾਸ਼ਾ ਹੀ ਇਹੋ ਹੀ ਹੈ। ਕੌਨਸ਼ੀਅਸਨੈਸ ਨੂੰ ਨੀਵੇਂ ਡਿਗਾਣਾ ਹੀ ਹਿੰਸਾ ਹੈ। ਕੁਝ ਐਸਾ ਕਰਨਾ ਜਿਸ ਵਿੱਚ ਤੁਹਾਡੀ ਚੇਤਨਾ ਹੇਠਾਂ ਡਿੱਗਦੀ ਹੋਵੇ, ਜਿਵੇਂ ਲਾਲਚ ਵਿੱਚ ਤੁਹਾਡੀ ਚੇਤਨਾ ਹੇਠਾਂ ਡਿੱਗਦੀ ਹੈ, ਕ੍ਰੋਧ ਵਿੱਚ ਤੁਹਾਡੀ ਚੇਤਨਾ ਹੇਠਾਂ ਡਿੱਗਦੀ ਹੈ,
ਵਾਸਨਾ ਵਿੱਚ ਤੁਹਾਡੀ ਚੇਤਨਾ ਹੇਠਾਂ ਡਿੱਗਦੀ ਹੈ, ਈਰਸ਼ਾ ਵਿੱਚ ਡਿੱਗਦੀ ਹੈ, ਤਾਂ ਇਹ ਸਭ ਚੀਜ਼ਾਂ ਹਿੰਸਾ ਹੁੰਦੀਆਂ ਨੇ। ਜੋ ਕੁਝ ਵੀ ਤੁਹਾਡੀ ਚੇਤਨਾ ਨੂੰ ਹੇਠਾਂ ਡਿਗਾਏ ਹਿੰਸਾ ਹੈ, ਤੇ ਤੁਸੀਂ ਦੂਸਰੇ ਦੇ ਨਾਲ ਕੁਝ ਐਸਾ ਕਰਦੇ ਹੋ ਜੋ ਉਸਦੀ ਚੇਤਨਾ ਨੂੰ ਹੇਠਾਂ ਗਿਰਾ ਦੇਵੇ ਤਾਂ ਉਹ ਵੀ ਹਿੰਸਾ ਹੈ। ਤਾਂ ਅਗਰ ਤੁਸੀਂ ਕਿਸੇ ਦੂਜੇ ਨੂੰ ਲਾਲਚ ਦਿਓ ਤਾਂ ਇਹ ਹਿੰਸਾ ਹੈ, ਕਿਉਂਕਿ ਇਹਦੇ ਨਾਲ ਉਹਦੀ ਕੌਨਸ਼ੀਅਸਨੈਸ ਡਿੱਗੀ ਹੈ ਥੱਲੇ। ਤੇ ਜੇਕਰ ਤੁਸੀਂ ਕਿਸੇ ਦੂਜੇ ਨੂੰ ਮਾਰ ਦਿਓ ਤਾਂ ਇਹ ਹੋਰ ਵੱਡੀ ਹਿੰਸਾ ਹੈ, ਕਿਉਂਕਿ ਹੁਣ ਉਹਦੀ ਕੌਨਸ਼ੀਅਸਨੈਸ ਸ਼ੂਨ ਹੋ ਗਈ, ਉਹ ਖਤਮ ਹੀ ਹੋ ਗਿਆ। ਪਰ ਤੁਸੀਂ ਇੱਕ ਪੱਥਰ ਨੂੰ ਕੱਟ ਦਿਓ ਤਾਂ ਹਿੰਸਾ ਨਹੀਂ ਕਹਾਉਂਦੀ, ਕਿਉਂਕਿ ਉਹਦੀ ਚੇਤਨਾ ਬਿਲਕੁਲ ਸ਼ੂਨਯ ਬਰਾਬਰ ਹੈ। ਤਾਂ ਇਸੇ ਸਿਧਾਂਤ ਦੇ ਆਧਾਰ ਤੇ ਇੱਕ ਪੌਦੇ ਨੂੰ ਜੇਕਰ ਤੁਸੀਂ ਮਾਰ ਦਿੱਤਾ ਤਾਂ ਉਹ ਹਿੰਸਾ ਹੈ, ਪਰ ਉਹ ਛੋਟੀ ਹਿੰਸਾ ਹੈ। ਤੁਸੀਂ ਇੱਕ ਜਾਨਵਰ ਨੂੰ ਮਾਰ ਦਿੱਤਾ ਤਾਂ ਉਹ ਹਿੰਸਾ ਹੈ, ਪਰ ਵੱਡੀ ਹਿੰਸਾ ਹੈ ਤੁਲਨਾਤਮਕ ਰੂਪ ਤੋਂ, ਰਿਲੇਟਿਵਲੀ। ਤੇ ਜੇ ਤੁਸੀਂ ਇੱਕ ਇਨਸਾਨ ਨੂੰ ਮਾਰ ਦਿੱਤਾ ਤਾਂ ਬਹੁਤ ਵੱਡੀ ਹਿੰਸਾ ਹੈ। ਤੇ ਇਨਸਾਨਾਂ ਵਿੱਚ ਵੀ ਜੇਕਰ ਤੁਸੀਂ ਕਿਸੇ ਬਹੁਤ ਚੰਗੇ ਇਨਸਾਨ ਨੂੰ ਮਾਰ ਦਿੱਤਾ ਜੋ ਜ਼ਿੰਦਗੀ ਵਿੱਚ ਬਹੁਤ ਚੰਗੇ ਕੰਮ ਕਰਨ ਨਿਕਲਿਆ ਸੀ, ਤਾਂ ਉਹ ਹੋਰ ਵੱਡੀ ਹਿੰਸਾ ਹੁੰਦੀ ਹੈ। ਗੱਲ ਸਮਝ ਆ ਰਹੀ ਹੈ? ਇਸੇ ਕਰਕੇ ਕਾਨੂੰਨ ਵੀ ਇਨਸਾਨ ਨੂੰ ਮਾਰਨ ਦੀ ਇੱਕ ਸਜ਼ਾ ਦਿੰਦਾ ਹੈ, ਜਾਨਵਰ ਨੂੰ ਮਾਰਨ ਦੀ ਦੂਜੀ ਸਜ਼ਾ ਦਿੰਦਾ ਹੈ, ਤੇ ਪੇੜ ਪੌਦਿਆਂ ਨੂੰ ਮਾਰਨ ਦੀ ਘੱਟ ਸਜ਼ਾ ਦਿੰਦਾ ਹੈ। ਤਾਂ ਇਹ ਸਾਨੂੰ ਸੋਚਣਾ ਪਵੇਗਾ ਕਿ ਕਾਨੂੰਨ ਵੀ ਐਸਾ ਕਿਉਂ ਬਣਾਇਆ ਹੈ, ਕਿਉਂਕਿ ਕਾਨੂੰਨ ਵੀ ਪ੍ਰਿੰਸੀਪਲ ਆਫ ਕੌਨਸ਼ੀਅਸਨੈਸ ਤੇ ਚੱਲ ਰਿਹਾ ਹੈ ਕਿ ਹਿੰਸਾ ਹੈ ਕੌਨਸ਼ੀਅਸਨੈਸ ਨੂੰ ਮਾਰਨਾ, ਤੇ ਸਜ਼ਾ ਮਿਲਦੀ ਹੈ ਹਿੰਸਾ ਦੀ। ਤਾਂ ਯਾਨੀ ਸਜ਼ਾ ਮਿਲਦੀ ਹੈ ਕੌਨਸ਼ੀਅਸਨੈਸ ਨੂੰ ਡਿਗਾਉਣ ਦੀ। ਤਾਂ ਇਹ ਕਹਿਣਾ ਕਿ ਪੇੜ ਪੌਦਿਆਂ ਵਿੱਚ ਵੀ ਜਾਨ ਹੈ ਤੇ ਔਰ ਜਾਨਵਰ ਵਿੱਚ ਵੀ ਜਾਨ ਹੈ ਤਾਂ ਦੋਵਾਂ ਨੂੰ ਮਾਰਨਾ ਇੱਕੋ ਹੀ ਗੱਲ ਹੈ, ਇਹ ਬਹੁਤ ਹੀ ਬੇਕਾਰ ਕੁਤਰਕ ਹੈ। ਇਹ ਵੈਸਾ ਹੀ ਕੁਤਰਕ ਹੈ ਕਿ ਇੱਕ ਆਦਮੀ ਹੈ, ਜੈਸਾ ਕਿ ਅਸੀਂ ਕਿਹਾ ਸੀ ਨਾ ਕਿ ਉਹ ਗੁਟਕਾ ਖਾਂਦਾ ਹੈ, ਉਹ ਵੀ ਗਲਤ ਗੱਲ ਹੈ। ਤੇ ਇੱਕ ਆਦਮੀ ਹੈ ਜੋ ਕਾਤਲ ਹੈ, ਤਾਂ ਅਸੀਂ ਕਹਿ ਦਈਏ ਕਿ ਦੋਵੇਂ ਹੀ ਅਪਰਾਧ ਤਾਂ ਕਰਦੇ ਹੀ ਨੇ ਨਾ। ਇੱਕ ਆਦਮੀ ਨੇ ਗੁਟਕਾ ਖਾ ਕੇ ਕਿਧਰੇ ਥੁੱਕ ਦਿੱਤਾ ਤੇ ਲਾਲ ਨਿਸ਼ਾਨ ਪੈ ਗਿਆ ਦੀਵਾਰ ਤੇ ਇੱਕ ਆਦਮੀ ਨੇ ਉਸੇ ਦੀਵਾਰ ਨਾਲ ਸਟਾ ਕੇ ਕਿਸੇ ਦਾ ਕਤਲ ਕਰ ਦਿੱਤਾ ਤੇ ਖੂਨ ਦਾ ਲਾਲ ਨਿਸ਼ਾਨ ਪੈ ਗਿਆ ਕੰਧ ਉੱਤੇ, ਦੀਵਾਰ ਤੇ ਅਸੀਂ ਕਹੀਏ ਕਿ ਇਹਨਾਂ ਦੋਵਾਂ ਨੇ ਇੱਕੋ ਹੀ ਅਪਰਾਧ ਤਾਂ ਕੀਤਾ ਹੈ? ਨਹੀਂ, ਇੱਕ ਹੀ ਅਪਰਾਧ ਨਹੀਂ ਕੀਤਾ ਹੈ। ਕਿਸੇ ਨੇ ਗੁਟਕਾ ਖਾ ਕੇ ਥੁੱਕ ਦਿੱਤਾ, ਉਹ ਵੀ ਹੈ ਇੱਕ ਅਪਰਾਧ ਹੀ, ਤੇ ਕੋਈ ਕਤਲ ਕਰ ਰਿਹਾ ਹੈ, ਉਹ ਵੀ ਅਪਰਾਧ ਹੈ। ਪਰ ਇਹਨਾਂ ਦੋਵਾਂ ਦੀ ਤੁਲਨਾ ਨਹੀਂ ਕਰ ਸਕਦੇ। ਇੱਕ ਬਹੁਤ ਹੀ ਛੋਟੀ ਚੀਜ਼ ਹੈ ਤੇ ਇੱਕ ਮੁਕਾਬਲੇ ਵਜੋਂ ਬਹੁਤ ਵੱਡੀ ਚੀਜ਼ ਹੈ। ਤਾਂ ਇਸੇ ਤਰੀਕੇ ਨਾਲ ਜੋ ਇਹ ਜਾਨਵਰਾਂ ਨੂੰ ਤੁਸੀਂ ਮਾਰਦੇ ਹੋ ਉਹ ਵੱਡੀ ਹਿੰਸਾ ਹੈ, ਤੇ ਤੁਸੀਂ ਇਨਸਾਨ ਨੂੰ ਮਾਰਦੇ ਹੋ ਤਾਂ ਹੋਰ ਵੱਡੀ ਹਿੰਸਾ ਹੈ। ਇਹਨਾਂ ਦੀ ਤੁਲਨਾ ਵਿੱਚ ਪੌਦਿਆਂ ਨੂੰ ਜੇ ਤੁਸੀਂ ਮਾਰਿਆ ਤਾਂ ਉਹ ਛੋਟੀ ਹਿੰਸਾ ਹੈ। ਹੁਣ ਉਹਦੇ 'ਚ ਵੀ ਤੁਸੀਂ ਅੱਗੇ ਆ ਜਾਓ। ਪੌਦੇ ਨੂੰ ਮਾਰਨਾ ਤੁਹਾਡੀ ਮਜਬੂਰੀ ਹੈ। ਹਿੰਸਾ ਸਿਰਫ ਉੱਥੇ ਮੰਨੀ ਜਾਂਦੀ ਹੈ ਜਿੱਥੇ ਤੁਹਾਡੇ ਕੋਲ ਵਿਕਲਪ ਸੀ, ਆਪਸ਼ਨ ਸੀ ਹਿੰਸਾ ਨਾ ਕਰਨ ਦਾ, ਫਿਰ ਵੀ ਤੁਸੀਂ ਹਿੰਸਾ ਕੀਤੀ। ਜਿੱਥੇ ਤੁਹਾਡੇ ਕੋਲ ਵਿਕਲਪ ਹੀ ਨਾ ਹੋਵੇ ਉਹਨੂੰ ਹਿੰਸਾ ਨਹੀਂ ਕਹਿੰਦੇ। ਹੁਣ ਤੁਸੀਂ ਪੌਦੇ ਨੂੰ ਮਾਰਨ ਦੀ ਗੱਲ ਕਰ ਰਹੇ ਹੋ, ਤਾਂ ਮਾਰ ਤਾਂ ਛੋਟੇ-ਛੋਟੇ ਜੀਵ ਜੰਤੂ ਤਦ ਵੀ ਜਾਂਦੇ ਨੇ ਜਦ ਤੁਸੀਂ ਸਾਹ ਲੈਂਦੇ ਹੋ। ਤੁਸੀਂ ਜਦੋਂ ਸਾਹ ਲੈਂਦੇ ਹੋ ਤਾਂ ਹਵਾ ਵਿੱਚ तमाम ਛੋਟੇ ਜੀਵਾਣੂ ਕੀਟਾਣੂ ਨੇ, ਉਹ ਤੁਹਾਡੇ ਅੰਦਰ ਗਏ ਤੇ ਉਹ ਇਹ ਜੋ ਤੁਹਾਡਾ ਟਰੈਕ ਹੁੰਦਾ ਹੈ, 에ਅਰ ਟਰੈਕ, ਬਰੀਥਿੰਗ ਟਰੈਕ, ਉਸ ਵਿੱਚ ਉਹ ਫਸ ਜਾਂਦੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਬਿਲਕੁਲ। ਪਰ ਉਹਨੂੰ ਅਸੀਂ ਹਿੰਸਾ ਨਹੀਂ ਬੋਲਾਂਗੇ, ਕਿਉਂਕਿ ਇਹ ਜੋ ਹੋਇਆ ਏ ਇਸ ਵਿੱਚ ਸਾਡੇ ਕੋਲ ਕੋਈ ਵਿਕਲਪ ਹੀ ਨਹੀਂ ਸੀਗਾ ਨਾ। ਅਸੀਂ ਕੀ ਕਰਦੇ? ਅਸੀਂ ਜਾਣਬੁੱਝ ਕੇ ਤਾਂ ਕੀਤਾ ਨਹੀਂ। ਇਨਸਾਨ ਬਣੇ ਆ ਤਾਂ ਸਾਹ ਲਵਾਂਗੇ, ਤੇ ਸਾਹ ਲਵਾਂਗੇ ਤਾਂ ਕਿਸੇ ਦੀ ਮੌਤ ਹੋ ਜਾਵੇਗੀ। ਹੁਣ ਤੁਸੀਂ ਅਸੀਂ ਇੱਥੇ ਬੈਠੇ ਹੋਏ ਆ, ਐਵੇਂ ਤੁਸੀਂ ਪਿੱਛੇ ਜਿਸ ਗੱਦੇ ਤੇ ਟਿਕੇ ਹੋਏ ਹੋ ਉਹਦੇ ਵਿੱਚ ਵੀ ਛੋਟੇ-ਛੋਟੇ ਜੀਵਾਣੂ ਰਹੇ ਹੋਣਗੇ। ਤੁਸੀਂ ਉਹਨਾਂ ਤੇ ਟਿਕੇ, ਉਹਨਾਂ 'ਚੋਂ ਕੁਝ ਦੀ ਮੌਤ ਹੋ ਗਈ, ਉਸ ਨੂੰ ਹਿੰਸਾ ਨਹੀਂ ਮੰਨਿਆ ਜਾਂਦਾ। ਜਾਂ ਉਸ ਨੂੰ ਤੁਹਾਨੂੰ ਹਿੰਸਾ ਮੰਨਣਾ ਵੀ ਹੈ ਤਾਂ ਬਹੁਤ ਛੋਟੇ ਪੱਧਰ ਦੀ ਹਿੰਸਾ ਹੈ। ਛੋਟੇ ਪੱਧਰ ਦੀ ਹਿੰਸਾ ਦਾ ਬਹਾਨਾ ਬਣਾ ਕੇ ਵੱਡੇ ਪੱਧਰ ਦੀ ਹਿੰਸਾ ਨੂੰ ਜਸਟੀਫਾਈ ਨਹੀਂ ਕਰਨਾ ਚਾਹੀਦਾ। ਕਿ ਕੋਈ ਗੁਟਕਾ ਬੀੜੀ ਖਾਂਦਾ ਏ, ਉਹਦਾ ਬਹਾਨਾ ਬਣਾ ਕੇ ਤੁਸੀਂ ਕਤਲ ਤੇ ਬਲਾਤਕਾਰ ਸ਼ੁਰੂ ਕਰ ਦਿਓ। ਇਹ ਤਾਂ ਕੋਈ ਤਰਕ ਤੇ ਕੋਈ ਤੁਕ ਹੋਇਆ ਹੀ ਨਹੀਂ ਨਾ। ਇਹ ਤਾਂ ਬੇਕਾਰ ਦੀ ਗੱਲ ਹੋ ਗਈ ਬਿਲਕੁਲ। ਮੈਂ ਦੇਖਿਆ ਕਿ ਕਈ ਲੋਕਾਂ ਨੂੰ ਇਹ ਤਰਕ ਲਗਾਉਂਦੇ ਹੋਏ ਕਿ ਗਲਤੀ ਨਾਲ ਸਾਡੇ ਤੋਂ ਮੱਛਰ ਵੀ ਮਰ ਜਾਂਦੇ ਨੇ, ਤਾਂ ਫਿਰ ਅਸੀਂ ਕੋਈ ਜਾਨਵਰ, ਗਲਤੀ ਨਾਲ ਤੁਹਾਡੇ ਤੋਂ ਜੋ ਹੋ ਗਿਆ ਉਹ ਕੋਈ ਪਾਪ ਨਹੀਂ ਹੁੰਦਾ ਹੈ। ਤੁਸੀਂ ਸੌ ਰਹੇ ਸੀ, ਤੁਹਾਡੇ ਉੱਤੇ ਇੱਕ ਮੱਛਰ ਆ ਕੇ ਬੈਠ ਗਿਆ, ਤੁਸੀਂ ਕਰਵਟ ਲੈ ਲਈ ਤੇ ਮੱਛਰ ਦਬ ਕੇ ਮਰ ਗਿਆ। ਇਹ ਕਿਤੇ ਤੋਂ ਹਿੰਸਾ ਨਹੀਂ ਹੈ। ਇਸ ਵਿੱਚ ਤੁਸੀਂ ਕੁਝ ਨਹੀਂ ਕੀਤਾ ਇਸ ਜਿਹਦੀ ਵਜ੍ਹਾ ਤੋਂ ਤੁਹਾਨੂੰ ਦੋਸ਼ੀ ਠਹਿਰਾਇਆ ਜਾਵੇ। ਨਾਲੇ ਇਹ ਵੀ ਸਮਝਣਾ ਹੈ ਕਿ ਇੱਥੇ ਅਸੀਂ ਪੇੜ ਪੌਦਿਆਂ ਨੂੰ ਅਨਾਪ ਸ਼ਨਾਪ ਮਾਰਨ ਦੀ ਵਕਾਲਤ ਨਹੀਂ ਕਰ ਰਹੇ ਹਾਂ। ਜਿੱਥੋਂ ਤੱਕ ਹੋ ਸਕੇ ਪੇੜ ਪੌਦਿਆਂ ਨੂੰ ਵੀ ਮਾਰਿਆ ਨਹੀਂ ਜਾਣਾ ਚਾਹੀਦਾ। ਮੈਂ ਤਾਂ ਇੱਥੇ ਤੱਕ ਕਹਿੰਦਾ ਹਾਂ ਕਿ ਜਿਵੇਂ ਅਜੇ ਅਸੀਂ ਫਸਲਾਂ ਉਗਾਉਂਦੇ ਹਾਂ, ਮਾਨਵਤਾ ਜਦੋਂ ਹੋਰ ਜ਼ਿਆਦਾ ਚੈਤਨਯ ਹੋ ਜਾਏਗੀ, ਕੌਨਸ਼ੀਅਸ ਹੋ ਜਾਵੇਗੀ,
ਤਾਂ ਖੇਤਾਂ ਦੀ ਜਗ੍ਹਾ ਬਾਗ ਹੋਇਆ ਕਰਨਗੇ, ਔਰਚਰਡਸ। ਜੀ। ਤੇ ਅਸੀਂ ਆਪਣਾ ਜ਼ਿਆਦਾ ਤੋਂ ਜ਼ਿਆਦਾ ਆਹਾਰ ਫਲਾਂ ਤੋਂ ਤੇ ਸਬਜ਼ੀਆਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ, ਉਹ ਵੀ ਸਬਜ਼ੀਆਂ ਐਸੀਆਂ ਜਿਸ ਵਿੱਚ ਤੁਹਾਨੂੰ ਪੇੜ ਨੂੰ ਜਾਂ ਪੌਦੇ ਨੂੰ ਮਾਰਨਾ ਨਹੀਂ ਪੈਂਦਾ ਹੈ। ਉਦਾਹਰਣ ਦੇ ਲਈ ਚਣਾ ਹੋ ਗਿਆ, ਬੈਂਗਣ ਹੋ ਗਿਆ, ਲੌਕੀ ਹੋ ਗਈ, ਇਸ ਵਿੱਚ ਤੁਸੀਂ ਮਾਰਦੇ ਤਾਂ ਹੋ ਨਹੀਂ ਅਤੇ ਤੁਹਾਨੂੰ ਭੋਜਨ ਤਾਂ ਮਿਲ ਹੀ ਜਾਂਦਾ ਹੈ ਅਤੇ ਹਰ ਕਿਸਮ ਦੇ ਫਲ ਹੁੰਦੇ ਹਨ ਜੀ। ਪਰ ਉਹ ਬਹੁਤ ਅੱਗੇ ਦੀ ਗੱਲ ਹੈ, ਬਹੁਤ ਦੂਰ ਦੀ ਗੱਲ ਹੈ। ਅਜੇ ਤਾਂ ਵੈਸਾ ਸੋਚਣਾ ਵੀ ਬਹੁਤ ਯੂਟੋਪੀਅਨ ਲੱਗਦਾ ਹੈ ਕਿ ਐਸਾ ਕਦੀ ਹੋਵੇਗਾ ਕੀ। ਤਾਂ ਜਿਵੇਂ ਜਿਵੇਂ ਤੁਹਾਡੀ ਚੇਤਨਾ ਦਾ ਸਤਰ ਵਧੇਗਾ, ਉਵੇਂ ਉਵੇਂ ਤੁਸੀਂ ਪੇੜ ਪੌਦਿਆਂ ਦੇ ਪ੍ਰਤੀ ਹੋਰ ਕੰਪੈਸ਼ਨੇਟ, ਹੋਰ ਕਰੁਣ ਹੁੰਦੇ ਜਾਓਗੇ। ਜੀ ਬਿਲਕੁਲ ਮੈਂ ਉਸ ਗੱਲ ਨਾਲ ਸਹਿਮਤ ਹਾਂ। ਕੋਈ ਆਦਮੀ ਹੈ ਜੋ ਆਪਣੇ ਲਾਲਚ ਦੇ ਲਈ ਪੇੜ ਕੱਟਦਾ ਜਾ ਰਿਹਾ ਹੈ, ਉਹ ਨਿਸ਼ਚਿਤ ਰੂਪ ਨਾਲ ਹਿੰਸਾ ਤਾਂ ਕਰ ਹੀ ਰਿਹਾ ਹੈ, ਪਰ ਜੇ ਉਹ ਆਪਣੇ ਲਾਲਚ ਕਰਕੇ ਹੀ ਮੱਝ ਜਾਂ ਬੱਕਰਾ ਵੱਢ ਰਿਹਾ ਹੈ ਤਾਂ ਭੈਂਸ ਜਾਂ ਬੱਕਰਾ ਵੱਢਣਾ ਜ਼ਿਆਦਾ ਵੱਡੀ ਹਿੰਸਾ ਹੈ। ਜੀ। ਅਸੀਂ ਪੂਰੇ ਤਰੀਕੇ ਨਾਲ ਅਹਿੰਸਕ ਨਾ ਹੋ ਸਕਦੇ ਹੋਈਏ ਤਾਂ ਘੱਟੋ ਘੱਟ ਆਪਣੀ ਹਿੰਸਾ ਦਾ ਪੱਧਰ ਤਾਂ ਘੱਟ ਕਰੀਏ। ਸਹੀ ਗੱਲ ਹੈ। ਇਹਨਾਂ ਤਾਂ ਕਰਨਾ ਪਵੇਗਾ ਨਾ। ਜੀ। ਇਸ ਤੋਂ ਇਲਾਵਾ ਇਹ ਵੀ ਸਮਝੋ ਕਿ ਜੋ ਵੈਜੀਟੇਰੀਅਨ ਜਾਂ ਵੀਗਨ ਡਾਈਟ ਹੁੰਦੀ ਹੈ, ਉਹਦੇ ਵਿੱਚ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਹੈ ਕਿ ਪੇੜ ਪੌਦੇ ਮਾਰੇ ਹੀ ਜਾਣ। ਪਹਿਲੀ ਗੱਲ ਤਾਂ ਬਹੁਤ ਸਾਰੇ ਫਲ ਤੇ ਸਬਜ਼ੀਆਂ ਐਸੇ ਹੁੰਦੇ ਨੇ ਜਿਹਦੇ ਲਈ ਤੁਹਾਨੂੰ ਪੇੜ ਜਾਂ ਪੌਦੇ ਨੂੰ ਮਾਰਨ ਦੀ ਜ਼ਰੂਰਤ ਨਹੀਂ ਪੈਂਦੀ ਹੈ। ਉਹ ਤੁਹਾਨੂੰ ਫਲ ਦੇ ਦਿੰਦਾ ਹੈ, ਸਬਜ਼ੀ ਦੇ ਦਿੰਦਾ ਹੈ ਤੇ ਪੇੜ ਆਪਣੀ ਜਗ੍ਹਾ ਖੜਾ ਹੋਇਆ ਹੈ ਸ਼ਾਨ ਨਾਲ। ਉਹ ਮਰ ਨਹੀਂ ਗਿਆ, ਤੁਸੀਂ ਉਹਦੇ ਤੋਂ ਆਹਾਰ ਵੀ ਲੈ ਲਿਆ ਤੇ ਪੇੜ ਵੀ ਬਚਿਆ ਹੋਇਆ ਹੈ, ਤਾਂ ਕੋਈ ਹਿੰਸਾ ਵੀ ਨਹੀਂ ਹੋਈ ਉਸ ਵਿੱਚ। ਬਲਕਿ ਜੋ ਪੇੜ ਹੈ ਉਹ ਚਾਹੁੰਦਾ ਹੈ ਕਿ ਤੁਸੀਂ ਉਹਦੇ ਫਲ ਦਾ ਸੇਵਨ ਕਰੋ, ਕਿਉਂਕਿ ਜਦੋਂ ਤੁਸੀਂ ਉਹਦਾ ਫਲ ਲੈਂਦੇ ਹੋ ਤਾਂ ਤੁਹਾਡੇ ਮਾਧਿਅਮ ਤੋਂ ਉਹਦਾ ਬੀਜ ਦੂਰ ਦੂਰ ਤੱਕ ਫੈਲ ਜਾਂਦਾ ਹੈ ਤੇ ਇਹਦੇ ਨਾਲ ਪੇੜ ਦੀ ਸਹਾਇਤਾ ਹੁੰਦੀ ਹੈ। ਪੇੜ ਇਹੀ ਤਾਂ ਚਾਹੁੰਦਾ ਸੀ। ਫਲ ਲੱਗਿਆ ਹੀ ਇਸ ਕਰਕੇ ਸੀ ਕਿ ਕੋਈ ਆ ਕੇ ਉਸ ਫਲ ਨੂੰ ਲਵੇ, ਤੇ ਜਦੋਂ ਤੁਸੀਂ ਫਲ ਨੂੰ ਲਿਆ ਤਾਂ ਉਹਦਾ ਬੀਜ ਫੈਲ ਗਿਆ। ਤਾਂ ਜਦੋਂ ਤੁਸੀਂ ਪੇੜ ਤੋਂ ਫਲ ਲੈਂਦੇ ਹੋ ਤਾਂ ਹਿੰਸਾ ਕਰਨਾ ਤੇ ਦੂਰ ਦੀ ਗੱਲ ਹੈ, ਤੁਸੀਂ ਪੇੜ ਦੀ ਮਦਦ ਕਰ ਦਿੱਤੀ ਹੈ। ਇਸੇ ਤਰੀਕੇ ਨਾਲ ਬਹੁਤ ਸਾਰੀ ਫਸਲਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਮਿਆਦ ਜਾਂ ਉਮਰ ਹੀ ਪੌਦੇ ਦੀ 1 ਸਾਲ ਦੀ ਹੀ ਹੁੰਦੀ ਹੈ, 1 ਸੀਜ਼ਨ ਦੀ ਹੀ ਹੁੰਦੀ ਹੈ। ਤਾਂ ਤੁਸੀਂ ਉਸ ਵਿੱਚੋਂ ਜੇ ਗ੍ਰੇਨ ਨਹੀਂ ਵੀ ਲਵੋਗੇ ਤਾਂ ਐਸਾ ਨਹੀਂ ਹੈ ਕਿ ਉਹ ਜੋ ਪੌਦਾ ਹੈ ਜੋ ਦਰਖਤ ਉਹ ਅਗਲੇ ਸਾਲ ਚੱਲ ਜਾਏਗਾ ਤੇ ਵੱਡਾ ਦਰਖਤ ਬਣ ਜਾਏਗਾ, ਉਸ ਨੂੰ ਸਮਾਪਤ ਹੋ ਹੀ ਜਾਣਾ ਹੈ, ਕਿਉਂਕਿ ਉਹਦੀ ਕੁੱਲ 19 ਹੀ ਉਮਰ ਹੈ। ਜੀ। ਮੈਂ ਕੋਈ ਵਕਾਲਤ ਨਹੀਂ ਕਰ ਰਿਹਾ ਹਾਂ ਕਿ ਤੁਸੀਂ ਦਰਾਤੀ ਲੈ ਕੇ ਫਸਲ ਕੱਟੋ, ਤੇ ਮੈਂ ਕਹਿ ਰਿਹਾ ਹਾਂ ਕਿ ਉਸ ਵਿੱਚ ਕੋਈ ਹਿੰਸਾ ਨਹੀਂ ਹੈ। ਮੈਂ ਕਹਿ ਰਿਹਾ ਉਸ ਵਿੱਚ ਹਿੰਸਾ ਹੈ, ਪਰ ਘੱਟ ਹਿੰਸਾ ਹੈ। ਮੈਂ ਇਹ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜੀ। ਤਾਂ ਇਹ ਤਰਕ ਕਿ ਪੇੜ ਪੌਦਿਆਂ ਵਿੱਚ ਵੀ ਜਾਨ ਹੁੰਦੀ ਹੈ, ਇਹ ਤਰਕ ਬਿਲਕੁਲ ਬਿਨਾਂ ਕਿਸੇ ਕੀਮਤ ਦਾ ਤਰਕ ਹੈ, ਬਿਲਕੁਲ ਅਗਿਆਨ ਦਾ ਤਰਕ ਹੈ। ਜਿਸ ਵਿਅਕਤੀ ਵਿੱਚ ਥੋੜੀ ਜਿਹੀ ਵੀ ਬੁੱਧੀ ਹੋਵੇਗੀ ਉਹ ਐਸਾ ਤਰਕ ਕਰੇਗਾ ਹੀ ਨਹੀਂ। ਇਹ ਉਹੀ ਗੱਲ ਹੋਈ ਕਿ ਕੋਈ ਕਹੇ ਕਿ ਭੈਂਸ ਕਿਉਂ ਕੱਟ ਦਿੱਤੀ, ਤਾਂ ਉਹ ਵਿਅਕਤੀ ਬੋਲੇ ਕਿਉਂਕਿ ਤੁਸੀਂ ਅਮਰੂਦ ਖਾਦਾ ਸੀ। ਤੁਸੀਂ ਅਮਰੂਦ ਖਾ ਰਹੇ ਹੋ ਤੇ ਮੈਂ ਭੈਂਸ ਖਾ ਰਿਹਾ ਹਾਂ, ਇੱਕ ਹੀ ਤਾਂ ਗੱਲ ਹੈ। ਇਹ ਕਿੱਥੋਂ ਦਾ ਤਰਕ ਹੈ ਭਾਈ? ਤੇ ਜੇ ਭੈਂਸ ਤੇ ਅਮਰੂਦ ਬਰਾਬਰ ਨੇ ਤਾਂ ਆਦਮੀ ਤੇ ਭੈਂਸ ਵੀ ਬਰਾਬਰ ਨੇ। ਮੈਂ ਸਿਰਫ ਬੁੱਧੀ ਦੀ ਗੱਲ ਨਹੀਂ ਕਰ ਰਿਹਾ ਕਿ ਆਦਮੀ ਤੇ ਮੱਝ ਬੁੱਧੀ ਵਿੱਚ ਇੱਕ ਬਰਾਬਰ ਹੈ, ਕਿਉਂਕਿ ਇਸ ਤਰ੍ਹਾਂ ਦਾ ਤਰਕ ਦਿੱਤਾ ਜਾ ਰਿਹਾ ਤਾਂ ਆਦਮੀ ਤੇ ਭੈਂਸ ਵੀ ਬੁੱਧੀ ਵਿੱਚ ਇੱਕ ਹੀ ਬਰਾਬਰ ਹੈ। ਪਰ ਜਿਸ ਸਿਧਾਂਤ ਤੋਂ ਤੁਸੀਂ ਇਹ ਕਹੋਗੇ ਕਿ ਭੈਂਸ ਬਰਾਬਰ ਅਮਰੂਦ, ਫਿਰ ਉਸੇ ਸਿਧਾਂਤ ਤੋਂ ਆਦਮੀ ਬਰਾਬਰ ਭੈਂਸ ਜੀ ਕਿ ਭਾਈ ਸਭ 'ਚ ਜਾਨ ਹੈ, ਤਾਂ ਫਿਰ ਤੁਸੀਂ ਇਹ ਕਹੋਗੇ ਕਿ ਜੇ ਕੋਈ ਅਮਰੂਦ ਖਾਂਦਾ ਹੈ ਤਾਂ ਅਸੀਂ ਭੈਂਸ ਕੱਟ ਦਿਆਂਗੇ। ਤਾਂ ਇੱਕ ਅਗਲਾ ਬੰਦਾ ਆ ਕੇ ਇਹ ਵੀ ਕਹਿ ਸਕਦਾ ਕਿ ਤੁਸੀਂ ਭੈਂਸ ਕੱਟੋਗੇ ਤਾਂ ਮੈਂ ਬੰਦਾ ਕੱਟ ਦਿਆਂਗਾ। ਉਹ ਸਿਧਾਂਤ ਅੱਗੇ ਵੱਧ ਜਾਏਗਾ। ਤਾਂ ਇਹ ਬੇਕਾਰ ਦਾ ਸਿਧਾਂਤ ਹੈ, ਇਹਦੀ ਸਾਨੂੰ ਗੱਲ ਨਹੀਂ ਕਰਨੀ ਚਾਹੀਦੀ ਹੈ। ਜੀ। ਜਿਵੇਂ ਤੁਸੀਂ ਹੁਣੇ ਖੇਤੀ ਦੀ ਗੱਲ ਕੀਤੀ ਤਾਂ ਮੈਂ ਦੇਖਦਾ ਕਿ ਇੱਕ ਤਰਕ ਇੱਥੇ ਵੀ ਆਉਂਦਾ ਹੈ ਕਿ ਇੱਕ ਗੱਲ ਹੋਈ ਕਿ ਕਿਸੇ ਨੇ ਕਿਸੇ ਪੇੜ ਨੂੰ ਵੱਢਿਆ। ਇੱਕ ਚੀਜ਼ ਇਹ ਵੀ ਹੋਈ ਕਿ ਜਦੋਂ ਫਸਲਾਂ ਉਗਾਈਆਂ ਜਾਂਦੀਆਂ ਨੇ ਤੇ ਉਹਨਾਂ ਫਸਲਾਂ ਦੀ ਪੈਦਾਵਾਰ ਨੂੰ ਵਧਾਉਣ ਲਈ ਉਸ ਵਿੱਚ ਬੜੀ ਤਰ੍ਹਾਂ ਦੀ ਕੀਟਨਾਸ਼ਕਾਂ ਦੀ ਖੇਤੀ ਜਾਂਦੀ ਹੈ। ਉਹਦੇ ਇਲਾਵਾ ਛੋਟੇ-ਛੋਟੇ ਜਾਨਵਰ ਹੁੰਦੇ ਨੇ, ਰੋਡੈਂਟਸ ਹੁੰਦੇ ਨੇ, ਜਿਵੇਂ ਚੂਹੇ ਵਗੈਰਾ, ਗਿਲਹਰੀ, ਇਹਨਾਂ ਨੂੰ ਵੀ ਮਾਰਿਆ ਜਾਂਦਾ ਹੈ। ਤਾਂ ਲੋਕ ਕਹਿੰਦੇ ਨੇ ਕਿ ਦੇਖੋ ਅਗਰ ਮੈਂ ਮਾਸਾਹਾਰ ਕਰਦਾ ਹਾਂ ਤਾਂ ਮੈਂ ਸਿਰਫ ਇੱਕ ਜਾਨਵਰ ਨੂੰ ਮਾਰਿਆ, ਪਰ ਤੁਸੀਂ ਜਦੋਂ ਫਸਲਾਂ ਉਗਾਉਂਦੇ ਹੋ ਤਾਂ ਕਿੰਨੇ ਸਾਰੇ ਜਾਨਵਰਾਂ ਨੂੰ ਮਾਰਦੇ ਹੋ ਆਪਣੀਆਂ ਫਸਲਾਂ ਉਗਾਉਣ ਲਈ। ਮੈਂ ਇਸ ਤਰਕ ਤੋਂ ਬਿਲਕੁਲ ਸਹਿਮਤ ਹਾਂ। ਇਹ ਗੱਲ ਬਿਲਕੁਲ ਠੀਕ ਹੈ ਕਿ ਜਿਸ ਨੂੰ ਅਸੀਂ ਖੇਤੀ ਕਹਿੰਦੇ ਹਾਂ ਉਸ ਵਿੱਚ ਖੁਦ ਹੀ ਬਹੁਤ ਸਾਰੀ ਹਿੰਸਾ ਸ਼ਾਮਿਲ ਹੈ। ਮੈਂ ਬਿਲਕੁਲ ਮੰਨਦਾ ਹਾਂ। ਇਸ ਕਰਕੇ ਤਾਂ ਮੈਂ ਕਹਿੰਦਾ ਹਾਂ ਕਿ ਜੇ ਤੁਸੀਂ ਆਪਣੀ ਆਬਾਦੀ ਵਧਾ ਰਹੇ ਹੋ ਤਾਂ ਉਹ ਆਪਣੇ ਆਪ ਵਿੱਚ ਬਹੁਤ ਵੱਡੀ ਹਿੰਸਾ ਹੈ। ਜੀ। ਆਬਾਦੀ ਨੂੰ ਵਧਾਉਣਾ ਹੀ ਆਪਣੇ ਆਪ ਵਿੱਚ ਵਾਇਲੈਂਸ ਹੈ, ਕਿਉਂਕਿ ਤੁਸੀਂ ਆਬਾਦੀ ਵਧਾਓਗੇ ਤਾਂ ਖੇਤੀ ਤਾਂ ਕਰਨੀ ਪਵੇਗੀ ਨਾ। ਜੀ। ਤੇ ਖੇਤੀ ਕਰਨ ਵਿੱਚ ਹੀ ਤੁਸੀਂ ਪਹਿਲੀ ਗੱਲ ਜੰਗਲ ਵੱਢਦੇ ਹੋ, ਤਾਂ ਜੰਗਲ ਵਿੱਚ ਉਹ ਜੀਵ ਸੀ ਉਹਨਾਂ ਨੂੰ ਤੁਸੀਂ ਬਰਬਾਦ ਕਰ ਦਿੱਤਾ। ਤੇ ਫਿਰ ਤੁਸੀਂ ਸਾਲ ਦਰ ਸਾਲ ਕੀਟਨਾਸ਼ਕਾਂ ਦੀ ਵੀ ਵਰਤੋਂ ਕਰੋਗੇ ਤੇ ਮਿੱਟੀ ਵਿੱਚ ਜਿੰਨੇ ਦੂਜੇ ਤਰ੍ਹਾਂ ਦੇ ਜੀਵ ਜੰਤੂ ਨੇ ਤੁਸੀਂ ਉਹਨਾਂ ਨੂੰ ਮਾਰੋਗੇ, तमाम ਤਰ੍ਹਾਂ ਦੇ ਬੈਕਟੀਰੀਆ ਨੂੰ ਮਾਰੋਗੇ, ਕੀੜਿਆਂ ਨੂੰ ਮਾਰੋਗੇ ਤੇ ਚੂਹੇ ਵਗੈਰਾ ਨੂੰ ਮਾਰੋਗੇ।
ਤਾਂ ਉਹਨਾਂ ਨੂੰ ਤਾਂ ਤੁਹਾਨੂੰ ਮਾਰਨਾ ਪਵੇਗਾ, ਉਹਦੇ ਵਿੱਚ ਹਿੰਸਾ ਬਿਲਕੁਲ ਹੈਗੀ ਹੈ। ਲੇਕਿਨ ਫਿਰ ਸਮਝੋ, ਜੋ ਸ਼ਾਕਾਹਾਰੀ ਹੈ ਉਹ ਮਿੱਟੀ ਤੋਂ ਅੰਨ ਉਗਾਉਂਦਾ ਹੈ ਤੇ ਖਾਂਦਾ ਹੈ। ਠੀਕ ਹੈ, ਮੈਂ ਸ਼ਾਕਾਹਾਰੀ ਹਾਂ, ਮੈਂ ਮਿੱਟੀ ਤੋਂ 1 ਕਿਲੋ ਅੰਨ ਉਗਾਇਆ ਤੇ ਖਾ ਲਿਆ, ਤੇ ਉਸ 1 ਕਿਲੋ ਅੰਨ ਨੂੰ ਉਗਾਉਣ ਵਿੱਚ ਮੰਨ ਲਓ ਮੈਂ 10 ਜੀਵ ਮਾਰ ਦਿੱਤੇ ਮਿੱਟੀ ਦੇ, ਬਿਲਕੁਲ ਇਹਦਾ ਹੋਵੇਗਾ ਜੀ ਕੇਂਚੂਏ ਮਾਰ ਦਿੱਤੇ, ਚੂਹੇ ਮਾਰ ਦਿੱਤੇ, ਸੱਪ ਮਾਰ ਦਿੱਤੇ, ਕੁਝ ਅਜਿਹੇ ਵਿਚਾਰੇ ਪੰਛੀ ਵੀ ਮਾਰ ਦਿੱਤੇ ਜੋ ਆਏ ਤੇ ਬੈਠੇ ਤੇ ਪੈਸਟੀਸਾਈਡ ਖਾ ਕੇ ਮਰ ਗਏ, ਉਹ ਵੀ ਹੁੰਦਾ ਹੈ। ਜੀ ਮੈਂ ਇਹ ਸਭ ਕਰ ਦਿੱਤਾ, ਮੈਂ ਸ਼ਾਕਾਹਾਰੀ ਬੰਦਾ ਹਾਂ, ਮੈਂ ਆਪਣੇ ਲਈ 1 ਕਿਲੋ ਅੰਨ ਉਗਾਇਆ ਤੇ ਉਸ 1 ਕਿਲੋ ਅੰਨ ਨੂੰ ਉਗਾਉਣ ਵਿੱਚ ਮੈਂ 10 ਜੀਵ ਮਾਰ ਦਿੱਤੇ। ਜੀ ਤੁਸੀਂ ਮਾਂਸਾਹਾਰੀ ਆਦਮੀ ਹੋ, ਤੁਹਾਨੂੰ ਹੁਣ ਚਾਹੀਦਾ ਹੈ ਆਪਣੇ ਲਈ 1 ਕਿਲੋ ਮਾਂਸ। ਭੁੱਲਣਾ ਨਹੀਂ ਮੈਂ ਕਿੰਨੇ ਜੀਵ ਮਾਰ ਦਿੱਤੇ, 10। ਤੇ ਤੁਸੀਂ ਮਾਂਸਾਹਾਰੀ ਹੋ, ਤੁਹਾਨੂੰ ਚਾਹੀਦਾ ਹੈ 1 ਕਿਲੋ ਮਾਂਸ। ਉਹ 1 ਕਿਲੋ ਮਾਂਸ ਕਿੰਨੇ ਕਿਲੋ ਅੰਨ ਤੋਂ ਬਣੇਗਾ? ਸ਼ਾਇਦ ਕੁਝ 15-20 ਕਿਲੋ ਅੰਨ ਤੋਂ। ਠੀਕ ਹੈ, 20 ਕਿਲੋ ਅੰਨ ਤੋਂ ਬਣਿਆ, ਕਿਉਂਕਿ ਤੁਸੀਂ ਜੋ ਬੱਕਰੇ ਦਾ 1 ਕਿਲੋ ਮਾਂਸ ਖਾਓਗੇ ਉਹਦੇ ਲਈ ਪਹਿਲੇ ਤੁਸੀਂ ਬੱਕਰੇ ਨੂੰ 20 ਕਿਲੋ ਅੰਨ ਖਵਾਓਗੇ। ਇਹ ਨਿਯਮ ਹੈ, ਇਹ ਮੈਂ ਕੋਈ ਐਵੇਂ ਤੁੱਕਾ ਨਹੀਂ ਲਗਾ ਰਿਹਾ ਜੀ, ਇਹ ਐਨੀਮਲ ਐਗਰੀਕਲਚਰ ਦਾ ਨਿਯਮ ਹੁੰਦਾ ਹੈ, ਸਿੱਧੇ ਸਿੱਧੇ। ਹੁਣ 1 ਕਿਲੋ ਮਟਨ ਦੇ ਲਈ ਤੁਸੀਂ ਉਹਨੂੰ 20 ਕਿਲੋ ਅੰਨ ਖਵਾਇਆ। 20 ਕਿਲੋ ਅੰਨ ਉਗਾਉਣ ਵਿੱਚ ਤੁਸੀਂ ਕਿੰਨੇ ਜੀਵ ਮਾਰ ਦਿੱਤੇ? 1 ਕਿਲੋ ਅੰਨ ਮੈਂ ਖਾਦਾ ਸੀ, ਮੈਂ ਸ਼ਾਕਾਹਾਰੀ ਹਾਂ, ਤਾਂ 1 ਕਿਲੋ ਅੰਨ ਵਿੱਚ 10 ਜੀਵ ਮਰੇ ਸੀ। 10 ਜੀਵ ਮਰੇ ਨੇ। 1 ਕਿਲੋ ਅੰਨ ਵਿੱਚ 10 ਜੀਵ ਮਰੇ ਸੀ ਤੇ ਤੁਸੀਂ 1 ਕਿਲੋ ਮਾਂਸ ਖਾਦਾ। 1 ਕਿਲੋ ਮਾਂਸ ਦੇ ਲਈ 20 ਕਿਲੋ ਅੰਨ ਚਾਹੀਦਾ ਤੇ ਤੁਸੀਂ ਕਿੰਨੇ ਜੀਵ ਮਾਰ ਦਿੱਤੇ? 200। ਤੁਸੀਂ 200 ਜੀਵ ਮਾਰ ਦਿੱਤੇ। ਤੇ ਉਹ ਜਿਹਨੂੰ ਮਾਰਿਆ ਹੈ, ਤੇ ਉਹ ਜੋ ਬੱਕਰਾ ਮਾਰਿਆ ਉਹ ਅਲੱਗ। ਜੀ, ਜੋ ਬੱਕਰਾ ਮਾਰਿਆ ਉਹ ਤਾਂ ਤੁਸੀਂ ਅਲੱਗ ਹੀ ਮਾਰਿਆ, ਉਸ ਬੱਕਰੇ ਦੇ ਨਾਲ ਤੁਸੀਂ 200 ਹੋਰ ਜੀਵ ਮਾਰ ਦਿੱਤੇ। 201 ਤਾਂ ਇਹ 10 ਬਨਾਮ 201 ਹੋ ਗਿਆ। ਤਾਂ ਕੋਈ ਇਹ ਕਹੇ ਕਿ ਮੈਂ ਤਾਂ ਬੱਕਰਾ ਖਾਦਾ, ਪਰ ਤੁਸੀਂ ਤਾਂ ਅੰਨ ਖਾਇਆ ਖੇਤੋਂ, ਤੇ ਅੰਨ ਉਗਾਉਣ ਵਿੱਚ ਵੀ ਤੁਸੀਂ ਹਿੰਸਾ ਕੀਤੀ। ਭਾਈ, ਅੰਨ ਉਗਾਉਣ ਵਿੱਚ ਨਿਸ਼ਚਿਤ ਰੂਪ ਨਾਲ ਹਿੰਸਾ ਹੈ। ਮੈਂ ਤਾਂ ਕਹਿ ਰਿਹਾ ਹਾਂ ਕਿ ਇੰਨੇ ਸਾਰੇ ਲੋਕ ਜਦੋਂ ਵੱਧ ਜਾਓਗੇ, ਆਬਾਦੀ ਵਧਾ ਲਓਗੇ, ਤਾਂ ਉਸ ਆਬਾਦੀ ਦਾ ਢਿੱਡ ਪਾਲਣ ਲਈ ਵੱਡੀ ਹਿੰਸਾ ਕਰਨੀ ਪੈਂਦੀ ਹੈ। ਖੇਤੀ ਆਪਣੇ ਆਪ ਵਿੱਚ ਵੱਡਾ ਹਿੰਸਕ ਕੰਮ ਹੈ, ਮੈਂ ਤਾਂ ਕਹਿ ਰਿਹਾ। ਪਰ ਇੱਕ ਤਾਂ ਬਿਮਾਰੀ ਇਹ ਹੈ ਕਿ ਤੁਸੀਂ ਆਬਾਦੀ ਵਧਾਈ ਤੇ ਖੇਤੀ ਕੀਤੀ ਤੇ ਉਸ ਖੇਤੀ ਵਿੱਚ ਹਿੰਸਾ ਹੋ ਰਹੀ ਹੈ, ਤੇ ਦੂਜਾ ਇਹ ਕਿ ਇੱਕ ਤਾਂ ਆਬਾਦੀ ਵਧਾਏ ਤੇ ਉਸ ਆਬਾਦੀ ਨੂੰ ਵੀ ਚਾਹੀਦਾ ਹੈ ਮਾਂਸ। ਇਹਨੂੰ ਕਹਿੰਦੇ ਨੇ ਇੱਕ ਤਾਂ ਕਰੇਲਾ, ਦੂਜਾ ਨੀਮ ਚੜਿਆ। ਪਹਿਲਾਂ ਤਾਂ ਆਬਾਦੀ ਵਧਾ ਲਈ ਤੇ ਉਹ ਜੋ ਲੋਕ ਨੇ ਆਬਾਦੀ ਦੇ ਉਹ ਕਹਿ ਰਹੇ ਨੇ ਸਾਨੂੰ ਮਾਂਸ ਖਵਾਓ, ਸਾਨੂੰ ਮਾਂਸ ਖਵਾਓ। ਉਹ ਮਾਂਸ ਨੂੰ ਬਣਾਉਣ ਵਿੱਚ 20 ਗੁਣਾ ਜ਼ਿਆਦਾ ਅੰਨ ਚਾਹੀਦਾ ਹੁੰਦਾ ਹੈ, ਕਿਉਂਕਿ ਇਹ ਪੂਰੀ ਜੋ ਅਸੀਂ ਹੁਣੇ ਗੱਲ ਕੀਤੀ ਉਹਦੇ ਕੇਂਦਰ ਵਿੱਚ ਸਿਧਾਂਤ ਇਹ ਹੈ ਕਿ 1 ਕਿਲੋ ਮਾਂਸ ਦੇ ਲਈ ਨਾ ਜਾਣੇ ਕਿੰਨੇ ਸੈਂਕੜੋਂ ਲੀਟਰ ਪਾਣੀ ਚਾਹੀਦਾ ਹੁੰਦਾ ਹੈ। ਜੀ, 20-40 ਕਿਲੋ ਅੰਨ ਚਾਹੀਦਾ ਹੁੰਦਾ ਹੈ। ਜੀ, એનર્ਜੀ ਚਾਹੀਦੀ ਹੁੰਦੀ ਹੈ। ਜੀ, ਲੈਂਡ ਚਾਹੀਦੀ ਹੁੰਦੀ ਹੈ। ਜੀ, ਕੈਮੀਕਲ ਚਾਹੀਦੇ ਹੁੰਦੇ ਨੇ। ਜੀ, ਜੋ ਮਾਂਸ ਹੈ ਉਸ ਨੂੰ ਪੈਦਾ ਕਰਨਾ ਆਪਣੇ ਆਪ ਵਿੱਚ ਬੜਾ ਹੀ ਮਹਿੰਗਾ ਸੌਦਾ ਹੁੰਦਾ ਹੈ। ਸਿਰਫ ਪੈਸਾ ਨਹੀਂ ਲੱਗਦਾ, ਉਸ ਵਿੱਚ ਨੇਚਰ ਦੇ ਸਾਰੇ ਸੰਸਾਧਨ ਲੱਗ ਜਾਂਦੇ ਨੇ। ਜੀ, ਪਰ ਜੋ ਮਾਂਸਾਹਾਰੀ ਲੋਕ ਹੁੰਦੇ ਨੇ ਉਹ ਕਦੀ ਇਸ ਗੱਲ ਦੀ ਜਾਂਚ ਪੜਤਾਲ ਨਹੀਂ ਕਰਦੇ ਕਿ ਉਹ ਜੋ 1 ਕਿਲੋ ਮਾਂਸ ਹੈ ਉਹਨਾਂ ਦੇ ਸਾਹਮਣੇ, ਉਸ ਨੂੰ ਰੱਖਣ ਵਿੱਚ ਕਿੰਨੇ ਸਾਰੇ ਸੰਸਾਧਨ ਖਪ ਗਏ। ਤੇ ਫਿਰ ਉਹ ਬੇਤੁਕੇ ਤਰਕ ਕਰਦੇ ਨੇ ਕਿ ਸਾਹਿਬ ਤੁਸੀਂ ਚਾਵਲ ਖਾਦੇ ਤੇ ਚਾਵਲ ਉਗਾਉਣ ਵਿੱਚ ਵੀ ਤਾਂ ਕੇਚੂਏ ਮਰੇ ਸੀ ਨਾ। ਚਾਵਲ ਉਗਾਉਣ ਵਿੱਚ ਤਾਂ ਕੇਚੂਆ ਮਰਿਆ ਸੀ, ਪਰ ਤੁਸੀਂ ਜੋ ਬੱਕਰਾ ਖਾ ਰਹੇ ਹੋ ਉਸ ਨੂੰ ਪੈਦਾ ਕਰਨ ਵਿੱਚ ਤਾਂ 1 ਕਿਲੋ ਦੀ ਜਗ੍ਹਾ 20 ਕਿਲੋ ਅੰਨ ਲੱਗਿਆ ਤੇ ਉਸ ਦੇ ਪਿੱਛੇ ਨਾ ਜਾਣੇ ਕਿੰਨੇ ਜੀਵ ਮਰੇ। ਇਹ ਲੋਕ ਇਹਨਾਂ ਸਿੱਧੀਆਂ ਗੱਲਾਂ ਨੂੰ, ਸਿੱਧੇ ਗਣਿਤ ਨੂੰ ਸਮਝਦੇ ਹੀ ਨਹੀਂ ਨੇ। ਜੀ, ਜੀ। ਇਹਦੇ ਅੱਗੇ ਮੈਂ ਦੇਖਦਾ ਕਿ ਇੱਕ ਬੜੀ ਸਾਧਾਰਨ ਜੀ ਗੱਲ ਹੈ ਕਿ ਸਰ ਅਸੀਂ ਮਾਂਸ ਖਾਂਦੇ ਹਾਂ ਤੇ ਸਾਡਾ ਸਰੀਰ ਤਾਂ ਪਚਾ ਲੈਂਦਾ, ਤਾਂ ਫਿਰ ਦਿੱਕਤ ਕੀ ਹੈ? ਦਿੱਕਤ ਇਹ ਹੈ ਕਿ ਤੁਸੀਂ ਜਾਨਵਰ ਨਹੀਂ ਹੋ। ਤੁਸੀਂ ਹਰ ਉਹ ਚੀਜ਼ ਥੋੜੀ ਖਾ ਲਵੋਗੇ ਜੋ ਤੁਹਾਡਾ ਸਰੀਰ ਪਚਾ ਲੈਂਦਾ ਹੈ। ਤੁਹਾਡਾ ਸਰੀਰ ਤਾਂ ਚੋਰੀ ਦਾ ਮਾਲ ਵੀ ਪਚਾ ਲਵੇਗਾ ਨਾ। ਜਾਂ ਐਸਾ ਹੋਵੇਗਾ ਕਿ ਤੁਸੀਂ ਜਾ ਕੇ ਚੋਰੀ ਦਾ ਖਾਣਾ ਖਾ ਰਹੇ ਹੋ ਤਾਂ ਸਰੀਰ ਨੇ ਨਹੀਂ ਪਚਾਇਆ, ਤੇ ਫਿਰ ਸਜ਼ਾ ਕਿਉਂ ਮਿਲਦੀ ਹੈ? ਤੁਸੀਂ ਕਹਿ ਰਹੇ ਹੋ ਸਹੀ ਤੇ ਗਲਤ ਦਾ ਮਾਪਦੰਡ ਇਹ ਹੈ ਕਿ ਜਿਸ ਚੀਜ਼ ਨੂੰ ਤੁਹਾਡੇ ਸਰੀਰ ਨੇ ਪਚਾ ਲਿੱਤਾ ਉਹ ਗਲਤ ਕਿਵੇਂ ਹੋ ਸਕਦੀ ਹੈ? ਤੁਸੀਂ ਇਹੀ ਤਰਕ ਤਾਂ ਲੈ ਕੇ ਆਏ ਹੋ। ਤੁਸੀਂ ਕਹਿ ਰਹੇ ਹੋ ਮੈਂ ਹੁਣੇ ਮਟਨ ਖਾਦਾ ਤੇ ਮੇਰੇ ਸਰੀਰ ਨੇ ਮਟਨ ਪਚਾ ਲਿੱਤਾ, ਤੇ ਮਟਨ ਖਾਣਾ ਗਲਤ ਕਿਵੇਂ ਹੋ ਸਕਦਾ ਹੈ? ਜੀ, ਤੁਹਾਡਾ ਸਰੀਰ ਤਾਂ ਚੋਰੀ ਦੀ ਦਾਲ, ਚੋਰੀ ਦੇ ਚਾਵਲ ਵੀ ਪਚਾ ਲਵੇਗਾ। ਕੀ ਉਹ ਗਲਤ ਨਹੀਂ ਹੈ? ਇੱਕ ਜਾਨਵਰ ਦੇ ਲਈ ਠੀਕ ਹੈ ਕਿ ਉਹ ਕੁਝ ਵੀ ਐਸਾ ਖਾ ਲਵੇ ਜੋ ਉਹ ਪਚਾ ਲੈਂਦਾ ਹੈ। ਜੀ, ਜਾਨਵਰ ਨੂੰ ਕੋਈ ਸਜ਼ਾ ਨਹੀਂ ਮਿਲਦੀ ਕੁਝ ਵੀ ਖਾਣ ਦੀ। ਜਾਨਵਰ ਦੇ ਲਈ ਸ਼ਰਤ ਜਾਂ ਨਿਯਮ ਬਸ ਇੱਕ ਹੈ ਕਿ ਭਾਈ ਜੇ ਤੂੰ ਪਚਾ ਸਕਦਾ ਹੈ ਤਾਂ ਤੂੰ ਆਜ਼ਾਦ ਹੈ, ਖਾ ਲੈ। ਜੀ,
ਇੱਕ ਨਿਯਮ ਹੈ, ਪਚਾ ਸਕਦਾ ਹੈ ਕਿ ਨਹੀਂ। ਜੇਕਰ ਪਚਾ ਸਕਦਾ ਹੈ ਤਾਂ ਖਾ ਲੈ। ਠੀਕ ਹੈ ਨਾ। ਜਾਨਵਰ ਤੇ ਸਿਰਫ ਇਹ ਲਾਗੂ ਹੁੰਦਾ ਹੈ, ਇਨਸਾਨ ਤੇ ਇਹ ਨਹੀਂ ਲਾਗੂ ਹੁੰਦਾ, ਕਿਉਂਕਿ ਇਨਸਾਨ ਵਿੱਚ ਤੇ ਜਾਨਵਰ ਵਿੱਚ ਇੱਕ ਬੁਨਿਆਦੀ ਅੰਤਰ ਹੈ। ਅਸੀਂ ਚੇਤਨਾ ਦੇ ਜੀਵ ਹਾਂ, ਜਾਨਵਰ ਸਿਰਫ ਇੱਕ ਸਰੀਰ ਹੈ। ਅਸੀਂ ਸਰੀਰ ਤੋਂ ਅੱਗੇ ਵੱਧ ਕੇ ਚੇਤਨਾ ਹਾਂ, ਕੌਨਸ਼ੀਅਸਨੈਸ ਹਾਂ। ਤਾਂ ਜਾਨਵਰ ਜੋ ਕੰਮ ਕਰ ਸਕਦਾ ਹੈ ਤੇ ਉਹਨੂੰ ਕੋਈ ਬੁਰਾ ਨਹੀਂ ਬੋਲੇਗਾ ਉਸ ਕੰਮ ਨੂੰ ਕਰਨ ਵਿੱਚ, ਉਹ ਕੰਮ ਇਨਸਾਨ ਨਹੀਂ ਕਰ ਸਕਦਾ। ਇਨਸਾਨ ਦੇ ਉੱਪਰ ਜ਼ਿਆਦਾ ਵੱਡੀਆਂ ਸ਼ਰਤਾਂ ਨੇ ਜੀ। ਜਾਨਵਰ ਤਾਂ ਸੜਕ ਤੇ ਲੇਟਿਆ ਹੈ, ਤੁਸੀਂ ਗੱਡੀ ਚਲਾ ਰਹੇ ਹੁੰਦੇ ਹੋ, ਵਿਚਕਾਰ ਆ ਕੇ ਸੜਕ ਤੇ ਕੋਈ ਗਧਾ ਬੈਠ ਜਾਂਦਾ ਹੈ, ਤੁਸੀਂ ਉਸ ਗਧੇ ਨੂੰ ਤਾਨੇ ਮਾਰਦੇ ਹੋ, ਤੁਸੀਂ ਉਸ ਗਧੇ ਲਈ ਪੁਲਿਸ ਬੁਲਾਉਂਦੇ ਹੋ, ਤੁਸੀਂ ਆਪਣੀ ਗੱਡੀ ਸਾਈਡ ਤੋਂ ਕੱਢ ਲੈਂਦੇ ਹੋ, ਉਹ ਤਾਂ ਗਧਾ ਹੈ ਸੜਕ ਤੇ ਆ ਕੇ ਬਹਿ ਗਿਆ। ਪਰ ਕੋਈ ਇਨਸਾਨ ਜੇ ਸੜਕ ਤੇ ਆ ਕੇ ਬਹਿ ਜਾਵੇ ਤੇ ਇਹ ਤਰਕ ਕਰੇ ਕਿ ਗਧੇ ਵੀ ਤਾਂ ਸੜਕ ਤੇ ਬੈਠੇ ਰਹਿੰਦੇ ਨੇ ਤਾਂ ਮੈਂ ਕਿਉਂ ਨਹੀਂ ਬੈਠ ਸਕਦਾ, ਤਾਂ ਉਹ ਵਿਅਕਤੀ ਫਿਰ ਗਧੇ ਤੋਂ ਵੀ ਜ਼ਿਆਦਾ ਵੱਡਾ ਗਧਾ ਹੈ। ਤਾਂ ਇਹ ਮਾਂਸਾਹਾਰ ਦੇ ਪਕਸ਼ ਜੋ ਤਰਕ ਦਿੱਤੇ ਜਾਂਦੇ ਨੇ, ਇਹ ਗਧਿਆਂ ਤੋਂ ਵੱਧ ਗਧੇਪਨ ਦਾ ਤਰਕ ਨੇ। ਜਿਵੇਂ ਲੋਕੀ ਕਹਿੰਦੇ ਨੇ ਕਿ ਸਾਡੇ ਦਾਤਾਂ ਨੂੰ ਦੇਖੋ, ਸਾਡੀ ਆਤਾਂ ਨੂੰ ਦੇਖੋ। ਹਾਂ, ਕਹਿੰਦੇ ਨੇ ਸਾਡੇ ਦੰਦ ਵੇਖੋ, ਸਾਡੀਆਂ ਆਤਾਂ ਦੇਖੋ। ਸਾਡੇ ਕੋਲ ਵੀ ਤਾਂ ਇਹ ਇਧਰ ਵਾਲੇ ਦੰਦ ਹੈਗੇ ਨੇ, ਕੈਨਾਈਨਸ ਨੇ, ਜਿਹਦੇ ਨਾਲ ਮਾਸ ਫੜਿਆ ਜਾਂਦਾ ਹੈ। ਨਾਲੇ ਇਹ ਕਿ ਸਾਡੀਆਂ ਆਤਾਂ ਹਨ ਜੋ ਮਾਸ ਪਚਾ ਲੈਂਦੀਆਂ ਨੇ, ਤਾਂ ਅਸੀਂ ਕਾਹਨੂੰ ਨਹੀਂ ਖਾਵਾਂਗੇ। ਇਹ ਗਧਿਆਂ ਦੇ ਤਰਕ ਕਿਸ ਤਰੀਕੇ ਨਾਲ, ਮੈਂ ਕੋਈ ਗਾਲ ਮੰਦਾ ਨਹੀਂ ਕੱਢ ਰਿਹਾ ਹਾਂ। ਗਧਾ ਯਾਨੀ ਚੇਤਨਾਹੀਨ ਪਸ਼ੂ, ਮੈਂ ਉਹਦੇ ਪ੍ਰਤੀਕ ਦੇ ਤੌਰ ਤੇ ਗਧਾ ਕਹਿ ਰਿਹਾ ਹਾਂ ਜੀ। ਤੁਸੀਂ ਇਹ ਸਮਝ ਹੀ ਨਹੀਂ ਰਹੇ ਕਿ ਕੁਝ ਕੰਮ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਚੈਤਨਯ ਮਨੁੱਖ ਹੋ ਤੇ ਤੁਹਾਡੇ ਕੋਲ ਬੋਧ ਦੀ ਸਮਰੱਥਾ ਹੈ ਜੀ ਅਤੇ ਜ਼ਿੰਮੇਵਾਰੀ ਹੈ ਜੀ। ਸਮਝ ਆ ਰਹੀ ਹੈ ਗੱਲ। ਜਾਨਵਰ ਉਹ ਸਭ ਕੁਝ ਖਾ ਸਕਦਾ ਹੈ ਜੋ ਉਹ ਪਚਾ ਲੇਗਾ, ਤੁਸੀਂ ਉਹ ਸਭ ਕੁਝ ਨਹੀਂ ਖਾ ਸਕਦੇ ਜੋ ਤੁਸੀਂ ਪਚਾਓਗੇ। ਤੁਹਾਨੂੰ ਇਹ ਦੇਖ ਕੇ ਖਾਣਾ ਹੋਵੇਗਾ ਕਿ ਤੁਸੀਂ ਜੋ ਖਾ ਰਹੇ ਹੋ ਜੀ ਉਸ ਵਿੱਚ ਦੂਜੇ ਤੇ ਅਸਰ ਕੀ ਪੈ ਰਿਹਾ ਹੈ ਜੀ। ਤੁਸੀਂ ਇੱਕ ਬਹੁਤ ਬਿਮਾਰ ਆਦਮੀ ਹੋ, ਤੁਸੀਂ ਖਾਣਾ ਖਾਣ ਬੈਠੇ ਹੋ, ਇੱਕ ਬਾਂਦਰ ਆਉਂਦਾ ਹੈ, ਤੁਹਾਡਾ ਖਾਣਾ ਚੁੱਕ ਲੈ ਜਾਂਦਾ ਹੈ। ਕੀ ਬਾਂਦਰ ਨੂੰ ਤੁਸੀਂ ਇਹ ਕਹੋਗੇ ਕਿ ਭਗਵਾਨ ਤੁਹਾਨੂੰ ਸ਼ਰਾਪ ਦੇਗਾ? ਇਹਦਾ ਬੋਲੋਗੇ? ਨਹੀਂ। ਗੋਡ ਵਿਲ ਕਰਸ ਯੂ, ਤੁਸੀਂ ਇਹਦਾ ਬੋਲੋਗੇ ਕਿ ਬਾਂਦਰ ਨੂੰ? ਤੁਸੀਂ ਬਹੁਤ ਬਿਮਾਰ ਸੀ ਤੇ ਤੁਸੀਂ ਖਾਣਾ ਲੈ ਕੇ ਬੈਠੇ ਸੀ ਤੇ ਤੁਸੀਂ ਗਰੀਬ ਵੀ ਸੀ, ਤੁਸੀਂ ਬਿਮਾਰ ਹੋ, ਤੁਸੀਂ ਗਰੀਬ ਹੋ, ਤੁਸੀਂ ਖਾਣਾ ਲੈ ਕੇ ਬੈਠੇ ਹੋ, ਬਾਂਦਰ ਤੁਹਾਡਾ ਖਾਣਾ ਲੈ ਕੇ ਚਲਾ ਗਿਆ। ਤੁਸੀਂ ਇਹ ਨਹੀਂ ਬੋਲੋਗੇ ਕਿ ਬਾਂਦਰ ਨੂੰ ਅਪਰਾਧ ਕੀਤਾ ਤੈਨੂੰ ਪਾਪ ਲੱਗੇਗਾ, ਤੁਸੀਂ ਇਹਦਾ ਨਹੀਂ ਬੋਲੋਗੇ। ਲੇਕਿਨ ਕੋਈ ਇਨਸਾਨ ਆ ਕੇ ਕਿਸੇ ਬਿਮਾਰ ਤੇ ਗਰੀਬ ਦਾ ਖਾਣਾ ਖੋਵੇ ਤਾਂ ਤੁਸੀਂ ਕਹੋਗੇ ਨਾ ਕਿ ਤੂੰ ਗਲਤ ਕੀਤਾ ਜੀ। ਸ਼ੇਰ ਕਿਸੇ ਹਿਰਨ ਨੂੰ ਮਾਰ ਕੇ ਖਾ ਸਕਦਾ ਹੈ, ਸ਼ੇਰ ਨੇ ਕੁਝ ਵੀ ਗਲਤ ਨਹੀਂ ਕਰ ਦਿੱਤਾ। ਪਰ ਇਨਸਾਨ ਜੇ ਹਿਰਨ ਨੂੰ ਮਾਰ ਕੇ ਖਾ ਰਿਹਾ ਹੈ ਤਾਂ ਇਨਸਾਨ ਨੇ ਬਹੁਤ ਗਲਤ ਕਰਤਾ ਜੀ। ਜੋ ਨਿਯਮ ਜਾਨਵਰਾਂ ਦਾ ਹੈ ਉਹ ਨਿਯਮ ਇਨਸਾਨ ਤੇ ਨਹੀਂ ਲੱਗ ਸਕਦਾ ਜੀ। ਤੇ ਜੇ ਕੋਈ ਇਨਸਾਨ ਜਾਨਵਰਾਂ ਦੇ ਨਿਯਮ ਇਨਸਾਨਾਂ ਤੇ ਵੀ ਲਗਾਵੇਗਾ ਤਾਂ ਉਸ ਇਨਸਾਨ ਨੂੰ ਸਜ਼ਾ ਇਹ ਮਿਲੇਗੀ ਕਿ ਉਹ ਜਾਨਵਰ ਬਣ ਜਾਵੇਗਾ। ਸਮਝ ਆ ਰਹੀ ਹੈ ਗੱਲ। ਬਾਂਦਰ ਨੇ ਚੋਰੀ ਕਰਕੇ ਖਾ ਲਿਆ, ਬਾਂਦਰ ਨੂੰ ਕੋਈ ਸਜ਼ਾ ਨਹੀਂ ਹੈ। ਸ਼ੇਰ ਨੇ ਹਿਰਨ ਮਾਰ ਕੇ ਖਾ ਲਿਆ, ਸ਼ੇਰ ਨੂੰ ਕੋਈ ਸਜ਼ਾ ਨਹੀਂ ਹੈ। ਲੇਕਿਨ ਇਨਸਾਨ ਚੋਰੀ ਕਰਕੇ ਖਾਏਗਾ ਤਾਂ ਸਜ਼ਾ ਹੈ ਜੀ। ਇਨਸਾਨ ਹਿਰਨ ਨੂੰ ਮਾਰੇਗਾ ਤਾਂ ਸਜ਼ਾ ਹੈ ਜੀ, ਕਿਉਂਕਿ ਇਨਸਾਨ ਸਭ ਜਾਨਵਰਾਂ ਤੋਂ ਅਲੱਗ ਹੈ। ਇਸ ਕਰਕੇ ਇਨਸਾਨ ਤੇ ਨਿਯਮ ਵੀ ਅਲੱਗ ਲੱਗਦੇ ਜੀ। ਤੇ ਜੇਕਰ ਤੁਸੀਂ ਗਧੇ ਦਾ ਤੇ ਬਾਂਦਰ ਦਾ ਤੇ ਸ਼ੇਰ ਦਾ ਹੀ ਉਦਾਹਰਣ ਲੈਣਾ ਚਾਹੁੰਦੇ ਹੋ ਭਾਈ, ਤਾਂ ਫਿਰ ਮੈਂ ਕਹਿਣਾ ਹਾਂ ਕਿ ਤੁਸੀਂ ਗਧੇ, ਬਾਂਦਰ ਤੇ ਸ਼ੇਰ ਵਰਗਾ ਹੀ ਜੀਵਨ ਕਿਉਂ ਨਹੀਂ ਗੁਜ਼ਾਰਦੇ ਭਾਈ? ਉਹ ਤਾਂ ਪੂਰੀ ਤਰ੍ਹਾਂ ਪ੍ਰਾਕ੍ਰਿਤਿਕ ਜੀਵਨ ਜੀਂਦੇ ਨੇ। ਤੁਸੀਂ ਇਹ ਇੱਟ ਪੱਥਰ ਦਾ ਘਰ ਕਿਉਂ ਬਣਾਇਆ ਹੈ? ਤੁਸੀਂ ਮੋਬਾਈਲ ਕਿਉਂ ਇਸਤੇਮਾਲ ਕਰਦੇ ਹੋ? ਸ਼ੇਰ ਤਾਂ ਮੋਬਾਈਲ ਇਸਤੇਮਾਲ ਨਹੀਂ ਕਰਦਾ। ਸ਼ੇਰ ਨੂੰ ਤਾਂ ਜੋ ਸ਼ੇਰਨੀ ਮਿਲ ਗਈ ਉਹਦੇ ਨਾਲ ਚੱਲ ਦਿੰਦਾ ਹੈ। ਅੱਜ ਇੱਕ ਸ਼ੇਰਨੀ ਦੇ ਨਾਲ ਹੈ, ਕੱਲ ਦੂਜੀ ਸ਼ੇਰਨੀ ਦੇ ਨਾਲ ਹੈ। ਤੁਸੀਂ ਕਿਉਂ ਕਹਿੰਦੇ ਹੋ ਕਿ ਮੇਰੀ ਪਤਨੀ ਸਿਰਫ ਮੇਰੀ ਪਤਨੀ ਹੈ, ਮੇਰੇ ਗੁਆਂਢੀ ਦੀ ਪਤਨੀ ਨਹੀਂ ਹੈ? ਸ਼ੇਰ ਤਾਂ ਵਿਆਹ ਨਹੀਂ ਕਰਦਾ, ਸ਼ੇਰ ਦੰਦ ਵੀ ਨਹੀਂ ਮਾਂਜਦਾ। ਤੁਸੀਂ ਇਹ ਸਭ ਕਿਉਂ ਕਰਦੇ ਹੋ? ਸ਼ੇਰ ਦੇ ਕੋਲ ਭਾਸ਼ਾ ਵੀ ਨਹੀਂ ਹੈ, ਸ਼ੇਰ ਦੇ ਕੋਲ ਵਿਚਾਰ ਵੀ ਨਹੀਂ ਹੈ, ਤੇ ਬਾਂਦਰ ਦੇ ਕੋਲ ਕੋਈ ਧਰਮ ਨਹੀਂ ਹੈ, ਤੇ ਗਧੇ ਦੇ ਉੱਪਰ ਕੋਈ ਕਰਤੱਵ, ਕੋਈ ਜ਼ਿੰਮੇਵਾਰੀ ਨਹੀਂ ਹੈ ਜੀ। ਤਾਂ ਜੇਕਰ ਤੁਸੀਂ ਇਹਨਾਂ ਜਾਨਵਰਾਂ ਦੀ ਦਲੀਲਾਂ ਦੇਣਾ ਚਾਹੁੰਦੇ ਹੋ ਤੇ ਲੋਕ ਆਂਦੇ ਨੇ, ਕਹਿੰਦੇ ਨੇ, ਅਰੇ ਦੇਖੋ ਬੱਬਰ ਸ਼ੇਰ ਨੂੰ ਦੇਖੋ, ਉਹ ਤਾਂ ਮਾਰ ਕੇ ਖਾਂਦਾ ਹੈ ਨਾ, ਤਾਂ ਅਸੀਂ ਵੀ ਬੱਬਰ ਸ਼ੇਰ ਹਾਂ, ਅਸੀਂ ਵੀ ਮਾਰ ਕੇ ਖਾਵਾਂਗੇ। ਤਾਂ ਤੁਸੀਂ ਜੇਕਰ ਬੱਬਰ ਸ਼ੇਰ ਦਾ ਹੀ ਉਦਾਹਰਣ ਦੇਣਾ ਹੈ ਤਾਂ ਜਾਓ ਨਾ ਜੰਗਲ ਵਿੱਚ, ਜੰਗਲ ਵਿੱਚ ਬੱਬਰ ਸ਼ੇਰ ਦੀ ਤਰ੍ਹਾਂ ਜੀਓ। ਜਾਂ ਬਸ ਇੱਕ ਗੱਲ 'ਚ ਤੁਹਾਨੂੰ ਬੱਬਰ ਸ਼ੇਰ ਦੀ ਬਰਾਬਰੀ ਕਰਨੀ ਹੈ ਕਿ ਉਹ ਮਾंस ਖਾਂਦਾ ਤਾਂ ਮੈਂ ਵੀ ਮਾंस ਖਾਵਾਂਗਾ। ਬੱਬਰ ਸ਼ੇਰ, ਮੈਂ ਕਿਹਾ ਸੀ ਇੱਕ ਵਾਰ, ਲੋਕਾਂ ਨੂੰ ਬੜਾ ਮਜ਼ਾ ਆਇਆ। ਮੈਂ ਕਿਹਾ ਬੱਬਰ ਸ਼ੇਰ ਤਾਂ ਕੱਛਾ ਵੀ ਨਹੀਂ ਪਾਉਂਦਾ। ਤੁਸੀਂ ਕਾਹਦੇ ਲਈ ਪੂਰਾ ਚੱਡੀਬਾਜ਼ੀ ਤਾਂ ਜੋ ਵੀ ਪਾਉਂਦੇ ਹੋ ਪੂਰਾ ਉੱਪਰ ਲੈ ਕੇ ਥੱਲੇ ਤੱਕ ਕਾਹਨੂੰ ਘੁੰਮ ਰਹੇ ਹੋ? ਤੁਸੀਂ ਵੀ ਨੰਗੇ ਹੋ ਜਾਓ ਬੱਬਰ ਸ਼ੇਰ ਦੀ ਤਰ੍ਹਾਂ। ਤੇ ਬੱਬਰ ਸ਼ੇਰ ਦਾ ਹੀ ਉਦਾਹਰਣ ਕਿਉਂ ਦੇ ਰਹੇ ਹੋ? ਗਧੇ ਦਾ ਦਿਓ ਨਾ। ਕੁਦਰਤੀ ਤੌਰ ਤੇ ਤਾਂ ਸਿਰਫ ਬੱਬਰ ਸ਼ੇਰ ਨਹੀਂ ਜਿੰਦਾ ਹੈ, ਗਧਾ ਵੀ ਪੂਰਾ ਪ੍ਰਾਕ੍ਰਿਤਿਕ ਹੈ। ਤਾਂ ਬੋਲੋ ਮੈਂ ਗਧਾ ਹਾਂ, ਤੇ ਜਿਵੇਂ ਗਧਾ ਜੋ ਮਨ ਵਿੱਚ ਆਉਂਦਾ ਚਰਦਾ ਹੈ, ਮੈਂ ਵੀ ਚਰਾਂਗਾ। ਇਹ ਬੇਕਾਰ ਦੇ ਤਰਕ ਹਨ। ਇਨਸਾਨ ਸਭ ਜੀਵਾਂ ਵਿੱਚ ਸਭ ਤੋਂ ਵੱਡਾ ਹੈ, ਆਕਾਰ ਵਿੱਚ ਵੱਡਾ ਨਹੀਂ ਹੈ, ਬੋਧ ਵਿੱਚ ਵੱਡਾ ਹੈ। ਇਸ ਕਰਕੇ ਸਭ ਤੋਂ ਜ਼ਿਆਦਾ ਉਹਦੇ ਉੱਪਰ ਜ਼ਿੰਮੇਵਾਰੀ ਹੈ। ਇਹ ਸਭ ਪਸ਼ੂ ਪੰਛੀ ਇਹ ਸਾਡੇ ਬੱਚੇ ਨੇ, ਅਸੀਂ ਇਹਨਾਂ ਦੇ ਗਾਰਡੀਅਨ ਹਾਂ ਜੀ, ਅਸੀਂ ਇਹਨਾਂ ਦੇ ਰਕਸ਼ਕ ਹਾਂ ਜੀ। ਇਸ ਪੂਰੀ ਪ੍ਰਿਥਵੀ
ਦੇ ਟਰਸਟੀ ਹਾਂ ਅਸੀਂ ਟਰਸਟੀ ਸਮਝਦੇ ਹੋ ਜਿਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਸ ਤੇ ਵਿਸ਼ਵਾਸ ਕਰਕੇ ਜੀ ਯਕੀਨ ਕੀਤਾ ਗਿਆ ਹੈ ਕਿ ਹੁਣ ਇਸ ਸਭ ਦੀ ਦੇਖਭਾਲ ਕਰੇਗਾ ਕਿਉਂਕਿ ਇਹ ਵੱਡਾ ਹੈ ਸਭ ਦਾ ਅਗਰ ਧਰਤੀ ਪੂਰਾ ਇੱਕ ਘਰ ਹੈ ਵਸੁਧੈਵ ਕੁਟੁੰਬਕਮ ਜੀ ਤਾਂ ਮਨੁੱਖ ਉਸ ਘਰ ਦਾ ਵੱਡਾ ਹੈ ਘਰ ਦਾ ਵੱਡਾ ਸਮਝਦੇ ਹੋ ਹੂੰ ਜੋ ਘਰ ਵਿੱਚ ਸਭ ਤੋਂ ਉੱਚਾ ਹੁੰਦਾ ਹੈ ਜੀ ਦ ਸੀਨੀਅਰ ਆਫ ਦ ਫੈਮਿਲੀ ਹੂੰ ਤਾਂ ਪੂਰੀ ਧਰਤੀ ਜੇ ਇੱਕ ਕੁਟੁੰਬ ਇੱਕ ਟੱਬਰ ਹੈ ਤਾਂ ਮਨੁੱਖ ਉਸ ਕੁਟੁੰਬ ਦਾ ਹੂੰ। ਸਭ ਤੋਂ ਵੱਡਾ ਹੈ ਘਰ ਦਾ ਵੱਡਾ ਜੀ। ਹੈ ਜੋ ਘਰ ਦਾ ਵੱਡਾ ਹੁੰਦਾ ਹੈ ਉਹ ਘਰ ਦੇ ਛੋਟਿਆਂ ਨੂੰ ਮਾਰ ਕੇ ਖਾਵੇਗਾ ਕੀ ਹੂੰ। ਜਾਂ ਘਰ ਦੇ ਛੋਟਿਆਂ ਦੀ ਰੱਖਿਆ ਕਰਨ ਦੀ ਉਹਦੀ ਜ਼ਿੰਮੇਵਾਰੀ ਹੈ ਜੀ ਤਾਂ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹਨਾਂ ਪੇੜ ਪੌਦਿਆਂ ਦੀ ਸੁਰੱਖਿਆ ਕਰੀਏ ਹੂੰ। ਇਹ ਸਭ ਛੋਟੇ ਜੀਵ ਨੇ ਭਾਵੇਂ ਵੱਡੇ ਜੀਵ ਨੇ ਹਾਥੀ ਹੋਵੇ ਕੋਈ ਹੋਵੇ ਵੱਡਾ ਜੀਵ ਹੋਵੇ ਇਹ ਸਭ ਸਾਡੇ ਤੋਂ ਛੋਟੇ ਨੇ ਕਿਸ ਵਿੱਚ ਛੋਟੇ ਨੇ ਕੌਨਸ਼ੀਅਸਨੈਸ ਵਿੱਚ ਚੇਤਨਾ ਵਿੱਚ ਸਾਡੇ ਤੋਂ ਛੋਟੇ ਨੇ ਤਾਂ ਇਹ ਸਾਡੇ ਬੱਚੇ ਹਨ ਇਹ ਛੋਟੇ ਬੱਚੇ ਨੇ ਸਾਡੇ ਸਾਨੂੰ ਇਹਨਾਂ ਦੀ ਦੇਖਭਾਲ ਕਰਨੀ ਹੈ ਸਾਨੂੰ ਇਹਨਾਂ ਨੂੰ ਮਾਰ ਕੇ ਨਹੀਂ ਖਾਣਾ ਹੈ ਤੇ ਸਾਡੀ ਜ਼ਿੰਮੇਵਾਰੀ ਅਲੱਗ ਹੈ ਇਹਨਾਂ ਦੀ ਜ਼ਿੰਮੇਵਾਰੀ ਅਲੱਗ ਹੈ ਜੀ ਜੀ ਹੈ ਨਾ ਉਹ ਤੁਸੀਂ ਸੁਣਿਆ ਨਾ क्षमा बड़न को चाहिए और छोटन को उत्पात जो नियम ਵੱਡਿਆਂ ਤੇ ਲੱਗਦਾ ਹੈ ਉਹ ਛੋਟਿਆਂ ਤੇ ਨਹੀਂ ਜੀ। ਲੱਗਦਾ ਛੋਟਾ ਜੇ ਨਾਦਾਨੀ ਵੀ ਕਰ ਰਿਹਾ ਹੈ ਤਾਂ ਉਸ ਨੂੰ ਮਾਫੀ ਹੈ ਉਹ ਲੇਕਿਨ ਜੋ ਵੱਡਾ ਹੈ ਉਹ ਨਾਦਾਨੀ ਨਹੀਂ ਕਰ ਸਕਦਾ ਵੱਡੇ ਦਾ ਕੰਮ ਹੈ ਛੋਟੇ ਦੇ ਸ਼ਰਾਰਤ ਨੂੰ ਮਾਫ ਕਰ ਦੇਣਾ ਤਾਂ ਮਨੁੱਖ ਦੇ ਉੱਪਰ ਜੋ ਨਿਯਮ ਲੱਗਦਾ ਹੈ ਉਹ ਜਾਨਵਰਾਂ ਤੇ ਨਹੀਂ ਲੱਗਦਾ ਜਾਨਵਰ ਜੋ ਕਰੇ ਸੋ ਕਰੇ ਸਾਡਾ ਕੰਮ ਹੈ ਕਿ ਅਸੀਂ ਆਪਣੀ ਗਰਿਮਾ ਵਿੱਚ ਜੀਵੀਏ ਆਪਣੇ ਬੋਧ ਆਪਣੀ ਜ਼ਿੰਮੇਵਾਰੀ ਵਿੱਚ ਜੀਵੀਏ ਅਸੀਂ ਕਿਸੇ ਛੋਟੇ ਦਾ ਜੇ ਸ਼ੋਸ਼ਣ ਕਰੀਏ ਤਾਂ ਕਿੰਨੀ ਗੰਦੀ ਤੇ ਕਿੰਨੀ ਜ਼ਲੀਲ ਗੱਲ ਹੈ ਨਾ ਤੁਸੀਂ ਇੱਕ ਜਾਨਵਰ ਨੂੰ ਇਸ ਲਈ ਤਾਂ ਮਾਰ ਕੇ ਖਾ ਲੈਂਦੇ ਹੋ ਨਾ ਕਿਉਂਕਿ ਛੋਟਾ ਹੈ ਤੁਹਾਡੇ ਤੋਂ ਤਾਕਤ ਵਿੱਚ ਚੇਤਨਾ ਵਿੱਚ ਤੁਹਾਡੇ ਤੋਂ ਛੋਟਾ ਹੈ ਤੁਸੀਂ ਬੁੱਧ ਲਗਾ ਕੇ ਉਸ ਨੂੰ ਫੜ ਲੈਂਦੇ ਹੋ ਤੁਸੀਂ ਆਪਣੀ ਤਾਕਤ ਦੀ ਵਰਤੋਂ ਕਰਕੇ ਉਹਨੂੰ ਵੱਢ ਲੈਂਦੇ ਹੋ ਇਹ ਵੱਡਿਆਂ ਨੂੰ ਸ਼ੋਭਾ ਨਹੀਂ ਦਿੰਦਾ ਤਾਕਤ ਦੀ ਪਹਿਚਾਨ ਇਹ ਹੁੰਦੀ ਹੈ ਕਿ ਉਹ ਕਦੀ ਛੋਟਿਆਂ ਤੇ ਨਾ ਚਲਾਈ ਜਾਵੇ ਤਾਕਤ ਦੀ ਪਹਿਚਾਨ ਇਹ ਹੁੰਦੀ ਹੈ ਕਿ ਉਹ ਛੋਟਿਆਂ ਦੀ ਰੱਖਿਆ ਕਰਨੇ ਦੇ ਕੰਮ ਆਵੇ ਜੋ ਆਪਣੀ ਤਾਕਤ ਦਾ ਇਸਤੇਮਾਲ ਛੋਟਿਆਂ ਨੂੰ ਮਾਰਨ ਦੇ ਲਈ ਸਤਾਉਣ ਦੇ ਲਈ ਕਰੇ ਉਹ ਆਦਮੀ ਤਾਕਤਵਰ ਨਹੀਂ ਹੈ ਉਹ ਕਮਜ਼ੋਰ ਕਾਇਰ ਬੁਜ਼ਦਿਲ ਹੈ ਅਸਲੀ ਤਾਕਤਵਰ ਦੀ ਪਹਿਚਾਨ ਇਹ ਹੈ ਕਿ ਕਦੀ ਉਹ ਕਮਜ਼ੋਰ ਤੇ ਆਪਣੇ ਤੋਂ ਛੋਟੇ ਤੇ ਹੱਥ ਨਹੀਂ ਉਠਾਵੇਗਾ ਉਹਦਾ ਸ਼ੋਸ਼ਣ ਨਹੀਂ ਕਰੇਗਾ ਜੀ ਜੀ ਤੁਸੀਂ ਜਿਵੇਂ ਇੱਕ ਗੱਲ ਕਹੀ ਕਿ ਜੋ ਬੰਦਰ ਚੁਰਾ ਕੇ ਖਾ ਲੈਂਦਾ ਹੈ ਤੇ ਉਹਨੂੰ ਕੋਈ ਪਾਪ ਨਹੀਂ ਲੱਗਦਾ ਉਦੋਂ ਕੁਝ ਗਲਤ ਨਹੀਂ ਹੁੰਦਾ ਪਰ ਇਨਸਾਨ ਇਹ ਕਰਦਾ ਹੈ ਤੇ ਫਿਰ ਉਹ ਗਲਤ ਗੱਲ ਹੈ ਜਿਵੇਂ ਸਹੀ ਗਲਤ ਦੀ ਤੁਸੀਂ ਜੋ ਗੱਲ ਕਰਦੇ ਹੋ ਤਾਂ ਸੁਣਿਆ ਵਿੱਚ ਏਦਾਂ ਵੀ ਲੱਗਦਾ ਹੈ ਕਿ ਸਮਾਜਿਕ ਸਾਡੇ ਉੱਤੇ ਸਹੀ ਗਲਤ ਦਾ ਜੋ ਪੈਮਾਨਾ ਰੱਖਿਆ ਹੈ ਤੁਸੀਂ ਉਹਦੀ ਗੱਲ ਕਰ ਰਹੇ ਹੋ ਜਾਂ ਫਿਰ ਕੋਈ ਹੋਰ ਸਹੀ ਗਲਤ ਮੈਂ ਧਰਮ ਦੀ ਗੱਲ ਕਰ ਰਿਹਾ ਹਾਂ ਤੇ ਮੈਂ ਜਦੋਂ ਧਰਮ ਕਹਿ ਰਿਹਾ ਹਾਂ ਤਾਂ ਮੈਂ ਕਿਸੇ ਪੰਥ ਵਿਸ਼ੇਸ਼ ਦੀ ਗੱਲ ਨਹੀਂ ਕਰ ਰਿਹਾ ਹਾਂ ਮੈਂ ਕਿਸੇ ਰਿਲੀਜਨ ਕਿਸੇ ਸਮੁਦਾਇ ਕਿਸੇ ਸੈਕਟ ਪੰਥ ਜਾਂ ਮਜ਼ਹਬ ਦੀ ਗੱਲ ਨਹੀਂ ਕਰ ਰਿਹਾ ਹਾਂ ਜੀ ਮੈਂ ਧਰਮ ਮਾਤਰ ਦੀ ਗੱਲ ਕਰ ਰਿਹਾ ਹਾਂ ਰਿਲੀਜੀਓਸਿਟੀ ਇਟਸੈਲਫ the very essence of religiousness ਮੈਂ ਵਿਸ਼ੁੱਧ ਅਧਿਆਤਮ ਦੀ ਗੱਲ ਕਰ ਰਿਹਾ ਹਾਂ ਜਦ ਮੈਂ ਸਹੀ ਗਲਤ ਕਹਿ ਰਿਹਾ ਹਾਂ ਤਾਂ ਮੈਂ ਕਿਸੇ ਸਮਾਜਿਕ ਨਿਯਮ ਕਾਇਦੇ ਕਾਨੂੰਨ ਤੋਂ ਨਹੀਂ ਕਹਿ ਰਿਹਾ ਹਾਂ ਮੈਂ ਕਹਿ ਰਿਹਾ ਹਾਂ ਕਿ ਇਹ ਤੁਹਾਡਾ ਦਿਲ ਹੈ ਤੁਸੀਂ ਇਨਸਾਨ ਪੈਦਾ ਹੋਏ ਹੋ ਤੇ ਤੁਹਾਡੇ ਕੋਲ ਚੇਤਨਾ ਹੈ ਉਹਦੇ ਨਾਤੇ ਤੁਹਾਡਾ ਇਹ ਫਰਜ਼ ਬਣਦਾ ਹੈ ਹਿੰਦੂ ਹੋਣ ਦੇ ਨਾਤੇ ਵੀ ਨਹੀਂ ਮੁਸਲਿਮ ਹੋਣ ਦੇ ਨਾਤੇ ਵੀ ਨਹੀਂ ਇਨਸਾਨ ਹੋਣ ਦੇ ਨਾਤੇ ਇਨਸਾਨ ਹੋਣ ਦੇ ਨਾਤੇ ਜੀ ਤੁਸੀਂ ਜੋ ਗੱਲ ਕਹੀ ਗਾਰਡੀਅਨਸ਼ਿਪ ਵਾਲੀ ਟਰਸਟੀਸ਼ਿਪ ਵਾਲੀ ਉਸ ਤੋਂ ਜੁੜਿਆ ਮੈਂ ਦੇਖਿਆ ਕਿ ਕਈ ਧਾਰਮਿਕ ਗ੍ਰੰਥ ਹਨ ਜੋ ਕਹਿੰਦੇ ਨੇ ਕਿ ਜਿਵੇਂ ਭਗਵਾਨ ਨੇ ਬੱਕਰੇ ਦੇ ਲਈ ਘਾਹ ਬਣਾਈ ਉਵੇਂ ਹੀ ਇਨਸਾਨ ਦੇ ਲਈ ਬੱਕਰਾ ਬਣਾਇਆ ਨਹੀਂ ਇਹ ਜੇਕਰ ਕਿਹਾ ਵੀ ਜਾ ਰਿਹਾ ਹੈ ਤਾਂ ਇਹਦਾ ਸਹੀ ਅਰਥ ਸਮਝਣਾ ਪਵੇਗਾ ਕਿਹਾ ਜਾ ਰਿਹਾ ਹੈ ਕਿ ਉੱਪਰ ਵਾਲੇ ਨੇ ਬੱਕਰੇ ਦੇ ਲਈ ਘਾਹ ਬਣਾਈ ਤੇ ਉਵੇਂ ਇਨਸਾਨ ਦੇ ਲਈ ਬੱਕਰਾ ਬਣਾਇਆ ਹੈ ਇਨਸਾਨ ਦੇ ਲਈ ਬੱਕਰਾ ਬਣਾਇਆ ਹੈ ਇਸ ਅਰਥ ਵਿੱਚ ਕਿ ਇਨਸਾਨ ਉਸ ਬੱਕਰੇ ਦੀ ਰੱਖਿਆ ਕਰੇ ਐਵੇਂ ਨਹੀਂ ਕਿ ਇਨਸਾਨ ਉਸ ਬੱਕਰੇ ਦਾ ਭਖਣ ਕਰੇ ਸੁਰੱਖਿਆ ਕਰਨੀ ਹੈ ਉਹਦੀ ਭਖਣ ਨਹੀਂ ਕਰਨਾ ਹੈ ਤਾਂ ਇਹ ਵੀ ਕਹਿਣਾ ਕਿ ਭਗਵਾਨ ਨੇ ਉਹ ਬੱਕਰਾ ਮੇਰੇ ਲਈ ਬਣਾਇਆ ਹੈ ਤਾਂ ਯਾਨੀ ਮੇਰੇ ਖਾਣ ਦੇ ਲਈ ਨਹੀਂ ਬਣਾਇਆ ਹੈ ਤੁਸੀਂ ਸਿਰਫ ਇੱਕ ਵੱਡਾ ਢਿੱਡ ਹੋ ਕੀ ਮੈਂ ਤੁਹਾਨੂੰ ਇਹ ਬੋਲਾਂ ਕਿ ਇਹ ਚੀਜ਼ ਤੁਹਾਡੇ ਲਈ ਹੈ ਤਾਂ ਤੁਸੀਂ ਤੁਰੰਤ ਉਹਨੂੰ ਖਾਣਾ ਸ਼ੁਰੂ ਕਰ ਦਿਓਗੇ ਕੀ ਤੁਸੀਂ ਜੇ ਇਹ ਬੋਲੋ ਵੀ ਕਿ ਇਨਸਾਨ ਨੇ ਬੱਕਰਾ ਭਗਵਾਨ ਨੇ ਉੱਪਰ ਵਾਲੇ ਨੇ ਗੋਡ ਨੇ ਖੁਦਾ ਨੇ ਬੱਕਰਾ ਬਣਾਇਆ ਹੈ ਇਨਸਾਨ ਦੇ ਲਈ ਤਾਂ ਉਹਨੇ ਬੋਲ ਦਿੱਤਾ ਅੱਛਾ ਠੀਕ ਹੈ ਉੱਪਰ ਵਾਲੇ ਨੇ ਬੱਕਰਾ ਇਨਸਾਨ ਦੇ ਲਈ ਬਣਾਇਆ ਹੈ ਸਮਝ ਆਈ ਗੱਲ ਤਾਂ ਜਦੋਂ ਵੀ ਤੁਹਾਨੂੰ ਬੋਲਿਆ ਜਾਂਦਾ ਹੈ ਕੋਈ ਚੀਜ਼ ਤੁਹਾਡੇ ਲਈ ਹੈ ਤੁਸੀਂ ਉਹਨੂੰ ਖਾਣਾ ਸ਼ੁਰੂ ਕਰ ਦਿੰਦੇ ਹੋ
ਤੁਹਾਡੇ ਸਾਹਮਣੇ ਕੁਝ ਵੀ ਰੱਖਿਆ ਜਾਵੇ ਕਿ ਮੈਂ ਤੁਹਾਡੇ ਲਈ ਜਿਵੇਂ ਜੁੱਤੇ ਲੈ ਕੇ ਆਵਾਂ ਇੱਕ ਜੋੜੀ, ਤੇ ਮੈਂ ਕਹਾਂ ਤੁਹਾਡੇ ਲਈ ਜੁੱਤੇ ਲੈ ਕੇ ਆਇਆ ਹਾਂ, ਤਾਂ ਤੁਸੀਂ ਜੁੱਤੇ ਖਾਣਾ ਸ਼ੁਰੂ ਕਰ ਦਿਓਗੇ ਕੀ? ਮੈਂ ਤੇਰੇ ਲਈ ਮੋਬਾਈਲ ਲੈ ਕੇ ਆਵਾਂ ਇੱਕ ਨਵਾਂ, ਮੈਂ ਤੇਰੇ ਲਈ ਮੋਬਾਈਲ ਲੈ ਕੇ ਆਇਆ ਹਾਂ, ਤਾਂ ਤੂੰ ਮੋਬਾਈਲ ਚਲਾਉਣਾ ਸ਼ੁਰੂ ਕਰ ਦੇਂਗਾ। ਔਰ ਤੁਸੀਂ ਸਮਝੋ ਤਾਂ ਕਿ ਉਹ ਕਿਸ ਅਰਥ ਵਿੱਚ ਤੁਹਾਡੇ ਲਈ ਹੈ। ਪੂਰੀ ਪ੍ਰਕਿਰਤੀ ਨਿਸ਼ਚਿਤ ਰੂਪ ਤੋਂ ਮਨੁੱਖ ਦੇ ਲਈ ਹੈ। ਕਿਸ ਅਰਥ ਵਿੱਚ? ਚਬਾਵਨ ਦੇ ਅਰਥ ਵਿੱਚ ਨਹੀਂ। ਕਿਸ ਅਰਥ ਵਿੱਚ ਪੂਰੀ ਪ੍ਰਕਿਰਤੀ, ਬੱਕਰਾ ਹੋਵੇ, ਪੇੜ ਹੋਵੇ, ਨਦੀ ਹੋਵੇ, ਪਹਾੜ ਹੋਣ, ਪੂਰੀ ਪ੍ਰਕਿਰਤੀ ਮਨੁੱਖ ਦੇ ਲਈ ਹੈ। ਪਰ ਕਿਸ ਅਰਥ ਵਿੱਚ ਹੈ? ਭੋਗ ਦੇ ਅਰਥ ਵਿੱਚ ਨਹੀਂ, ਕੰਜ਼ੰਪਸ਼ਨ ਦੇ ਅਰਥ ਵਿੱਚ ਨਹੀਂ ਹੈ। ਇਸ ਅਰਥ ਵਿੱਚ ਹੈ ਕਿ ਮਨੁੱਖ ਬੌਂਡੇਜ ਵਿੱਚ ਹੈ, ਬੰਧਨ ਵਿੱਚ ਹੈ, ਤੇ ਪ੍ਰਕਿਰਤੀ ਨਾਲ ਸਹੀ ਸੰਬੰਧ ਰੱਖ ਕੇ ਹੀ ਉਹਨੂੰ ਆਪਣੀ ਬੌਂਡੇਜ ਤੋਂ ਲਿਬਰੇਸ਼ਨ ਮਿਲਦਾ ਹੈ। ਲਿਬਰੇਸ਼ਨ ਹੁੰਦਾ ਹੈ। ਇਹ ਸਭ ਕੁਝ ਮੇਰੇ ਲਈ ਹੈ ਤਾਂ ਕਿ ਮੈਂ ਇਹਨੂੰ ਦੇਖਾਂ, ਸਮਝਾਂ, ਇਸ ਦਾ ਅਵਲੋਕਨ, ਨਿਰੀਖਣ ਕਰਾਂ, ਇਹਨੂੰ ਅਬਜ਼ਰਵ ਕਰਾਂ, ਤੇ ਇਹਦੇ ਆਬਜ਼ਰਵੇਸ਼ਨ ਤੇ ਅੰਡਰਸਟੈਂਡਿੰਗ ਦੇ ਮਾਧਿਅਮ ਤੋਂ ਮੈਨੂੰ ਲਿਬਰੇਸ਼ਨ ਮਿਲੇ। ਇਸ ਅਰਥ ਵਿੱਚ ਪੂਰੀ ਪ੍ਰਕਿਰਤੀ ਇਸ ਪੁਰਸ਼ ਦੇ ਲਈ ਹੈ। ਪੁਰਸ਼ ਯਾਨੀ ਕੌਨਸ਼ੀਅਸਨੈਸ, ਚੇਤਨਾ। ਇਹ ਜੋ ਪੂਰੀ ਪ੍ਰਕਿਰਤੀ ਹੈ ਇਸ ਪੁਰਸ਼ ਦੇ ਲਈ ਹੈ, ਤਾਂ ਕਿ ਇਸ ਪ੍ਰਕਿਰਤੀ ਦੇ ਮਾਧਿਅਮ ਤੋਂ ਪੁਰਸ਼ ਨੂੰ ਮੁਕਤੀ ਮਿਲ ਸਕੇ। ਪ੍ਰਕਿਰਤੀ ਮਾਧਿਅਮ ਬਣਦੀ ਹੈ ਇਸ ਪੁਰਸ਼ ਦੀ ਮੁਕਤੀ ਦਾ। ਪੁਰਸ਼ ਯਾਨੀ ਮੇਲ ਨਹੀਂ, ਪੁਰਸ਼ ਯਾਨੀ ਕੌਨਸ਼ੀਅਸਨੈਸ। ਤਾਂ ਪ੍ਰਕਿਰਤੀ ਮਾਧਿਅਮ ਬਣਦੀ ਹੈ ਚੇਤਨਾ ਦੀ ਮੁਕਤੀ ਦਾ। ਇਸ ਅਰਥ ਵਿੱਚ ਪ੍ਰਕਿਰਤੀ ਮੇਰੇ ਲਈ ਹੈ। ਪ੍ਰਕਿਰਤੀ ਮੇਰੇ ਚਬਾਉਣ ਲਈ ਥੋੜੀ ਹੈ ਕਿ ਕੋਈ ਬੋਲੇ ਕਿ ਇਹ ਪਹਾੜ ਤੁਹਾਡੇ ਲਈ ਹੈ ਤਾਂ ਮੈਂ ਜਾ ਕੇ ਪਹਾੜ ਨੂੰ ਵੱਢ ਦਿੱਤਾ। ਜੋ ਹੀ ਚੀਜ਼ ਮੇਰੇ ਲਈ ਹੈ ਮੈਂ ਉਹਨੂੰ ਵੱਢ ਦਿਆਂਗਾ। ਇਹ ਕਿਹੜਾ ਮਨ ਹੈ? ਇਹ ਕਿਸ ਤਰੀਕੇ ਦੀ ਸੋਚ ਹੈ ਕਿ ਜੋ ਕੁਝ ਮੇਰੇ ਲਈ ਹੈ ਤਾਂ ਮੈਂ ਉਹਨੂੰ ਖਾ ਜਾਵਾਂਗਾ? ਪਾਗਲਪਨੇ ਦੀ ਗੱਲ ਹੈ। ਐਵੇਂ ਤਾਂ ਮੈਂ ਤੁਹਾਨੂੰ ਲਿਆ ਕੇ ਦਵਾਂ, ਬੇਟਾ ਇਹ ਲਓ, ਇਹ ਮੈਂ ਤੁਹਾਡੇ ਲਈ ਨਵਾਂ ਦੋਸਤ ਲਿਆਇਆ ਹਾਂ। ਅੱਛਾ, ਦੋਸਤ ਮੇਰੇ ਲਈ ਹੈ, ਲਿਆਓ, ਮੈਂ ਦੋਸਤ ਨੂੰ ਹੀ ਚਬਾ ਜਾਵਾਂਗਾ। ਅਰੇ ਸਭ ਕੁਝ ਤੁਹਾਡੇ ਲਈ ਹੈ, ਦੋਸਤ ਦੀ ਤਰ੍ਹਾਂ, ਚਬਾਉਣ ਲਈ ਨਹੀਂ ਹੈ ਤੁਹਾਡੇ। ਜੀ ਜੀ। ਚਬਾਣੇ ਦਾ ਕੰਮ ਜਾਨਵਰਾਂ ਦਾ ਹੈ। ਇਨਸਾਨ ਵੀ ਚਬਾਉਂਦਾ ਹੈ, ਪਰ ਇਨਸਾਨ ਦੇ ਲਈ ਚਬਾਣਾ ਬਹੁਤ ਛੋਟੀ ਚੀਜ਼ ਹੈ। ਇਨਸਾਨ ਦੇ ਲਈ ਵੱਡੀ ਚੀਜ਼ ਕੀ ਹੈ? ਸੋਚ, ਬੋਧ, ਹਮਦਰਦੀ, ਕੰਪੈਸ਼ਨ। ਉਹ ਇਨਸਾਨ ਦੇ ਲਈ ਵੱਡੀ ਚੀਜ਼ ਹੈ। ਪੇਟ ਬਾਅਦ ਵਿੱਚ ਆਉਂਦਾ ਹੈ। ਕੋਈ ਇਨਸਾਨ ਹਾਇਰ, ਕੋਈ ਵੀ ਜਾਨਵਰ, ਮਾਫ ਕਰਨਾ, ਕੋਈ ਵੀ ਜਾਨਵਰ ਹਾਇਰ ਆਈਡੀਅਲਸ ਦੇ ਲਈ ਜਾਨ ਨਹੀਂ ਦਿੰਦਾ। ਤੁਸੀਂ ਕਦੇ ਸੁਣਿਆ ਕਿ ਜਾਨਵਰ ਨੇ ਅੱਛੇ ਆਦਰਸ਼ਾਂ ਦੇ ਲਈ ਜਾਨ ਦੇ ਦਿੱਤੀ? ਐਸਾ ਕਦੇ ਸੁਣਿਆ? ਐਸਾ ਨਹੀਂ ਹੁੰਦਾ, ਕਿਉਂਕਿ ਜਾਨਵਰ ਦੇ ਲਈ ਉਹਦਾ ਪੇਟ ਹੀ ਸਭ ਕੁਝ ਹੁੰਦਾ ਹੈ। ਉਹਦਾ ਜਿੱਥੇ ਪੇਟ ਭਰ ਰਿਹਾ ਹੋਏਗਾ ਉਹ ਉਧਰ ਚਲਾ ਜਾਂਦਾ ਹੈ। ਇਨਸਾਨ ਐਸਾ ਹੁੰਦਾ ਹੈ ਜੋ ਇੰਨੇ ਦਿਨ ਭੁੱਖਾ ਰਹੇਗਾ ਪਰ ਉੱਚੇ ਆਦਰਸ਼ ਦੇ ਲਈ ਅਟਲ ਰਹੇਗਾ, ਡਟਿਆ ਰਹੇਗਾ। ਤੇ ਐਸੇ ਉਦਾਹਰਣ ਸਾਨੂੰ ਹਰ ਧਰਮ ਵਿੱਚ ਮਿਲਦੇ ਨੇ। ਜੀ। ਕਿਹੜਾ ਐਸਾ ਧਰਮ ਹੈ ਜਿਸ ਵਿੱਚ ਇਹ ਉਦਾਹਰਣ ਨਹੀਂ ਹੈ ਕਿ ਲੋਕਾਂ ਨੇ ਭੁੱਖੇ ਰਹਿ ਕੇ ਸੱਚਾਈ ਦੀ ਲੜਾਈ ਨਾ ਲੜੀ ਹੋਵੇ? ਜੀ। ਭਾਵੇਂ ਕੋਈ ਵੀ ਤੁਸੀਂ ਗੱਲ ਕਰ ਲਓ। ਅਜੇ ਅਸੀਂ ਬਕਰੀਦ ਦੇ ਸੰਦਰਭ ਵਿੱਚ ਗੱਲ ਕਰ ਰਹੇ ਹਾਂ ਤੇ ਮੈਨੂੰ ਇਸਲਾਮ ਤੋਂ ਕਰਬਲਾ ਦੀ ਯਾਦ ਆਉਂਦੀ ਹੈ ਕਿ ਭੁੱਖੇ ਰਹਿ ਕੇ ਲੜਿਆ ਜਾ ਰਿਹਾ ਹੈ। ਕਿਉਂ? ਕਿਉਂਕਿ ਪੇਟ ਛੋਟੀ ਚੀਜ਼ ਹੈ। ਪੇਟ ਤੋਂ ਬਹੁਤ ਉੱਪਰ ਕੁਝ ਹੋਰ ਹੁੰਦਾ ਹੈ ਤੇ ਉਹਦੀ ਖਾਤਰ ਅਸੀਂ ਪੇਟ ਨੂੰ ਦਰਕਿਨਾਰ ਕਰ ਸਕਦੇ ਹਾਂ। ਇਹ ਉਹ ਸਿਧਾਂਤ ਹੈ ਜੋ ਸਾਨੂੰ ਯਾਦ ਰੱਖਣਾ ਹੈ। ਜੀ ਜੀ। ਇਸ ਵਿੱਚ ਮੈਂ ਇੱਕ ਹੋਰ ਚੀਜ਼ ਦੇਖਦਾ, ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਇਨਸਾਨ ਸਭ ਤੋਂ ਵੱਡਾ ਹੈ ਕਿਉਂਕਿ ਇਨਸਾਨ ਦੀ ਚੇਤਨਾ ਬਾਕੀ ਸਾਰੇ ਜਾਨਵਰਾਂ ਤੋਂ ਵੱਡੀ ਹੈ। ਮੈਂ ਦੇਖਦਾ ਕਿ ਲੋਕ ਇਹਦੇ ਵਿੱਚ ਦੂਜਾ ਤਰਕ ਲਗਾਉਂਦੇ ਨੇ ਫੂਡ ਚੇਨ ਦੀ, ਕਿ ਦੇਖੋ ਜੰਗਲ ਦਾ ਨਿਯਮ ਤਾਂ ਇਹੀ ਹੈ ਕਿ ਛੋਟੇ ਜਾਨਵਰ ਨੂੰ ਵੱਡਾ ਜਾਨਵਰ ਖਾਂਦਾ। ਜੰਗਲ ਦਾ ਨਿਯਮ ਇਨਸਾਨ ਤੇ ਲਾਗੂ ਨਹੀਂ ਹੁੰਦਾ ਭਾਈ। ਤੁਸੀਂ ਜੰਗਲ ਤੋਂ ਕਦੋਂ ਦੇ ਬਾਹਰ ਆ ਗਏ? ਤੁਸੀਂ ਜੇ ਹਲੇ ਜੰਗਲੀ ਹੀ ਹੁੰਦੇ ਤਾਂ ਤੁਹਾਨੂੰ ਧਰਮ ਕਿਉਂ ਮਿਲਦਾ? ਜੰਗਲ ਵਿੱਚ ਕਿਸੇ ਜਾਨਵਰ ਦੇ ਕੋਲ ਧਰਮ ਹੁੰਦਾ ਹੈ ਕੀ? ਨਹੀਂ। ਤੇ ਜੋ ਲੋਕ ਆਪਣੀ ਧਾਰਮਿਕ ਪੂਰਵਾਗ੍ਰਹਾਂ, ਆਪਣੇ ਰਿਲੀਜੀਅਸ ਬਾਇਸਿਸ ਤੇ ਬਿਲੀਫਸ ਦੀ ਰੱਖਿਆ ਦੇ ਲਈ ਕਹਿੰਦੇ ਨੇ ਕਿ ਜੰਗਲ ਵਿੱਚ ਤਾਂ ਫੂਡ ਚੇਨ ਚੱਲਦੀ ਹੈ, ਮੈਂ ਉਹਨਾਂ ਨੂੰ ਕਹਿ ਰਿਹਾ ਹਾਂ ਜੰਗਲ ਵਿੱਚ ਰਿਲੀਜਨ ਨਹੀਂ ਚੱਲਦਾ। ਤਾਂ ਤੁਸੀਂ ਰਿਲੀਜਨ ਦਾ ਨਾਮ ਕਿਉਂ ਲੈ ਰਹੇ ਹੋ ਫਿਰ? ਜੇ ਤੁਸੀਂ ਜੰਗਲ ਦੀ ਹੀ ਦੁਹਾਈ ਤੇ ਦਲੀਲ ਦੇਣੀ ਹੈ ਤਾਂ ਰਿਲੀਜਨ ਨੂੰ ਫਿਰ ਇੱਕ ਪਾਸੇ ਰੱਖੋ ਨਾ। ਜੰਗਲ ਵਿੱਚ ਕਿਹਦੇ ਕੋਲ ਰਿਲੀਜਨ ਹੁੰਦਾ ਹੈ? ਸ਼ੇਰ ਕੋਲ, ਬਾਂਦਰ ਕੋਲ, ਕਿਹਦੇ ਕੋਲ ਹੁੰਦਾ ਹੈ? ਰਿਲੀਜਨ ਦਾ ਮਤਲਬ ਇਹ ਹੈ ਕਿ ਹੁਣ ਤੁਹਾਡੇ ਲਈ ਜੰਗਲ ਤੋਂ ਵੱਡਾ ਕੁਝ ਹੋਰ ਹੋ ਗਿਆ ਹੈ। ਜੰਗਲ ਤੋਂ ਜਿਹਦੇ ਲਈ ਕੁਝ ਹੋਰ ਵੱਡਾ ਹੋ ਗਿਆ, ਉਹ ਵਿਅਕਤੀ ਹੁਣ ਧਾਰਮਿਕ ਹੋ ਗਿਆ। ਧਰਮ ਦਾ ਕੰਮ ਇਹ ਤੁਹਾਨੂੰ ਜੰਗਲ ਤੋਂ ਬਾਹਰ ਖਿੱਚ ਕੇ ਲਿਆਣਾ। ਤਾਂ ਜੰਗਲ ਦੇ ਨਿਯਮਾਂ ਦੀ ਦੁਹਾਈ ਨਾ ਦਿਓ। ਫੂਡ ਚੇਨ ਤੇ ਇਹ ਸਭ, ਇਹ ਗੱਲ ਕੀੜੇ ਮਕੌੜਿਆਂ ਤੇ ਲਾਗੂ ਹੁੰਦੀ ਹੈ, ਇਨਸਾਨਾਂ ਤੇ ਲਾਗੂ ਨਹੀਂ ਹੁੰਦੀ। ਇਨਸਾਨ ਨੂੰ ਦੇਖਣਾ ਹੋਵੇਗਾ ਕਿ ਉਹ ਕਿਸ ਤਰੀਕੇ ਨਾਲ ਜ਼ਿਆਦਾ ਤੋਂ ਜ਼ਿਆਦਾ ਜੀਵਾਂ ਦੀ ਰੱਖਿਆ ਕਰ ਸਕੇ। ਵੀ ਆਰ ਦ ਗਾਰਡੀਅਨਸ। ਅਸੀਂ ਬਾਪ ਹਾਂ। ਇਹ ਪੂਰੀ ਪ੍ਰਿਥਵੀ ਸਾਡੀ ਟਰਸਟੀਸ਼ਿਪ ਵਿੱਚ ਹੈ। ਸਾਨੂੰ ਸਭ ਦੀ ਰੱਖਿਆ ਕਰਨੀ ਹੈ।
ਅਸੀਂ ਇੱਥੇ ਬੁੱਧੀ ਅਤੇ ਤਾਕਤ ਲੈ ਕੇ ਇਸ ਕਰਕੇ ਨਹੀਂ ਆਏ ਹਾਂ ਕਿ ਇਹ ਸਭ ਦਾ ਨਾਸ਼ ਕਰ ਦਿਆਂਗੇ। ਉਹ ਬੜਾ ਗਲਤ ਤਰੀਕਾ ਇਸ ਧਰਤੀ ਨੂੰ ਵੇਖਣ ਦਾ। ਮੈਂ ਸਭ ਤੋਂ ਜ਼ਿਆਦਾ ਬੁੱਧੀ ਵਾਲਾ ਤੇ ਹੋਸ਼ਿਆਰ ਹਾਂ, ਤਾਂ ਇਸ ਲਈ ਮੈਂ ਸਭ ਨੂੰ ਫੜ ਕੇ ਖਾ ਜਾਵਾਂਗਾ, ਸਭ ਦਾ ਐਕਸਪਲੋਇਟੇਸ਼ਨ ਕਰਾਂਗਾ। ਇਹ ਕਿੰਨਾ ਗਲਤ ਤਰੀਕਾ ਧਰਤੀ ਨੂੰ ਵੇਖਣ ਦਾ। ਤੁਸੀਂ ਬਾਪ ਹੋ ਸਭ ਦੇ, ਤੁਹਾਡੇ ਬੱਚੇ ਨੇ ਸਭ ਛੋਟੇ-ਛੋਟੇ, ਤੁਹਾਨੂੰ ਇਹਨਾਂ ਦੀ ਪਰਵਰਿਸ਼ ਕਰਨੀ ਹੈ ਤੇ ਉਹਨਾਂ ਦੀ ਪਰਵਰਿਸ਼ ਕਰਨ ਵਿੱਚ ਹੀ ਤੁਹਾਡਾ ਆਪਣਾ ਵੀ ਕਲਿਆਣ ਹੈ। ਪ੍ਰਕਿਰਤੀ ਨਾਲ ਸਹੀ ਸੰਬੰਧ ਰੱਖਣ ਵਿੱਚ ਹੀ ਚੇਤਨਾ ਦਾ ਵੀ ਕਲਿਆਣ ਹੈ ਜੀ, ਪੁਰਸ਼ ਦਾ ਵੀ। ਜੀ ਮੈਨੂੰ ਇਸੇ ਤੋਂ ਇੱਕ ਚੀਜ਼ ਯਾਦ ਆ ਰਹੀ ਹੈ ਕਿ ਲੋਕ ਪੁਰਸ਼ਾਰਥ ਦੀ ਬੜੀ ਗੱਲ ਕਰਦੇ ਨੇ, ਲੋਕ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਗੱਲ ਕਰਦੇ ਨੇ, ਪਰ ਇਸ ਤਰੀਕੇ ਨਾਲ ਪੁਰਸ਼ਾਰਥ ਨੂੰ ਨਹੀਂ ਵੇਖਿਆ ਜਾਂਦਾ ਕਿ ਤੁਸੀਂ ਗਾਰਡੀਅਨਸ਼ਿਪ ਵਿੱਚ ਹੋ। ਹਾਂ, ਪੁਰਸ਼ਾਰਥ ਦਾ ਮਤਲਬ ਹੀ ਇਹੋ ਹੀ ਹੁੰਦਾ ਹੈ ਕਿ ਤੁਸੀਂ ਇੱਕ ਵਿਆਪਕ ਜ਼ਿੰਮੇਵਾਰੀ ਸਵੀਕਾਰ ਕਰੋ। ਆਪਣੇ ਲਈ ਤਾਂ ਹਰ ਕੀੜਾ ਮਕੌੜਾ ਜੀ ਰਿਹਾ ਹੈ ਭਾਈ, ਆਪਣੇ ਲਈ ਯਾਨੀ ਆਪਣੇ ਪੇਟ ਦੇ ਲਈ ਜੀ, ਆਪਣੀ ਪ੍ਰਜਾਤੀ ਨੂੰ ਅੱਗੇ ਵਧਾਉਣ ਦੇ ਲਈ, ਆਪਣੇ ਲਈ ਕੋਈ ਨਰ ਜਾਂ ਮਾਦਾ ਖੋਜਣ ਦੇ ਲਈ, ਤਾਂ ਇਹ ਸਭ ਜੀ ਰਹੇ ਨੇ। ਇਨਸਾਨ ਉਹ ਹੈ ਨਾ ਜੋ ਆਪਣੇ ਤੋਂ ਅੱਗੇ ਦਾ ਵੀ ਕੋਈ ਜ਼ਿੰਮਾ ਸਵੀਕਾਰ ਕਰ ਪਾਏ, ਉਸ ਨੂੰ ਇਨਸਾਨ ਕਹਿੰਦੇ ਨੇ ਜੀ। ਜੋ ਸਿਰਫ ਆਪਣੇ ਲਈ ਜੀ ਰਿਹਾ ਹੈ, ਉਹ ਕਾਹਦਾ ਇਨਸਾਨ ਜੀ। ਅੱਛਾ, ਹੁਣ ਜੋ ਮੇਰੇ ਸਾਹਮਣੇ ਕੁਝ ਤਰਕ ਆਏ ਸੀ, ਉਹ ਥੋੜੇ ਜੇ ਸਾਇੰਸ ਦੇ ਪੰਖ ਵੱਧ ਰਹੇ ਸੀ। ਉਸ ਵਿੱਚ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਕਿ ਦੇਖੋ ਸਰ, ਅਸੀਂ ਮਾਂਸਾਹਾਰ ਨਹੀਂ ਕਰਾਂਗੇ ਤਾਂ ਸਾਨੂੰ B12 ਕਿੱਥੋਂ ਮਿਲੇਗਾ, ਜੋ ਵਿਟਾਮਿਨ B12 ਹੁੰਦਾ ਹੈ। ਕਿੱਥੋਂ ਦੀ ਲੱਭ ਕੇ ਲਿਆਂਦੇ ਨੇ ਇਹ ਤਰਕ। ਅੱਛਾ ਠੀਕ ਹੈ, ਤਾਂ ਤੁਸੀਂ B12 ਦੇ ਲਈ ਮਾਂਸਾਹਾਰ ਕਰਦੇ ਹੋ ਭਾਈ ਜੀ। B12 ਦਾ ਤਰਕ ਦੇ ਰਹੇ ਨੇ ਅਜੇ, ਤਾਂ ਤੁਸੀਂ B12 ਦੇ ਲਈ ਮਾਂਸਾਹਾਰ ਕਰਦੇ ਹੋ। ਮਾਂਸ ਖਰੀਦਣ ਕਿੱਥੇ ਜਾਂਦੇ ਹੋ? ਅਸੀਂ ਦੁਕਾਨ ਵਿੱਚ ਜਾਂਦੇ ਹਾਂ। ਦੁਕਾਨ ਤੇ? ਤਾਂ ਦੁਕਾਨ ਤੇ ਜਾ ਕੇ ਮਾਂਸ ਖਰੀਦਦੇ ਹੋ ਤਾਂ ਕਿ B12 ਮਿਲੇ। ਤਾਂ ਦੁਕਾਨ ਤੇ ਜਾ ਕੇ ਸਿੱਧਾ B12 ਵੀ ਕਿਉਂ ਨਹੀਂ ਖਰੀਦ ਲੈਂਦੇ? ਭਾਈ ਜੇ B12 ਵੀ ਚਾਹੀਦਾ ਹੈ ਤਾਂ B12 ਦੇ ਲਈ ਮਾਂਸ ਕਿਉਂ ਖਰੀਦ ਰਹੇ ਹੋ? ਦੁਕਾਨ ਤੇ ਹੀ ਜਾ ਰਹੇ ਹੋ ਨਾ ਮਾਂਸ ਖਰੀਦਣ ਜੀ। ਜਿਵੇਂ ਦੁਕਾਨ ਤੋਂ ਮਾਂਸ ਖਰੀਦ ਰਹੇ ਹੋ ਤੇ ਬਗਲ ਵਾਲੀ ਦੁਕਾਨ ਤੋਂ B12 ਵੀ ਖਰੀਦ ਲਓ। ਆਰਗੈਨਿਕ ਤਰੀਕੇ ਨਾਲ ਬਣਿਆ B12 ਮਿਲਦਾ ਹੈ, ਬਾਜ਼ਾਰ ਵਿੱਚ ਮਿਲਦਾ ਹੈ। ਪਲਾਂਟ ਬੇਸਡ ਜੋ ਹੁੰਦਾ ਹੈ, ਪਲਾਂਟ ਬੇਸਡ, ਬਿਲਕੁਲ ਸ਼ੁੱਧ ਸ਼ਾਕਾਹਾਰੀ ਵੀਗਨ B12 ਮਿਲਦਾ ਹੈ ਬਾਜ਼ਾਰ ਵਿੱਚ, ਜੋ ਬਹੁਤ ਸਸਤਾ ਮਿਲਦਾ ਹੈ, ਮਾਂਸ ਦੇ ਮੁਕਾਬਲੇ ਬਹੁਤ ਸਸਤਾ ਜੀ। ਤੁਸੀਂ 500 ਰੁਪਏ ਦਾ ਮਾਂਸ ਖਰੀਦੋਗੇ, ਉਹਦੇ ਵਿੱਚ ਤੁਹਾਨੂੰ ਇੰਨਾ ਜਿਹਾ B12 ਮਿਲੇਗਾ ਜੀ। ਤੁਸੀਂ 50 ਰੁਪਏ ਦਾ B12 ਵੀ ਖਰੀਦ ਲਓ, ਇੰਨਾ ਸਾਰਾ ਜੀ, ਬਹੁਤ ਸਾਰਾ B12 ਮਿਲ ਜਾਵੇਗਾ। ਉਹਦੇ ਲਈ ਮਾਂਸ ਖਾਣ ਦੀ ਕੀ ਜ਼ਰੂਰਤ ਹੈ ਜੀ? ਜੀ ਲੈ ਤਾਂ ਦੋਨੋਂ ਹੀ ਚੀਜ਼ਾਂ ਤੁਸੀਂ ਦੁਕਾਨ ਤੇ ਰਹੇ ਹੋ ਜੀ, ਆਊਟਪੁੱਟ ਤਾਂ ਦੋਨੋਂ ਹੀ ਕਿਸੇ ਫੈਕਟਰੀ ਦੇ ਨੇ। ਮਾਂਸ ਵੀ ਕਿਸੇ ਆਰਗੇਨਾਈਜ਼ਡ ਕਾਰਪੋਰੇਟ ਸਲੌਟਰ ਹਾਊਸ ਤੋਂ ਹੀ ਆ ਰਿਹਾ ਹੈ ਜੀ, ਤੇ ਜੋ B12 ਦੀ ਤੁਹਾਨੂੰ ਬੋਟਲ ਮਿਲੇਗੀ, ਗੋਲੀਆਂ, ਉਹ ਵੀ ਕਿਸੇ ਫੈਕਟਰੀ ਤੋਂ ਆ ਰਹੀਆਂ ਨੇ। ਜਦ ਫੈਕਟਰੀ ਦਾ ਹੀ ਉਤਪਾਦ ਖਰੀਦਣਾ ਹੈ ਤਾਂ ਸਿੱਧਾ B12 ਵੀ ਖਰੀਦ ਲਓ ਨਾ, ਮਾਂਸ ਕਾਹਨੂੰ ਖਰੀਦ ਰਹੇ ਹੋ ਜੀ। ਉਂਝ ਮੈਂ ਇੱਕ ਵਿਸ਼ੇ ਖੁਦ ਪੜ੍ਹ ਰਿਹਾ ਸੀ ਕਿ ਮੈਨੂੰ ਇੱਕ ਚੀਜ਼ ਸਮਝ ਆਈ ਕਿ ਜੋ B12 ਹੁੰਦਾ ਹੈ ਉਹ ਇੰਜ ਤਾਂ ਹੈ ਨਹੀਂ ਕਿ ਜਾਨਵਰ ਆਪਣੇ ਸਰੀਰ ਦੇ ਅੰਦਰ ਬਣਾ ਰਿਹਾ, ਮਿਲਦਾ ਸਭ ਨੂੰ ਪੇੜ ਪੌਦਿਆਂ ਤੋਂ ਹੀ ਹੈ। ਮਾਸ ਵਿੱਚ ਨਹੀਂ ਹੁੰਦਾ B12 ਜੀ, ਮਿੱਟੀ ਵਿੱਚ ਹੁੰਦਾ ਹੈ B12 ਜੀ ਜੀ, ਮਿੱਟੀ ਵਿੱਚ ਹੀ। ਨਾਲੇ ਜਾਨਵਰ ਜਦੋਂ ਘਾਹ ਵਗੈਰਾ ਖਾਂਦੇ ਨੇ, ਘਾਹ ਤਾਂ ਘਾਹ ਨਾਲ ਮਿੱਟੀ ਹੁੰਦੀ ਹੈ ਜੜ ਵਿੱਚ, ਤਾਂ ਘਾਹ ਦੇ ਨਾਲ ਮਿੱਟੀ ਵੀ ਉਹਨਾਂ ਦੇ ਢਿੱਡ ਵਿੱਚ ਚਲੀ ਜਾਂਦੀ ਹੈ, ਤੇ ਉਸੇ ਮਿੱਟੀ ਵਿੱਚ B12 ਹੁੰਦਾ ਹੈ, ਤਾਂ ਉਹ ਫਿਰ ਉਹਨਾਂ ਦੇ ਸਰੀਰ ਵਿੱਚ ਆ ਜਾਂਦਾ ਹੈ। ਤਾਂ ਤੁਸੀਂ ਸੋਚਣ ਲੱਗ ਜਾਂਦੇ ਹੋ ਕਿ B12 ਤਾਂ ਮਾਸ ਵਿੱਚ ਹੁੰਦਾ ਹੈ, ਬਈ ਮਿੱਟੀ ਵਿੱਚ ਹੁੰਦਾ ਹੈ। ਤੇ ਇਨਸਾਨ ਨੂੰ ਵੀ ਪਹਿਲਾਂ B12 ਦੀ ਵਧੇਰੀ ਜ਼ਰੂਰਤ ਨਹੀਂ ਪੈਂਦੀ ਸੀ ਜੀ, ਕਿਉਂਕਿ ਅਸੀਂ ਵੀ ਸਿੱਧੇ ਰੁੱਖ ਤੇ ਲਗਾ ਫਲ ਖਾ ਲੈਂਦੇ ਜੀ, ਜ਼ਮੀਨ ਤੋਂ ਉਖਾੜ ਕੇ ਕੰਦਮੂਲ ਸਬਜ਼ੀਆਂ ਇਹ ਸਭ ਖਾ ਲੈਂਦੇ ਸੀ ਜੀ, ਤਾਂ B12 ਸਾਨੂੰ ਵੀ ਸਿੱਧਾ ਮਿਲ ਜਾਂਦਾ ਸੀ ਜੀ। ਪਰ ਹੁਣ ਅਸੀਂ ਬਹੁਤ ਜ਼ਿਆਦਾ ਸਫਾਈ ਵਾਲੇ ਲੋਕ ਹੋ ਗਏ ਹਾਂ, ਤਾਂ ਅਸੀਂ ਉਦੋਂ ਤੱਕ ਰਗੜਦੇ ਹਾਂ ਆਪਣੇ ਫਲਾਂ ਤੇ ਸਬਜ਼ੀਆਂ ਨੂੰ ਜਦ ਤੱਕ ਧੂੜ ਦਾ, ਮਿੱਟੀ ਦਾ ਆਖਰੀ ਕਣ ਵੀ ਸਾਫ਼ ਨਾ ਹੋ ਜਾਵੇ। ਤਾਂ ਹੁਣ ਸਾਨੂੰ B12 ਨਹੀਂ ਮਿਲ ਪਾ ਰਿਹਾ ਜੀ। B12 ਚੰਗੀ ਤਰ੍ਹਾਂ ਸਮਝ ਲੈਣ ਲੋਕ, ਮਾਸ ਵਿੱਚ ਨਹੀਂ ਮਿੱਟੀ ਵਿੱਚ ਹੁੰਦਾ ਹੈ ਜੀ, ਤੇ ਜਾ ਕੇ ਬਿਲਕੁਲ ਵੀਗਨ B12 ਆਉਂਦਾ ਹੈ ਤੇ ਕਾਫੀ ਸਸਤਾ ਹੁੰਦਾ ਹੈ। ਮਾਸ ਦੀ ਜਗ੍ਹਾ ਸਿੱਧਾ B12 ਵੀ ਖਰੀਦ ਲਓ ਭਾਈ। ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਸਭ ਘਰ ਵਿੱਚ ਕੁਝ ਨਾ ਕੁਝ ਸਪਲੀਮੈਂਟਸ ਲੈ ਹੀ ਰਹੇ ਹੁੰਦੇ ਨੇ ਜੀ, ਚੰਗੀ ਚੀਜ਼ ਹੁੰਦੀ ਹੈ। ਕੋਈ ਵਿਟਾਮਿਨ D ਲੈ ਰਿਹਾ ਹੈ, ਕੋਈ ਕੈਲਸ਼ੀਅਮ ਲੈ ਰਿਹਾ ਹੈ, B12 ਵੀ ਲੈ ਲਓ, ਕੀ ਦਿੱਕਤ ਹੈ? ਮਾਸ ਦੁਕਾਨ ਤੋਂ ਖਰੀਦੋ, ਉਹਦੇ ਤੋਂ ਚੰਗਾ B12 ਵੀ ਦੁਕਾਨ ਤੋਂ ਖਰੀਦ ਲਓ ਜੀ। ਹੁਣ ਇਹਦੇ ਬਾਅਦ ਜੋ ਅਗਲੀ ਚੀਜ਼ ਆਉਂਦੀ ਉਹ ਹੈ ਕਿ ਆਚਾਰਿਆ ਜੀ, ਜੇ ਸਾਰੇ ਲੋਕ ਤੁਹਾਡੀ ਗੱਲ ਸੁਣ ਕੇ ਸ਼ਾਕਾਹਾਰੀ ਹੋ ਗਏ ਤੇ ਧਰਤੀ ਦੇ ਸਾਰੇ ਜੋ ਰੁੱਖ ਹਨ ਉਹ ਤੇ ਨਸ਼ਟ ਹੋ ਜਾਣਗੇ, ਤਾਂ ਇਹ ਜੇ ਪ੍ਰਿਥਵੀ ਹੈ 8
800 ਕਰੋੜ ਤੇ ਕਹਿੰਦੇ ਨੇ ਕਿ ਕਿੰਨੇ ਹਜ਼ਾਰ ਕਰੋੜ ਇਨਸਾਨ ਹੋਣ ਵਾਲੇ ਨੇ ਤੇ ਐਸੇ ਸ਼ਾਕਾਹਾਰੀ ਲੋਕਾਂ ਨੂੰ ਕਿਵੇਂ ਸੰਭਾਲੇਗੀ? ਦੇਖੋ ਇਹਦੀ ਗੱਲ ਮੈਂ ਨਾ ਜਾਣੇ ਕਿੰਨੀ ਵਾਰ ਪਹਿਲੇ ਕਰ ਚੁੱਕਿਆ ਹਾਂ, ਪਰ ਫਿਰ ਵੀ ਮੈਂ ਸਬਰ ਰੱਖਦੇ ਹੋਏ ਫਿਰ ਤੋਂ ਦੁਹਰਾਵਾਂਗਾ। ਇੱਕ ਮਾਂਸਾਹਾਰੀ ਆਦਮੀ ਨੂੰ ਜ਼ਿੰਦਾ ਰੱਖਣ ਦੇ ਲਈ 50 ਗੁਣਾ ਜ਼ਿਆਦਾ ਪੇੜ ਚਾਹੀਦੇ ਹੁੰਦੇ ਨੇ। ਇੱਕ ਮਾਂਸਾਹਾਰੀ ਆਦਮੀ ਨੂੰ ਜ਼ਿੰਦਾ ਰੱਖਣ ਦੇ ਲਈ 50 ਗੁਣਾ ਜ਼ਿਆਦਾ ਪੇੜ ਚਾਹੀਦੇ ਹੁੰਦੇ ਨੇ। ਜੇ ਇੱਕ ਸ਼ਾਕਾਹਾਰੀ ਆਦਮੀ ਵਾਸਤੇ ਇੱਕ ਪੇੜ ਲੱਗਦਾ ਹੈ ਯਾਨੀ ਕਟਿਆ ਜਾਂਦਾ ਹੈ, ਇਸਤੇਮਾਲ ਹੁੰਦਾ ਹੈ, ਤਾਂ ਇੱਕ ਮਾਂਸਾਹਾਰੀ ਆਦਮੀ ਦੇ ਲਈ 50 ਪੇੜ ਵੱਢੇ ਜਾਂਦੇ ਨੇ। ਕਿਉਂਕਿ ਮਾਂਸ ਆਉਂਦਾ ਹੈ ਅੰਨ ਤੋਂ, ਗ੍ਰੇਨਸ ਤੋਂ ਜਾਂ ਘਾਹ ਤੋਂ। ਜੀ। ਤੇ ਉਹ ਘਾਹ ਕਿੱਥੋਂ ਦੀ ਆਵੇਗੀ? ਭਾਈ ਕਿਸੇ ਖੇਤ ਤੋਂ ਆਵੇਗੀ ਨਾ। ਉਹ ਖੇਤ ਕਿੱਧਰੋਂ ਆਵੇਗਾ? ਉਸ ਖੇਤ ਦੇ ਲਈ ਜੰਗਲ ਵੱਢਣਾ ਪੈਂਦਾ ਹੈ। ਜੀ। ਖੇਤ ਜ਼ਮੀਨ ਮੰਗਦਾ ਹੈ ਨਾ, ਤੇ ਜ਼ਮੀਨ ਹੋਵੇਗੀ ਤਾਂ ਹੀ ਤਾਂ ਖੇਤੀ ਹੋਵੇਗੀ, ਘਾਹ ਹੋਵੇਗੀ, ਭਾਵੇਂ ਅੰਨ ਹੋਵੇ, ਜੋ ਵੀ ਹੋਵੇ, ਉਹਦੇ ਲਈ ਜੰਗਲ ਕੱਟਿਆ ਜਾਂਦਾ ਹੈ। ਤਾਂ ਇਹ ਕਹਿਣਾ ਕਿ ਸਭ ਸ਼ਾਕਾਹਾਰੀ ਹੋ ਗਏ ਤੇ ਪੇੜ ਵੱਢੇ ਜਾਣਗੇ, ਜੰਗਲ ਵੱਢੇ ਜਾਣਗੇ, ਬੇਵਕੂਫੀ ਦੀ ਗੱਲ ਹੈ। ਜੰਗਲ ਤਾਂ ਕੱਟ ਰਹੇ ਨੇ ਮਾਂਸਾਹਾਰੀਆਂ ਦੀ ਵਜ੍ਹਾ ਨਾਲ, ਤੇ ਮਾਂਸਾਹਾਰੀਆਂ ਨੂੰ ਇਹ ਗੱਲ ਪਤਾ ਵੀ ਨਹੀਂ ਹੈ ਕਿ ਜਦੋਂ ਤੁਸੀਂ ਮਾਂਸਾਹਾਰ ਕਰਦੇ ਹੋ ਤਾਂ ਤੁਸੀਂ ਕਿੰਨੇ ਪੇੜ ਕਟਵਾ ਦਿੱਤੇ। ਜੰਗਲ ਦੇ ਜੰਗਲ ਸਾਫ਼ ਹੋ ਰਹੇ ਨੇ ਮਾਂਸਾਹਾਰੀਆਂ ਦੀ ਵਜ੍ਹਾ ਨਾਲ। ਪ੍ਰਿਥਵੀ ਤੇ ਜਿੰਨਾ ਅੰਨ ਉਗਾਇਆ ਜਾਂਦਾ ਹੈ ਉਹਦੇ ਵਿੱਚੋਂ 70-80% ਜਾਨਵਰਾਂ ਨੂੰ ਖਵਾਇਆ ਜਾਂਦਾ ਹੈ ਤਾਂ ਕਿ ਬਾਅਦ ਵਿੱਚ ਤੁਸੀਂ ਉਹਨਾਂ ਜਾਨਵਰਾਂ ਦਾ ਮਾंस ਖਾ ਸਕੋ। ਯਾਨੀ ਕਿ ਧਰਤੀ ਦੇ ਜਿੰਨੇ ਖੇਤਰ ਵਿੱਚ, ਏਰੀਆ ਵਿੱਚ ਖੇਤੀ ਹੋ ਰਹੀ ਹੈ, ਉਹਦੇ 70% ਮਾਂਸਾਹਾਰੀਆਂ ਦੇ ਲਈ ਖੇਤੀ ਹੋ ਰਹੀ ਹੈ। ਉਹ ਅੰਨ ਇਨਸਾਨ ਕਦੇ ਨਹੀਂ ਖਾਂਦਾ, ਉਹ ਅੰਨ ਜਾਨਵਰ ਖਾਂਦਾ ਹੈ ਤਾਂ ਕਿ ਤੁਸੀਂ ਉਸ ਜਾਨਵਰ ਦਾ ਮਾंस ਖਾ ਸਕੋ। ਇਹ ਗੱਲ ਲੋਕਾਂ ਨੂੰ ਬਹੁਤ ਹੈਰਾਨੀ ਵਾਲੀ ਲੱਗੇਗੀ। ਇਹ ਲੋਕ ਜਾਣਦੇ ਹੀ ਨਹੀਂ, ਕਿਉਂਕਿ ਅਸੀਂ ਕਦੇ ਧਿਆਨ ਹੀ ਨਹੀਂ ਦਿੰਦੇ ਕਿ ਸਾਡੀ ਪਲੇਟ ਤੇ ਜੋ ਮਾंस ਰੱਖਿਆ ਹੋਇਆ ਹੈ, ਉਹ ਮਾंस ਕਿੰਨਾ ਜ਼ਿਆਦਾ ਮਹਿੰਗਾ ਹੈ। ਉਹ ਪ੍ਰਕਿਰਤੀ ਤੇ ਪਰਿਆਵਰਣ ਦਾ ਕਤਲ ਕਰਕੇ ਆ ਰਿਹਾ ਹੈ। ਬਿਲਕੁਲ ਤੇ ਉਹਦੇ ਵਿੱਚ ਜੋ ਲੁਕੀਆਂ ਹੋਈਆਂ ਕਾਸਟ ਨੇ ਸਾਨੂੰ ਪਤਾ ਹੀ ਨਹੀਂ ਹੁੰਦੀਆਂ। ਤੇ ਹਲੇ ਮੈਂ ਹੈਲਥ ਕਾਸਟ ਵਗੈਰਾ ਦੀ ਤਾਂ ਗੱਲ ਹੀ ਨਹੀਂ ਕਰ ਰਿਹਾ। ਜੇ ਸਿਰਫ ਵਾਤਾਵਰਣ ਦੀ ਕੀਮਤ ਦੀ ਗੱਲ ਕਰਨੀ ਸ਼ੁਰੂ ਕੀਤੀ ਹੈ ਤਾਂ ਅੱਗੇ ਜਾਵੇਗੀ ਅਜੇ ਦੂਰ ਤੱਕ। ਮੇਰੇ ਕੋਲ ਕੁਝ ਡੇਟਾ ਹੈ ਜੋ ਮੈਂ ਖੁਦ ਰਿਸਰਚ ਕਰੀ ਸੀ, ਇਹਨੂੰ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ। ਇਹ ਕਹਿੰਦਾ ਹੈ ਕਿ ਜੋ ਇੱਕ ਮੀਟ ਈਟਰ, ਉਹਦੀ ਜੋ ਡਾਈਟ ਹੈ, ਉਹਦੇ ਲਈ 17 ਟਾਈਮਸ ਜ਼ਿਆਦਾ ਲੈਂਡ ਚਾਹੀਦੀ ਹੈ। 17 ਗੁਣਾ ਉਹਦੇ ਲਈ ਜ਼ਮੀਨ ਚਾਹੀਦੀ ਹੈ। 14 ਗੁਣਾ ਉਹਦੇ ਲਈ ਪਾਣੀ ਚਾਹੀਦਾ ਹੈ। ਉਹ ਭਾਈ ਇਹ ਸਭ ਗੱਲਾਂ ਨਾ ਜਦੋਂ ਇਹ ਵੀਡੀਓ ਪਬਲਿਸ਼ ਕਰਨਾ ਤਾਂ ਸਕਰੀਨ ਤੇ ਵੱਡਾ ਲਿਖ ਦੇਣਾ ਹੈ ਸਭ ਕੁਝ, ਤਾਂ ਕਿ ਲੋਕਾਂ ਦੇ ਦਿਮਾਗ ਵਿੱਚ ਇਹ ਡੇਟਾ ਛਪ ਜਾਵੇ ਕਿ ਫਿਰ ਤੋਂ ਬੋਲਣਾ 17 ਗੁਣਾ ਜ਼ਿਆਦਾ ਲੈਂਡ ਚਾਹੀਦੀ ਹੈ। ਇੱਕ ਮਾਂਸਾਹਾਰੀ ਨੂੰ ਜ਼ਿੰਦਾ ਰੱਖਣ ਦੇ ਲਈ 17 ਗੁਣਾ ਜ਼ਿਆਦਾ ਜ਼ਮੀਨ ਚਾਹੀਦੀ ਹੁੰਦੀ ਹੈ ਇੱਕ ਸ਼ਾਕਾਹਾਰੀ ਦੇ ਮੁਕਾਬਲੇ। ਇੰਨਾ ਜ਼ਿਆਦਾ ਮਿਹਨਤ ਲੱਗਦੀ ਹੈ ਤੇ ਇੰਨਾ ਖਰਚਾ ਹੁੰਦਾ ਹੈ ਤੇ ਇੰਨਾ ਮੁਸ਼ਕਿਲ ਤੇ ਮਹਿੰਗਾ ਕੰਮ ਹੈ। ਇੱਕ ਮਾਂਸਾਹਾਰੀ ਆਦਮੀ ਨੂੰ ਜ਼ਿੰਦਾ ਰੱਖਣਾ 17 ਗੁਣਾ ਜ਼ਿਆਦਾ ਜ਼ਮੀਨ ਚਾਹੀਦੀ ਹੈ। 14 ਗੁਣਾ ਜ਼ਿਆਦਾ ਪਾਣੀ ਚਾਹੀਦਾ। 14 ਗੁਣਾ ਜ਼ਿਆਦਾ ਪਾਣੀ ਚਾਹੀਦਾ ਹੈ, ਕਿਉਂਕਿ ਮਾंस ਬਣਾਉਣ ਵਿੱਚ ਪਾਣੀ ਬਹੁਤ ਲੱਗਦਾ ਹੈ। ਮੈਂ ਪਕਾਉਣ ਦੀ ਗੱਲ ਨਹੀਂ ਕਰ ਰਿਹਾ ਹਾਂ। ਤੁਸੀਂ ਇੱਕ ਬੱਕਰਾ ਜਾਂ ਪੈਸਾ ਵੱਡਾ ਕਰ ਰਹੇ ਹੋ ਵੱਢਣ ਦੇ ਲਈ, ਸੋਚੋ ਤਾਂ ਉਹ 500 ਕਿਲੋ ਦਾ ਜਾਨਵਰ ਵੱਡਾ ਕਰਨ ਵਿੱਚ ਕਿੰਨਾ ਪਾਣੀ ਲੱਗਿਆ ਹੋਵੇਗਾ। ਤਦ ਉਹ ਜਾਨਵਰ ਖੜਾ ਹੋਇਆ, ਫਿਰ ਤੁਸੀਂ ਉਸ ਜਾਨਵਰ ਨੂੰ ਕੱਟੋਗੇ ਤੇ ਫਿਰ ਉਹਦਾ ਮਾंस ਖਾ ਲੋਗੇ ਤੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਕਿੰਨਾ ਖਰਚਾ ਹੋਇਆ ਉਸ ਨੂੰ ਖੜਾ ਕਰਨ ਵਿੱਚ। ਜੋ ਫਸਲ ਉਹਨੇ ਉਗਾਈ ਹੈ ਉਹਦੇ ਵਿੱਚ ਵੀ ਤਾਂ ਪਾਣੀ ਲੱਗਿਆ ਹੋਵੇਗਾ। ਉਸ ਫਸਲ ਨੂੰ ਉਗਾਉਣ ਵਿੱਚ ਵੀ ਪਾਣੀ ਲੱਗਿਆ ਹੋਵੇਗਾ। ਤੇ 10 ਗੁਣਾ ਜ਼ਿਆਦਾ એનર્ਜੀ ਚਾਹੀਦੀ ਹੁੰਦੀ ਹੈ। ਜ਼ਿਆਦਾ એનર્ਜੀ ਚਾਹੀਦੀ ਹੁੰਦੀ ਹੈ। ਤੇ ਸਾਡਾ ਜੋ ਸੰਸਾਰ ਹੈ ਉਹਦੇ 'ਚ એનર્ਜੀ ਦੀ ਵੀ ਕਮੀ ਹੈ, ਉਸ 'ਚ ਪਾਣੀ ਦੀ ਵੀ ਕਮੀ ਹੈ, ਉੱਥੇ ਲੈਂਡ ਦੀ ਵੀ ਕਮੀ ਹੈ, ਉਹਦੇ 'ਚ ਫੋਰੈਸਟ ਦੀ ਵੀ ਕਮੀ ਹੈ, ਉਹਦੇ 'ਚ ਕਲੀਨ 에ਅਰ ਦੀ ਵੀ ਕਮੀ ਹੈ। ਹਰ ਉਹ ਚੀਜ਼ ਜਿਹਦੀ ਦੁਨੀਆ ਵਿੱਚ ਕਮੀ ਹੈ, ਉਹੀ ਉਹ ਚੀਜ਼ ਹੈ ਜੋ ਜ਼ਿਆਦਾ ਤੋਂ ਜ਼ਿਆਦਾ ਖਪਦੀ ਹੈ ਇੱਕ ਮਾਂਸਾਹਾਰੀ ਆਦਮੀ ਨੂੰ ਮਾंस ਖਵਾਉਣ ਵਿੱਚ। ਤੇ ਮੈਂ ਇਹਦੇ ਵਿੱਚ ਇੱਕ ਚੀਜ਼ ਜੋੜਨਾ ਚਾਹਾਂਗਾ ਕਿ ਜੋ ਵੀ ਮੈਂ ਡੇਟਾ ਦੱਸਿਆ ਹੈ, ਇਹ ਅਮਰੀਕਨ ਜਰਨਲ ਆਫ ਕਲੀਨਿਕਲ ਨਿਊਟ੍ਰੀਸ਼ਨ ਉੱਥੋਂ ਆਇਆ। ਇਹ ਸਭ ਕੁਝ ਤੁਸੀਂ ਸਕਰੀਨ ਤੇ ਲਿਖ ਦੇਣਾ, ਨਹੀਂ ਤਾਂ ਲੋਕ ਕਹਿਣਗੇ ਕਿ ਡੇਟਾ ਐਵੇਂ ਹਵਾ ਵਿੱਚੋਂ ਚੁੱਕ ਲਿਆ ਇਹਨਾਂ ਨੇ। ਇਸ ਤੋਂ ਅੱਗੇ ਇੱਕ ਹਾਰਵਰਡ ਦੇ ਪ੍ਰੋਫੈਸਰ ਹਨ ਮੈਡੀਸਨ ਦੇ, ਡਾਕਟਰ ਵਾਲਟ ਵਿਲੇਟ। ਤਾਂ ਉਹਨਾਂ ਦਾ ਕਹਿਣਾ ਹੈ ਕਿ ਜੋ ਦੁਨੀਆ ਵਿੱਚ ਅਸੀਂ ਭੁੱਖਮਰੀ ਦੀ ਸਮੱਸਿਆ ਦੀ ਗੱਲ ਕਰ ਰਹੇ ਹਾਂ, ਉਹ ਹੱਲ ਕੀਤੀ ਜਾ ਸਕਦੀ ਹੈ 40 ਮਿਲੀਅਨ ਟਨਸ ਆਫ ਫੂਡ ਨਾਲ। ਯਾਨੀ ਇੱਕ ਮਿੰਟ ਲੋਕਾਂ ਲਈ ਦੱਸ ਦਵਾਂ, ਯਾਨੀ ਦੁਨੀਆ ਵਿੱਚ ਜੋ ਲੋਕ ਭੁੱਖੇ ਨੇ ਸਭ ਦਾ ਪੇਟ ਭਰਿਆ ਜਾ ਸਕਦਾ ਹੈ ਬਸ ਜੇਕਰ 40 ਮਿਲੀਅਨ ਟਨ ਅਨਾਜ, ਫੂਡ ਹੋਰ ਵੱਧ ਜੇ ਸਾਨੂੰ ਮਿਲ ਜਾਣਗੇ। ਦੁਨੀਆ ਦੀ ਸਾਰੀ ਭੁੱਖ ਸ਼ਾਂਤ ਕੀਤੀ ਜਾ ਸਕਦੀ ਹੈ ਬਸ ਹੋਰ ਵੱਧ 40 ਮਿਲੀਅਨ ਟਨ ਅਨਾਜ ਦੇ ਨਾਲ। ਠੀਕ ਹੈ, ਪਰ ਫਿਰ ਵੀ ਅਸੀਂ ਇਸ ਵੇਲੇ 760 ਮਿਲੀਅਨ ਟਨ ਜੋ ਅਨਾਜ ਹੈ ਉਹ ਜਾਨਵਰਾਂ ਨੂੰ ਅਸੀਂ ਖਵਾਉਂਦੇ ਹਾਂ। 760 ਮਿਲੀਅਨ ਟਨ ਅਨਾਜ ਅਸੀਂ ਜਾਨਵਰ ਨੂੰ ਖਵਾ ਰਹੇ ਹਾਂ ਤੇ ਦੁਨੀਆ ਦੀ ਸਾਰੀ ਭੁੱਖ ਸ਼ਾਂਤ ਕੀਤੀ ਜਾ ਸਕਦੀ ਹੈ ਸਿਰਫ 40 ਮਿਲੀਅਨ ਟਨ ਅਨਾਜ ਨਾਲ। ਤਾਂ ਸੋਚੋ
ਕਿ ਇੱਕ ਮਾਂਸਾਹਾਰੀ ਆਦਮੀ ਕਿੰਨੇ ਲੋਕਾਂ ਨੂੰ ਭੁੱਖਾ ਰੱਖਣ ਦਾ ਗੁਨਾਹਗਾਰ ਹੈ। 760 ਮਿਲੀਅਨ ਟਨ ਅਨਾਜ ਅਸੀਂ ਉਹਨਾਂ ਜਾਨਵਰਾਂ ਨੂੰ ਖਿਲਾ ਰਹੇ ਹਾਂ ਜਿਨ੍ਹਾਂ ਦਾ ਮਾਂਸ ਫਿਰ ਮਾਂਸਾਹਾਰੀ ਲੋਕ ਖਾਣਗੇ। ਤੇ ਦੁਨੀਆ ਦੀ ਸਾਰੀ ਭੁੱਖ, ਛੋਟੇ-ਛੋਟੇ ਬੱਚੇ ਭੁੱਖੇ ਨੇ ਜਾਂ ਕੁਪੋਸ਼ਣ ਦੇ ਸ਼ਿਕਾਰ ਹਨ, ਮੈਲਨਿਊਟ੍ਰੀਸ਼ਨ ਜੀ, ਉਹਨਾਂ ਸਭ ਨੂੰ ਲੋੜੀਂਦਾ ਭੋਜਨ ਤੇ ਪੋਸ਼ਣ ਦਿੱਤਾ ਜਾ ਸਕਦਾ ਸੀ ਸਿਰਫ 40 ਮਿਲੀਅਨ ਟਨ ਫੂਡ ਨਾਲ, ਅੰਨ ਨਾਲ, ਪੈਦਾਵਾਰ ਦੇ ਨਾਲ ਜੀ। ਪਰ ਉਸ ਦਾ ਲਗਭਗ 20 ਗੁਣਾ ਅਸੀਂ ਜਾਨਵਰਾਂ ਨੂੰ ਖਵਾ ਰਹੇ ਹਾਂ। 760 ਮਿਲੀਅਨ ਟਨ। ਇਹ ਗੱਲ ਤੁਸੀਂ ਸਭ ਲੋਕ ਆਪਣੇ ਬਿਲਕੁਲ ਮਨ ਵਿੱਚ ਛਾਪ ਜਾਣਦੇ ਹੋ। ਨਾਲ ਹੀ ਇਹ ਵੀ ਗੱਲ ਹੈ ਕਿ ਲੋਕੀ ਜਾਣਦੇ ਆ ਕਿ ਜੋ ਮਾਸਾਹਾਰ ਹੁੰਦਾ ਹੈ ਉਹਦੇ ਤੋਂ ਸਰੀਰ ਤੇ ਵੀ ਬਹੁਤ ਸਾਰੇ ਐਡਵਰਸ ਇਫੈਕਟਸ ਹੁੰਦੇ ਨੇ। ਹਾਰਟ ਡਿਸੀਜ਼ਸ ਨੇ, ਡਾਇਬੀਟੀਜ਼ ਨੇ, ਬਹੁਤ ਸਾਰੀ ਚੀਜ਼ਾਂ ਨੇ ਜੋ ਉਹਨਾਂ ਨਾਲ ਜੁੜੇ ਨੇ। ਤੇ ਉਸੇ ਦੇ ਵਿਸ਼ੇ ਨਾਲ ਵੀ ਇੱਕ ਡੇਟਾ ਹੈ, ਜੇ ਦੁਨੀਆ ਵੀਗਨ ਡਾਈਟ ਵੱਲ ਵਧੇ, ਸ਼ੁੱਧ ਸ਼ਾਕਾਹਾਰ ਵੱਲ ਵਧੇ, ਤਾਂ ਅਸੀਂ ਪਾਵਾਂਗੇ ਕਿ 8.1 ਮਿਲੀਅਨ ਮੌਤਾਂ ਪ੍ਰਤੀ ਸਾਲ ਘੱਟ ਹੋਣਗੀਆਂ। 8.1 ਮਿਲੀਅਨ ਦਾ ਮਤਲਬ ਹੈ 80 ਲੱਖ, 81 ਲੱਖ ਮੌਤਾਂ ਦੀ ਅਸੀਂ ਗੱਲ ਕਰ ਰਹੇ ਹਾਂ ਜੋ ਹਰ ਸਾਲ ਘੱਟ ਹੋ ਜਾਣਗੀਆਂ। ਅੱਗੇ ਉਹ ਇਹ ਵੀ ਕਹਿ ਰਹੇ ਨੇ ਕਿ ਜੋ ਪੈਸਾ ਅਸੀਂ ਲੋਕ ਖਰਚ ਕਰਦੇ ਹਾਂ ਹੈਲਥ ਕੇਅਰ ਨੇ, ਅਨਪੇਡ ਕੇਅਰ, ਤੇ ਉਹ ਬਿਮਾਰੀ ਦੀ ਵਜ੍ਹਾ ਜੋ ਲੋਕ ਕੰਮ ਨਹੀਂ ਕਰ ਪਾਉਂਦੇ, ਉਹਦੇ ਵਿੱਚ 700 ਤੋਂ 1000 ਬਿਲੀਅਨ ਡਾਲਰ ਹਰ ਸਾਲ ਅਸੀਂ ਬਚਤ ਕਰ ਸਕਦੇ ਹਾਂ। ਇੱਕ ਕਰਕੇ ਡੇਟਾ ਦੱਸੋ, ਨਹੀਂ ਤਾਂ ਉਹ ਮਿਸ ਹੋ ਜਾਵੇਗਾ। ਸਭ ਤੋਂ ਪਹਿਲਾਂ ਤਾਂ ਇਹ ਕਿ 81 ਲੱਖ ਲੋਕ ਪ੍ਰਤੀ ਸਾਲ ਘੱਟ ਮਰਨਗੇ। ਹਰ ਸਾਲ ਇੰਨੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਸਿਰਫ ਮਾਂਸਾਹਾਰ ਛੱਡ ਕੇ। ਜੀ, ਮਾਂਸਾਹਾਰ 81 ਲੱਖ ਮੌਤਾਂ ਦਾ, ਜਾਂ ਮੈਂ ਕਹਾਂ ਕਤਲਾਂ ਦਾ ਗੁਨਾਹਗਾਰ ਹੈ। 81 ਲੱਖ ਮੌਤਾਂ ਹੋ ਰਹੀਆਂ ਨੇ ਸਿਰਫ ਇਸ ਕਰਕੇ ਕਿਉਂਕਿ ਸਾਨੂੰ ਮਾਂਸ ਖਾਣਾ ਹੈ। ਤੇ ਇਹ ਸਿਰਫ ਡਾਇਰੈਕਟ ਡੈਥਸ ਨੇ। ਇਹਦੇ ਵਿੱਚ ਅਜੇ ਅਸੀਂ ਇਹ ਨਹੀਂ ਗਿਣਿਆ ਹੈ ਕਿ ਮਾਂਸਾਹਾਰ ਦੀ ਵਜ੍ਹਾ ਨਾਲ ਜਿਨ੍ਹਾਂ ਲੋਕਾਂ ਨੂੰ ਖਾਣ ਦੇ ਲਈ ਅੰਨ ਵੀ ਨਹੀਂ ਮਿਲਿਆ ਉਹ ਕਿੰਨੇ ਮਰੇ। ਇਹ ਸਿਰਫ ਡਾਇਰੈਕਟ ਡੈਥਸ ਨੇ ਜੀ। ਉਹਨਾਂ ਨੂੰ ਵੀ ਜੋੜ ਦਿਓਗੇ ਤੇ ਕਰੋੜਾਂ ਲੋਕ ਹੋਰ ਜੁੜ ਜਾਣਗੇ ਜੋ ਮਾਰੇ ਨੇ ਸਿਰਫ ਮਾਂਸਾਹਾਰ ਦੀ ਵਜ੍ਹਾ ਨਾਲ ਜੀ। ਔਰ ਅਗਲੀ ਗੱਲ ਕੀ ਬੋਲੀ? ਅਗਲੀ ਗੱਲ ਇਹ ਕਿ ਜੋ ਅਸੀਂ ਲੋਕ ਪੈਸਾ ਬਚਾ ਸਕਦੇ ਹਾਂ ਇੱਕ ਤਰ੍ਹਾਂ ਨਾਲ, ਜੋ ਹੈਲਥ ਕੇਅਰ ਦੇ ਰੂਪ ਵਿੱਚ ਖਰਚ ਕਰਦੇ ਹਾਂ, ਜੋ ਅਨਪੇਡ ਕੇਅਰ ਹੁੰਦੀ ਹੈ ਜਾਂ ਜੋ ਵਰਕਿੰਗ ਡੇਜ਼ ਦਾ ਜੋ ਲਾਸ ਹੁੰਦਾ ਹੈ ਬਿਮਾਰੀ ਦੀ ਵਜ੍ਹਾ ਨਾਲ, ਉਹਦੇ ਵਿੱਚ 700 ਤੋਂ 1000 ਬਿਲੀਅਨ ਡਾਲਰ ਪਰ ਈਅਰ ਬਚਾ ਸਕਦੇ ਹਾਂ। ਇਹਦੇ ਵਿੱਚ 1000 ਬਿਲੀਅਨ ਡਾਲਰ ਪ੍ਰਤੀ ਸਾਲ ਖਰਚ ਹੁੰਦਾ ਹੈ ਸਿਰਫ ਮਾਂਸਾਹਾਰੀਆਂ ਨੂੰ ਸਿਹਤ ਸੇਵਾਵਾਂ ਦੇਣ ਵਿੱਚ। ਬਿਲਕੁਲ ਸਹੀ ਗੱਲ। ਜਿਸ ਵਿੱਚ ਜੋ ਮੈਡੀਕਲ ਕਾਸਟ ਹੈ ਉਹ ਆਉਂਦੀ ਹੈ ਤੇ ਅਨਪੇਡ ਕੇਅਰ ਆਉਂਦੀ ਹੈ। ਅਨਪੇਡ ਕੇਅਰ ਇਹ ਹੁੰਦੀ ਹੈ ਕਿ ਤੁਸੀਂ ਬਿਮਾਰ ਹੋ ਤੇ ਘਰ ਵਿੱਚ ਤੁਹਾਡਾ ਬੇਟਾ ਜਾਂ ਤੁਹਾਡਾ ਪਤੀ ਜਾਂ ਪਤਨੀ ਤੁਹਾਡੀ ਸੇਵਾ ਦੇਖਭਾਲ ਵਿੱਚ ਲੱਗਿਆ ਹੋਇਆ ਹੈ ਜੀ। 1000 ਬਿਲੀਅਨ ਡਾਲਰ ਕਿੰਨਾ ਹੁੰਦਾ ਹੈ? ਇਹਦੇ ਲਈ ਤੁਸੀਂ ਇਹ ਸਮਝ ਲਓ ਕਿ ਭਾਰਤ ਦੀ ਕੁੱਲ ਅਰਥ ਵਿਵਸਥਾ ਹੀ ਅਜੇ 3000 ਬਿਲੀਅਨ ਡਾਲਰ ਦੀ ਹੈ। 3000 ਬਿਲੀਅਨ ਡਾਲਰ ਦੀ ਸਾਡੀ ਅਰਥ ਵਿਵਸਥਾ ਹੈ ਤੇ ਦੁਨੀਆ ਦੀ ਅਰਥ ਵਿਵਸਥਾ ਵਿੱਚ 1000 ਬਿਲੀਅਨ ਡਾਲਰ, ਸੋਚੋ ਕਿੰਨਾ ਵੱਡਾ ਇਹ ਇੱਕ ਆંકੜਾ ਹੈ। ਇੰਨਾ ਬਚਾਇਆ ਜਾ ਸਕਦਾ ਹੈ ਜੇ ਸਿਰਫ ਅਸੀਂ ਆਪਣੀ ਮਾਂਸ ਦੀ ਹਵਸ ਨੂੰ ਕਾਬੂ ਵਿੱਚ ਕਰ ਲਈਏ ਜੀ। ਗਰੀਬੀ ਸੋਚੋ ਕਿੰਨੀ ਘੱਟ ਹੋਵੇਗੀ। ਅਸੀਂ ਗਰੀਬੀ ਦਾ ਰੋਣਾ ਰੋਂਦੇ ਹਾਂ। ਇੱਕ ਗੱਲ ਤੁਸੀਂ ਚੰਗੀ ਤਰ੍ਹਾਂ ਸਮਝਣਾ, ਦੁਨੀਆ ਦੀ ਗਰੀਬੀ ਦੇ ਵੱਡੇ ਤੋਂ ਵੱਡੇ ਕਾਰਨਾਂ ਵਿੱਚ ਮਾਂਸਾਹਾਰ ਹੈ। ਦੁਨੀਆ ਦੀ ਗਰੀਬੀ ਦੇ ਵੱਡੇ ਤੋਂ ਵੱਡੇ ਕਾਰਨਾਂ ਵਿੱਚ ਮਾਂਸਾਹਾਰ ਹੈ। ਕਿਸ ਤਰ੍ਹਾਂ ਨਾਲ? ਇਨਵਾਇਰਮੈਂਟਲ ਡੈਮੇਜ, ਮੈਡੀਕਲ ਡੈਮੇਜ, ਸਬ ਆਪਟੀਮਲ ਯੂਟਿਲਾਈਜੇਸ਼ਨ ਆਫ ਰਿਸੋਰਸਸ, ਤਾਂ ਡਾਇਰੈਕਟ ਇਕਨੋਮਿਕ ਡੈਮੇਜ ਜੀ। ਇਹਨਾਂ ਸਭ ਨੂੰ ਮਿਲਾ ਦਿਓ ਤਾਂ ਤੁਸੀਂ ਪਾਓਗੇ ਕਿ ਦੁਨੀਆ ਦੇ GDP ਦਾ ਇੱਕ ਕਾਫੀ ਵੱਡਾ ਹਿੱਸਾ ਸਿਰਫ ਜਾ ਰਿਹਾ ਹੈ ਮਾਂਸਾਹਾਰ ਦੀ ਸਰਵਿਸਿੰਗ ਵਿੱਚ। ਤੁਸੀਂ ਖੋਜੋਗੇ ਤਾਂ ਉਹਦੇ ਆંકੜੇ ਵੀ ਤੁਹਾਨੂੰ ਮਿਲ ਜਾਣਗੇ। ਉਦਾਹਰਨ ਦੇ ਲਈ ਮਾਂਸਾਹਾਰ ਤੋਂ ਕਲਾਈਮੇਟ ਚੇਂਜ ਹੁੰਦਾ ਹੈ। ਕਲਾਈਮੇਟ ਚੇਂਜ ਦਾ ਸਭ ਤੋਂ ਵੱਡਾ ਜਾਂ ਨੰਬਰ 2 ਦਾ ਸਭ ਤੋਂ ਵੱਡਾ ਕਾਰਨ ਮਾਂਸਾਹਾਰ ਹੈ। ਇਹ ਵੀ ਗੱਲ ਲੋਕਾਂ ਨੂੰ ਪਤਾ ਨਹੀਂ ਹੁੰਦੀ ਹੈ। ਤੇ ਕਲਾਈਮੇਟ ਚੇਂਜ ਤੋਂ ਅਸੀਂ ਜਾਣਦੇ ਹਾਂ ਕਿੰਨੇ ਹਜ਼ਾਰ ਬਿਲੀਅਨ ਡਾਲਰ ਦਾ ਦੁਨੀਆ ਦੀ ਅਰਥ ਵਿਵਸਥਾ ਨੂੰ ਨੁਕਸਾਨ ਹੁੰਦਾ ਹੈ। ਤਾਂ ਗਰੀਬੀ ਫੈਲ ਰਹੀ ਹੈ ਉਹਦੇ ਨਾਲ ਕਿ ਨਹੀਂ ਫੈਲ ਰਹੀ ਹੈ? ਮਾਂਸਾਹਾਰ ਗਰੀਬੀ ਦਾ ਬਹੁਤ ਵੱਡਾ ਕਾਰਨ ਹੈ ਜੀ। ਤੇ ਉਹਦੇ ਤੇ ਤਰਕ ਇਹ ਕਿ ਲੋਕ ਕਹਿੰਦੇ ਨੇ ਹਾਂ ਸਾਹਿਬ ਮਾਂਸਾਹਾਰ ਤਾਂ ਇਕਨੋਮੀ ਨੂੰ ਬੂਸਟ ਦਿੰਦਾ ਹੈ ਨਾ। ਲੋਕ ਕਹਿੰਦੇ ਨੇ ਕਿ ਮਾਂਸਾਹਾਰ ਇਕਨੋਮਿਕ ਐਕਟੀਵਿਟੀ ਹੈ, ਇਹਦੇ ਤੋਂ ਲੋਕਾਂ ਦੇ ਘਰ ਚੱਲਦੇ ਨੇ। ਸਭ ਘਰ ਨਹੀਂ ਚੱਲਦੇ, ਗਰੀਬੀ ਫੈਲ ਰਹੀ ਹੈ। ਮਾਂਸਾਹਾਰ ਬੰਦ ਕਰਾਓ ਜੇ ਤੁਹਾਨੂੰ ਗਰੀਬੀ ਹਟਾਉਣੀ ਹੈ ਤਾਂ। ਤੇ ਇਹ ਗੱਲ ਮੈਂ ਕੋਈ ਕਾਲਪਨਿਕ ਤੌਰ ਤੇ ਨਹੀਂ ਬੋਲ ਰਿਹਾ ਹਾਂ, ਥੋੜੀ ਰਿਸਰਚ ਕਰ ਲੈਣਾ, ਤੁਹਾਨੂੰ ਗੱਲ ਸਮਝ ਆ ਜਾਵੇਗੀ ਜੀ। ਮਾਂਸਾਹਾਰ ਗਰੀਬੀ ਦਾ ਬਹੁਤ ਵੱਡਾ ਕਾਰਨ ਹੈ। ਤੁਹਾਨੂੰ ਇੰਨਾ ਤਾਂ ਦਿਖਦਾ ਹੈ ਕਿ ਤੁਸੀਂ
ਮਾਸ ਦਾ ਕੰਜ਼ੰਪਸ਼ਨ ਜਾਂ ਐਕਸਪੋਰਟ ਕਰ ਦਿੱਤਾ ਤਾਂ ਉਹਦੇ ਤੋਂ ਤੁਹਾਨੂੰ ਕਿੰਨੇ ਦਾ ਮੁਨਾਫਾ ਹੋਏਗਾ? ਉਦਾਹਰਣ ਦੇ ਲਈ ਜੋ ਭਾਰਤੀ ਮਾਸ ਉਦਯੋਗ ਹੈ ਉਹ ਲਗਭਗ $50 ਬਿਲੀਅਨ ਦਾ ਹੈ। ਜੀ ਉਹ ਲਗਭਗ $50 ਬਿਲੀਅਨ ਦਾ ਹੈ। ਉਹਦੇ 'ਚ ਤੁਸੀਂ ਮੰਨ ਲਓ ਜੇ 10% ਮਾਰਜਿਨ ਹੈ ਤਾਂ ਉਸ ਵਿੱਚ $5 ਬਿਲੀਅਨ ਦਾ ਤੁਹਾਨੂੰ ਲਾਭ ਹੋ ਗਿਆ। ਉਹਦੀ ਤੁਲਨਾ ਵਿੱਚ ਭਾਰਤੀ ਅਰਥ ਵਿਵਸਥਾ ਪਿਛਲੇ ਸਾਲ ਸਿਰਫ ਜੋ ਕਲਾਈਮੇਟ ਚੇਂਜ ਰਿਲੇਟਡ ਇਵੈਂਟ ਸੀਗੇ ਉਹਨਾਂ ਦੇ ਕਾਰਨ ਲਗਭਗ $150 ਬਿਲੀਅਨ ਦਾ ਘਾਟਾ ਝੇਲਿਆ ਸੀ। ਜੀ ਹੁਣ ਕਰ ਲਓ ਤੁਲਨਾ। ਕਲਾਈਮੇਟ ਚੇਂਜ ਵਿੱਚ 30 ਤੋਂ 40% ਯੋਗਦਾਨ ਮਾਂਸਾਹਾਰ ਦਾ ਹੁੰਦਾ ਹੈ। ਜੀ ਮਾਂਸਾਹਾਰ ਤੇ ਡੇਅਰੀ ਯਾਨੀ ਜੀ ਐਨੀਮਲ ਫਾਰਮਿੰਗ ਦਾ। ਮਾਂਸਾਹਾਰ ਤੇ ਡੇਅਰੀ ਇਹ ਮਿਲ ਕੇ ਕਲਾਈਮੇਟ ਚੇਂਜ ਦੇ ਲਗਭਗ 1/3 ਦੇ ਲਈ ਜ਼ਿੰਮੇਵਾਰ ਹੁੰਦੇ ਨੇ। 1/3 ਇਸ ਤੋਂ ਆਉਂਦਾ ਹੈ, ਬਾਕੀ ਹੋਰ ਕਾਰਨਾਂ ਤੋਂ ਆਉਂਦਾ ਹੈ, ਟਰਾਂਸਪੋਰਟੇਸ਼ਨ ਤੋਂ, ਫੋਸਿਲ ਫਿਊਲ ਤੋਂ, ਵਜ੍ਹਾ ਚੀਜ਼ਾਂ। ਤੇ ਜੇਕਰ ਕਲਾਈਮੇਟ ਚੇਂਜ ਦੀ ਵਜ੍ਹਾ ਤੋਂ ਭਾਰਤੀ ਅਰਥ ਵਿਵਸਥਾ ਨੇ $150 ਬਿਲੀਅਨ ਦਾ ਘਾਟਾ ਸਿਆ ਹੈ ਤਾਂ ਉਸ ਚੋਂ ਮਾਂਸਾਹਾਰ ਦੀ ਵਜ੍ਹਾ ਤੋਂ ਕਿੰਨਾ ਹੋਇਆ? 1/3 $50 ਬਿਲੀਅਨ। ਜੀ $50 ਬਿਲੀਅਨ ਦਾ ਅਸੀਂ ਘਾਟਾ ਝੇਲਿਆ ਹੈ ਮਾਂਸਾਹਾਰ ਦੀ ਵਜ੍ਹਾ ਤੋਂ। ਤੇ ਮਾਂਸਾਹਾਰ ਤੋਂ ਸਾਨੂੰ ਕੁੱਲ ਇਕਨੋਮਿਕ ਲਾਭ ਵੀ ਕਿੰਨਾ ਹੋਇਆ ਹੈ? $5 ਬਿਲੀਅਨ। ਤਾਂ ਜੋ ਲੋਕ ਇਹ ਤਰਕ ਦਿੱਤਾ ਕਰਦੇ ਨੇ ਕਿ ਮਾਂਸਾਹਾਰ ਤੋਂ ਤਾਂ ਅਰਥ ਵਿਵਸਥਾ ਵਿੱਚ ਪੈਸਾ ਆਉਂਦਾ ਹੈ ਨਾ, ਉਹ ਪਾਗਲ ਨੇ। ਜੇਕਰ ਮਾਂਸਾਹਾਰ ਤੋਂ ਅਰਥ ਵਿਵਸਥਾ ਵਿੱਚ $1 ਆਉਂਦਾ ਹੈ ਤਾਂ $10 ਦਾ ਨੁਕਸਾਨ ਹੁੰਦਾ ਹੈ। ਤੇ ਇਹ ਹਲੇ ਸਿਰਫ ਅਸੀਂ ਕਲਾਈਮੇਟ ਚੇਂਜ ਰਿਲੇਟਡ ਲਾਸ ਦੀ ਗੱਲ ਕੀਤੀ ਹੈ, ਅਜੇ ਅਸੀਂ ਮੈਡੀਕਲ ਨੁਕਸਾਨ ਦੀ ਗੱਲ ਨਹੀਂ ਕੀਤੀ ਹੈ। ਤੁਹਾਨੂੰ ਜੇਕਰ ਮਾਂਸਾਹਾਰ ਦੀ ਕੁੱਲ ਕਾਸਟ ਨੱਪਣੀ ਹੈ ਤਾਂ ਤੁਹਾਨੂੰ ਇਨਵਾਇਰਮੈਂਟਲ ਕਾਸਟ ਨੱਪਣੀ ਪਵੇਗੀ, ਤੁਹਾਨੂੰ ਹੈਲਥ ਕਾਸਟ ਨੱਪਣੀ ਪਵੇਗੀ ਤੇ ਇਕਨੋਮੀ ਵਿੱਚ ਜੋ ਸਬ ਆਪਟੀਮਲ ਡਿਸਟ੍ਰੀਬਿਊਸ਼ਨ ਤੇ ਯੂਟਿਲਾਈਜੇਸ਼ਨ ਆਫ ਰਿਸੋਰਸਸ ਹੋ ਰਿਹਾ ਹੈ ਤੁਹਾਨੂੰ ਉਸ ਦੀ ਕਾਸਟ ਨੱਪਣੀ ਪਵੇਗੀ। ਜੀ ਤਾਂ ਤੁਹਾਨੂੰ ਪਤਾ ਚਲੇਗਾ ਕਿ ਮਾਂਸਾਹਾਰ ਤੋਂ ਅਰਥ ਵਿਵਸਥਾ ਨੂੰ ਕਿੰਨਾ ਭਾਰੀ ਨੁਕਸਾਨ ਹੁੰਦਾ ਹੈ। ਭਾਰਤ ਨੂੰ ਗਰੀਬ ਬਣਾਏ ਰੱਖਣ ਵਿੱਚ ਮਾਂਸਾਹਾਰ ਦਾ ਰੋਲ ਵੱਧਦਾ ਹੀ ਜਾ ਰਿਹਾ ਹੈ। ਇਹ ਜੋ ਅਸੀਂ ਐਕਸਪੋਰਟ ਕਰਦੇ ਹਾਂ ਨਾ, ਅਸੀਂ ਸੋਚਦੇ ਹਾਂ ਕਿ ਐਕਸਪੋਰਟ ਕਰਨ ਨਾਲ ਸਾਨੂੰ ਰੈਵਨਿਊ ਮਿਲ ਰਹੀ ਹੈ। ਲਗਾਤਾਰ ਅਸੀਂ ਮਾਸ ਐਕਸਪੋਰਟ ਕਰ ਰਹੇ ਹਾਂ। ਹੁਣ ਤਾਂ ਸਰਕਾਰ ਚਾਹੁੰਦੀ ਹੈ ਕਿ ਅਸੀਂ ਜ਼ਿੰਦਾ ਜਾਨਵਰਾਂ ਨੂੰ ਐਕਸਪੋਰਟ ਕਰੀਏ। ਜੀ ਤੇ ਅਸੀਂ ਪਿੰਕ ਰੈਵੋਲੂਸ਼ਨ ਯਾਨੀ ਮਾਸ ਤੇ ਬਲੂ ਰੈਵੋਲੂਸ਼ਨ ਯਾਨੀ ਮੱਛਲੀ, ਅਸੀਂ ਇਹ ਸਭ ਕਰਦੇ ਹੀ ਜਾ ਰਹੇ ਹਾਂ ਕਿ ਆਪਣੀ ਛੋਟੀ ਬੁੱਧੀ ਤੋਂ ਸਾਨੂੰ ਲੱਗ ਰਿਹਾ ਹੈ ਕਿ ਇਹ ਸਭ ਕਰਕੇ ਸਾਨੂੰ ਮੁਨਾਫਾ ਮਿਲ ਰਿਹਾ। ਤੁਹਾਨੂੰ ਮੁਨਾਫਾ ਨਹੀਂ ਮਿਲ ਰਿਹਾ। $1 ਜੋ ਤੁਸੀਂ ਕਮਾਉਂਦੇ ਹੋ ਮਾਸ ਦੇ ਮਾਧਿਅਮ ਤੋਂ, ਭਾਵੇਂ ਕੰਜ਼ੰਪਸ਼ਨ ਭਾਵੇਂ ਐਕਸਪੋਰਟ, ਉਹਦੇ ਏਵਜ ਵਿੱਚ ਤੁਸੀਂ $10 ਗਵਾਉਂਦੇ ਹੋ। ਲੇਕਿਨ ਇਹ ਸਿੱਧਾ ਸਾਦਾ ਅਰਥ ਸ਼ਾਸਤਰ ਨਾ ਸਾਡੇ ਲੋਕਾਂ ਨੂੰ ਸਮਝ ਵਿੱਚ ਆ ਰਿਹਾ ਹੈ, ਨਾ ਸਾਡੀ ਸਰਕਾਰਾਂ ਨੂੰ ਸਪਸ਼ਟ ਹੋ ਰਿਹਾ ਹੈ। ਗਰੀਬੀ ਹਟਾਉਣੀ ਹੈ ਤਾਂ ਮਾਂਸਾਹਾਰ ਹਟਾਉਣਾ ਪਵੇਗਾ। ਮਾਂਸਾਹਾਰ ਵੱਡੇ ਤੋਂ ਵੱਡਾ ਕਾਰਨ ਹੈ। ਜੀ ਮੈਂ ਇਸ ਵਿੱਚ ਇੱਕ ਚੀਜ਼ ਦੇਖ ਰਿਹਾ, ਜਿਵੇਂ ਤੁਸੀਂ ਗੱਲ ਕੀਤੀ ਕਲਾਈਮੇਟ ਚੇਂਜ ਦੀ ਵਜ੍ਹਾ ਨਾਲ ਜੋ ਇਕਨੋਮਿਕ ਲਾਸ ਹੋ ਰਿਹਾ ਹੈ, ਮੈਂ ਉਹਦੇ ਬਾਰੇ ਕੁਝ ਡੇਟਾ ਕੱਢਿਆ ਸੀ। ਤਾਂ ਇੱਕ ਨਿਊਯਾਰਕ ਟਾਈਮਜ਼ ਦਾ ਹੀ ਆਰਟੀਕਲ ਸੀ ਜਿੱਥੇ ਗੱਲ ਕੀਤੀ ਗਈ ਹੈ ਕਿ ਹਾਲੇ ਵਿੱਚ 2021 ਤੋਂ ਹੀ ਇਹ ਸ਼ੁਰੂ ਹੋ ਚੁੱਕਿਆ ਹੈ ਕਿ ਜੋ ਗਲੋਬਲ ਕਲਾਈਮੇਟ ਚੇਂਜ ਹੈ ਉਹਦੇ ਅਸਰ ਜੋ ਗਲੋਬਲ ਇਕਨੋਮੀ ਤੇ ਪੈਣਾ ਸ਼ੁਰੂ ਹੋ ਗਿਆ ਹੈ, ਜੋ ਕਿ 11 ਤੋਂ 14% ਤੇ ਕਿਹਾ ਜਾ ਰਿਹਾ ਹੈ ਕਿ 11 ਤੋਂ 14% ਕਿਸ ਚੀਜ਼ ਦਾ? ਜੋ ਪੂਰਾ ਜੀਡੀਪੀ ਹੈ, ਟੋਟਲ ਜੀਡੀਪੀ, ਦੁਨੀਆ ਦੀ ਜੀਡੀਪੀ ਦਾ 11 ਤੋਂ 14% ਘੱਟ ਹੋਣਾ ਸ਼ੁਰੂ ਹੋ ਚੁੱਕਿਆ ਹੈ ਸਿਰਫ ਕਲਾਈਮੇਟ ਚੇਂਜ ਦੇ ਕਾਰਨ। ਚੇਂਜ ਇਹ ਗੱਲ ਵੀ ਜ਼ਰਾ ਇੱਥੇ ਤੁਸੀਂ ਅੰਕਿਤ ਹੋ ਜਾਣ ਦੇਣਾ, ਛਪਣ ਦੇਣਾ। ਜੀ ਗਲੋਬਲ ਇਕਨੋਮੀ ਦਾ 11 ਤੋਂ 14%। ਜੀ ਤਾਂ ਭਾਰਤ ਦੀ ਜੇ ਤੁਸੀਂ ਮੋਟਾ ਮੰਨ ਲਓ 3.5 ਟ੍ਰਿਲੀਅਨ ਡਾਲਰ ਇਕਨੋਮੀ ਮੰਨੋ ਤੁਸੀਂ, ਤਾਂ ਤੁਸੀਂ ਕਿੰਨਾ ਲੂਜ਼ ਕਰਨਾ ਸ਼ੁਰੂ ਕਰ ਦਿੱਤਾ ਹੈ? ਘੱਟ ਤੋਂ ਘੱਟ $300 ਬਿਲੀਅਨ। ਜੀ $300 ਬਿਲੀਅਨ ਕਲਾਈਮੇਟ ਚੇਂਜ ਤੋਂ ਨੁਕਸਾਨ ਹੋਣਾ ਪ੍ਰਤੀ ਸਾਲ ਸ਼ੁਰੂ ਹੋ ਚੁੱਕਿਆ ਹੈ। ਗਰੀਬੀ ਸਮਝੋ ਤੇ ਕਲਾਈਮੇਟ ਚੇਂਜ ਦਾ ਜੀ ਸ਼ਾਇਦ ਸਭ ਤੋਂ ਵੱਡਾ ਕਾਰਨ ਮਾਂਸਾਹਾਰ ਹੈ। ਇਹ ਗੱਲ ਵੀ ਚੰਗੀ ਤਰ੍ਹਾਂ ਦਿਮਾਗ ਵਿੱਚ ਲੈ ਕੇ ਆਓ। ਤੁਸੀਂ ਕਲਾਈਮੇਟ ਐਕਟਿਵਿਜ਼ਮ ਦੀ ਗੱਲ ਕਰਦੇ ਹੋ, ਤੁਸੀਂ ਗਲੋਬਲ ਵਾਰਮਿੰਗ ਰੌਲਾ ਪਾਉਂਦੇ ਹੋ, ਤੁਸੀਂ ਕਹਿੰਦੇ ਹੋ ਅਰੇ ਵੈਦਰ ਕਲਾਈਮੇਟ ਪੈਟਰਨਸ ਚੇਂਜ ਹੋ ਰਹੇ ਨੇ, ਇਹ ਸਭ ਗੱਲਾਂ ਤੁਸੀਂ ਕਰਦੇ ਹੋ। ਅੱਜ ਗਰਮੀ ਜ਼ਿਆਦਾ ਹੋ ਗਈ, ਅਰੇ ਬਿਨ ਮੌਸਮ ਬਰਸਾਤ ਹੋ ਗਈ, ਇਹ ਸਭ ਹੋ ਗਿਆ, ਇਹ ਹੀਟ ਵੇਵ ਅਚਾਨਕ ਕਿੱਥੋਂ ਦੀ ਆ ਗਈ, ਇਹ ਸਭ ਤੁਸੀਂ ਕਹਿੰਦੇ ਹੋ ਰਿਹਾ ਹੈ। ਉਸ ਦਾ ਬਹੁਤ ਵੱਡਾ ਕਾਰਨ ਮਾਂਸਾਹਾਰ ਹੈ। ਇਹ ਗੱਲ ਮੀਡੀਆ ਤੁਹਾਡੇ ਸਾਹਮਣੇ ਨਹੀਂ ਲਿਆ ਰਿਹਾ ਹੈ। ਜੀ ਇਹ ਗੱਲ ਐਜੂਕੇਸ਼ਨ ਵਿੱਚ ਵੀ ਸਾਨੂੰ ਦੱਸੀ ਨਹੀਂ ਜਾ ਰਹੀ ਹੈ। ਇਹ ਸਭ ਗੱਲਾਂ ਲੁਕਾਈਆਂ ਜਾ ਰਹੀਆਂ ਨੇ। ਕਿਉਂ ਲੁਕਾਈਆਂ ਜਾ ਰਹੀਆਂ ਨੇ? ਕਿਉਂਕਿ ਸਰਕਾਰਾਂ ਦਾ ਵੀ ਸਵਾਰਥ ਹੈ ਤੇ ਆਰਗੇਨਾਈਜ਼ਡ ਜੋ
ਸਲੋਟਰ ਹਾਊਸ ਨੇ, ਮੀਟ ਇੰਡਸਟਰੀ ਹੈ, ਜੀ ਪ੍ਰੋਸੈਸਡ ਫੂਡ ਇੰਡਸਟਰੀ ਹੈ ਜੀ ਤੇ ਡੇਅਰੀ ਇੰਡਸਟਰੀ ਹੈ। ਜੀ ਇਹਨਾਂ ਸਭ ਦਾ ਬਹੁਤ ਵੱਡਾ ਸਵਾਰਥ ਹੈ ਤੁਹਾਡੇ ਤੋਂ ਸੱਚਾਈ ਛੁਪਾਉਣ ਵਿੱਚ। ਜੀ ਤੁਹਾਨੂੰ ਦੱਸ ਨਹੀਂ ਰਹੇ ਨੇ ਜੀ ਕਿ ਭਾਰਤ ਦੀ ਤੇ ਦੁਨੀਆ ਦੀ ਦੁਰਦਸ਼ਾ ਵਿੱਚ ਜੀ। ਤੇ ਗਰੀਬੀਆਂ ਵਿੱਚ ਹਰ ਤਰੀਕੇ ਦੀ ਜੀ ਇਹ ਜੋ ਪੂਰਾ ਐਨੀਮਲ ਪ੍ਰੋਡਕਟਸ ਦਾ ਕੰਜ਼ੰਪਸ਼ਨ ਹੈ, ਭਾਵੇਂ ਉਹ ਦੁੱਧ ਹੋਵੇ, ਭਾਵੇਂ ਉਹ ਮਾਂਸ ਹੋਵੇ ਤੇ ਭਾਵੇਂ ਉਹ ਫਰ ਵਗੈਰਾ ਹੋਵੇ, ਕਿੰਨਾ ਵੱਡਾ ਜੀ। ਹੱਥ ਹੈ। ਜਿਵੇਂ ਤੁਸੀਂ ਇਹ ਡੇਟਾ ਇੱਕ ਤਰੀਕੇ ਨਾਲ ਨਾ ਦੱਸਣ ਵਾਲੀ ਗੱਲ ਕੀਤੀ ਹੈ, ਤਾਂ ਮੈਨੂੰ ਇੱਕ ਚੀਜ਼ ਯਾਦ ਆ ਰਹੀ ਕਿ ਜੋ ਕਲਾਈਮੇਟ ਚੇਂਜ ਤੋਂ ਰਿਲੇਟਡ ਰਿਸਰਚ ਪੇਪਰ ਹੁੰਦੇ ਨੇ, ਉਹਨਾਂ ਵਿੱਚ ਏਸ਼ੀਆ ਪੈਸੀਫਿਕ ਦਾ ਯੋਗਦਾਨ ਸਿਰਫ 2% ਹੈ। ਤਾਂ ਤੁਸੀਂ ਇਹ ਪਾਓਗੇ ਕਿ ਜੋ ਮੇਜਰ ਡੇਟਾ ਸਾਨੂੰ ਮਿਲਦਾ ਹੈ, ਉਹ ਬਾਹਰ ਦੀਆਂ ਏਜੰਸੀਆਂ ਤੋਂ ਮਿਲਦਾ ਹੈ ਕਿ ਕਿਸ ਤਰ੍ਹਾਂ ਤੋਂ ਕਲਾਈਮੇਟ ਚੇਂਜ ਰਿਸਰਚ ਪੇਪਰ ਦਾ 2% ਬੋਲਿਆ ਹੈ। ਕੋਈ ਇਹ ਨਾ ਸੋਚੇ ਕਿ ਏਸ਼ੀਆ ਪੈਸੀਫਿਕ ਦਾ ਕਲਾਈਮੇਟ ਚੇਂਜ ਵਿੱਚ ਨਹੀਂ, ਯੋਗਦਾਨ ਨਹੀਂ, 2% ਹੈ। ਉਹ ਇਹ ਕਹਿ ਰਹੇ ਨੇ ਕਿ ਜੇ 100 ਰਿਸਰਚ ਪੇਪਰ ਛਪਦੇ ਹਨ ਤਾਂ ਇਹ ਜੋ ਪੂਰਾ ਏਸ਼ੀਆ ਪ੍ਰਸ਼ਾਂਤ ਖੇਤਰ ਹੈ, ਯਾਨੀ ਜਿਸ ਵਿੱਚ ਏਸ਼ੀਆ ਦੇ ਦੇਸ਼ ਆ ਗਏ ਤੇ ਇਹ ਆਸਟ੍ਰੇਲੀਆ ਵਗੈਰਾ ਸਭ ਆ ਗਏ, ਇਹਦੇ ਵਿੱਚੋਂ ਸਿਰਫ 2 ਰਿਸਰਚ ਪੇਪਰ ਛਪਦੇ ਨੇ। ਯਾਨੀ ਇਹਨਾਂ ਥਾਵਾਂ ਤੇ ਰਿਸਰਚ ਹੀ ਨਹੀਂ ਕੀਤੀ ਜਾ ਰਹੀ ਹੈ। ਜੀ ਕਲਾਈਮੇਟ ਚੇਂਜ ਸਾਨੂੰ ਬਰਬਾਦ ਕਰ ਰਿਹਾ ਹੈ ਤੇ ਕਲਾਈਮੇਟ ਚੇਂਜ ਦਾ ਵੱਡੇ ਤੋਂ ਵੱਡਾ ਕਾਰਨ ਮਾਂਸਾਹਾਰ ਹੈ। ਇਹ ਗੱਲ ਵੀ ਸਾਨੂੰ ਅਮਰੀਕਾ ਤੇ ਯੂਰਪ ਵਾਲੇ ਦੱਸ ਰਹੇ ਨੇ। ਭਾਰਤ ਜਿਹੇ ਦੇਸ਼ਾਂ ਵਿੱਚ ਇਸ ਗੱਲ ਤੇ ਰਿਸਰਚ ਹੀ ਨਹੀਂ ਹੋ ਰਹੀ ਹੈ। ਨਾ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਹੋ ਰਹੀ ਹੈ ਤੇ ਨਾ ਹੀ ਸਰਕਾਰੀ ਸੰਸਥਾਨਾਂ ਵਿੱਚ ਹੋ ਰਹੀ ਹੈ। ਜਿਵੇਂ ਸਰਕਾਰ ਦਾ ਆਪਣਾ ਕੋਈ ਇਹਦੇ 'ਚ ਸਵਾਰਥ ਹੋਵੇ ਕਿ ਇਹ ਡੇਟਾ ਲੁਕਾਓ, ਬਲਕਿ ਸਰਕਾਰਾਂ ਇੱਕ ਤੋਂ ਬਾਅਦ ਇੱਕ ਜੋ ਭਾਰਤ ਵਿੱਚ ਸਰਕਾਰਾਂ ਆ ਰਹੀਆਂ ਨੇ, ਉਹ ਲਗਾਤਾਰ ਐਸੀਆਂ ਨੀਤੀਆਂ ਬਣਾ ਰਹੀਆਂ ਹਨ ਕਿ ਭਾਰਤ ਪੂਰੇ ਜਗਤ ਦਾ ਬੁੱਚੜਖਾਨਾ ਬਣ ਜਾਵੇ। ਭਾਰਤ ਇਸ ਦੁਨੀਆ ਦਾ ਸਲੋਟਰ ਹਾਊਸ ਹੋਵੇ। ਸਰਕਾਰਾਂ ਪੂਰੀ ਦੁਨੀਆ ਤੋਂ ਕਹਿ ਰਹੀਆਂ ਨੇ ਕਿ ਦੱਸੋ ਤੁਹਾਨੂੰ ਕਿਹੜਾ ਮਾਂਸ ਖਾਣਾ ਹੈ, ਅਸੀਂ ਭਾਰਤ ਵਿੱਚ ਵੜ ਕੇ ਅੱਗੇ ਤੁਹਾਨੂੰ ਐਕਸਪੋਰਟ ਕਰਾਂਗੇ। ਇਹ ਕਿਵੇਂ ਹੋ ਸਕਦਾ ਹੈ ਕਿ ਭਾਰਤ ਜਿਸ ਥਾਂ ਤੇ ਹਿੰਦੂਇਜ਼ਮ, ਸਿੱਖੀਜ਼ਮ, ਜੈਨਿਜ਼ਮ, ਬੁੱਧਿਜ਼ਮ ਹੈ, ਜੋ ਇੱਥੇ ਸਭ ਤੋਂ ਜੋ ਵੱਡੇ ਧਰਮ ਨੇ, ਉਹ ਲਗਾਤਾਰ ਅਹਿੰਸਾ ਦੀ ਗੱਲ ਕਰਦੇ ਨੇ, ਕਰੁਣਾ ਦੀ ਗੱਲ ਕਰਦੇ ਨੇ, ਉਹ ਦੁਨੀਆ ਦਾ ਸਭ ਤੋਂ ਵੱਡਾ ਬੀਫ ਐਕਸਪੋਰਟਰ ਬਣ ਗਿਆ। ਇਹ ਕਿਵੇਂ ਹੋ ਸਕਦਾ ਹੈ? ਇਹ ਕੁਝ ਨਹੀਂ ਹੈ, ਇਹ ਪੈਸੇ ਦੀ ਹਵਸ ਹੈ ਤੇ ਨਤੀਜਿਆਂ ਦੇ ਪ੍ਰਤੀ ਅਗਿਆਨਤਾ ਹੈ। ਅਸੀਂ ਨਹੀਂ ਜਾਣਦੇ ਕਿ ਪੈਸੇ ਦੀ ਇਹ ਹਵਸ ਸਾਨੂੰ ਕਿੰਨੀ ਮਹਿੰਗੀ ਪੈ ਰਹੀ ਹੈ। ਇਹਦੇ ਨਾਲ ਸਾਡੀ ਚੇਤਨਾ ਤਾਂ ਡਿੱਗ ਹੀ ਰਹੀ ਹੈ, ਪੈਸਾ ਵੀ ਨਹੀਂ ਮਿਲ ਰਿਹਾ ਹੈ, ਉਲਟੇ ਹੋਰ ਗਰੀਬ ਹੋ ਰਿਹਾ ਸੀ। ਜੀ ਜੀ ਅਜੇ ਕੁਝ ਪਿਛਲੇ ਦਿਨਾਂ ਤੋਂ ਬੜੀ ਨਿਊਜ਼ ਵਿੱਚ ਆ ਰਹੀ ਹੈ ਗੱਲ ਕਿ ਇਹ ਜੋ ਸਬਜ਼ੀਆਂ ਦੇ ਦਾਮ ਨੇ ਉਹ ਕਿੰਨੇ ਵੱਧ ਗਏ ਨੇ, ਪਰ ਕੋਈ ਵੀ ਇਸ ਪਾਸੇ ਇਸ਼ਾਰਾ ਨਹੀਂ ਕਰ ਰਿਹਾ ਕਿ ਸਬਜ਼ੀਆਂ ਦੇ ਦਾਮ ਵੱਧਦੇ ਨੇ। ਇਹ ਜਿੰਨੇ ਵੀ ਐਕਸਟ੍ਰੀਮ ਵੈਦਰ ਇਵੈਂਟਸ ਆਉਂਦੇ ਨੇ, ਬਾਰਿਸ਼ ਜ਼ਿਆਦਾ ਹੋ ਗਈ, ਕਦੀ ਧੁੱਪ ਜ਼ਿਆਦਾ ਵੱਧ ਗਈ ਜਾਂ ਫਸਲ ਖਰਾਬ ਹੋ ਗਈ, ਇਹ ਜੋ ਅਸਾਧਾਰਨ ਮੌਸਮੀ ਘਟਨਾਵਾਂ ਆ ਰਹੀਆਂ ਨੇ, ਮੈਂ ਲੋਕਾਂ ਨੂੰ ਸਮਝਾਉਣ ਦੇ ਲਈ ਬੋਲ ਰਿਹਾ। ਉਦਾਹਰਨ ਦੇ ਲਈ ਕਣਕ ਦੀ ਫਸਲ ਹੈ, ਜਾਂ ਜੇ ਗਰਮੀਆਂ ਵਿੱਚ ਬਹੁਤ ਜ਼ੋਰ ਨਾਲ ਬਾਰਿਸ਼ ਹੋ ਗਈ ਹੈ, ਅੰਬ ਖਰਾਬ ਹੋ ਗਿਆ ਹੈ, ਅੰਬ ਮਹਿੰਗਾ ਆ ਰਿਹਾ ਹੈ। ਜੀ ਆਮ ਬੰਦਾ ਖੈਰ ਅੰਬ ਤੋਂ ਇੰਨਾ ਪ੍ਰਭਾਵਿਤ ਨਹੀਂ ਹੁੰਦਾ। ਆਮ ਇਨਸਾਨ ਨੂੰ ਜ਼ਿਆਦਾ ਫਰਕ ਪੈਂਦਾ ਹੈ ਟਮਾਟਰ, ਪਿਆਜ਼, ਆਲੂ, ਟਮਾਟਰ ਨਾਲ, ਪਿਆਜ਼ ਦੇ ਨਾਲ, ਦਾਲ ਤੋਂ, ਚਾਵਲ, ਖੰਡ, ਇਹਦੇ ਤੋਂ ਜ਼ਿਆਦਾ ਫਰਕ ਪੈਂਦਾ ਹੈ। ਇਹ ਸਭ ਦੇ ਦਾਮ ਵੱਧਦੇ ਕਿਉਂ ਨੇ? ਇਹਨਾਂ ਸਭ ਦੇ ਦਾਮ ਵੱਧਦੇ ਨੇ ਕਲਾਈਮੇਟ ਚੇਂਜ ਨਾਲ। ਬਿਨਾਂ ਮੌਸਮ ਬਾਰਿਸ਼ ਹੋ ਗਈ ਜਾਂ ਬਾਰਿਸ਼ ਹੋਈ ਹੀ ਨਹੀਂ, ਜਾਂ ਐਕਸਟ੍ਰੀਮ ਹੀਟ ਹੋ ਗਈ, ਜਾਂ ਜਿੱਥੇ ਕੋਰਾ ਨਹੀਂ ਪੈਣਾ ਸੀ ਉੱਥੇ ਕੋਰਾ ਪੈ ਗਿਆ। ਇਹਦੇ ਨਾਲ ਫਸਲਾਂ ਤਬਾਹ ਹੁੰਦੀਆਂ ਨੇ। ਤੇ ਇਹ ਜੋ ਐਕਸਟ੍ਰੀਮ ਵੈਦਰ ਇਵੈਂਟਸ ਹੁੰਦੇ ਨੇ, ਇਹ ਕਿਉਂ ਹੁੰਦੇ ਨੇ? ਕਲਾਈਮੇਟ ਚੇਂਜ ਨਾਲ ਹੁੰਦੇ ਨੇ। ਤੇ ਕਲਾਈਮੇਟ ਚੇਂਜ ਕਿਸ ਨਾਲ ਹੁੰਦਾ ਹੈ? ਕਲਾਈਮੇਟ ਚੇਂਜ ਇੱਕ ਤਾਂ ਹੁੰਦਾ ਹੀ ਹੈ ਜੋ ਤੁਸੀਂ ਫੋਸਿਲ ਫਿਊਲ ਦਾ ਉਤਸਰਜਨ ਕਰਦੇ ਹੋ, ਜਿਸ ਵਿੱਚ ਤੁਹਾਡਾ ਟਰਾਂਸਪੋਰਟੇਸ਼ਨ ਸ਼ਾਮਿਲ ਹੈ, ਇਲੈਕਟ੍ਰਿਸਿਟੀ ਜਨਰੇਸ਼ਨ, ਕੋਲ ਫਾਇਰਡ ਪਾਵਰ ਪਲਾਂਟ ਸ਼ਾਮਿਲ ਨੇ। ਉਹਨਾਂ ਸਭ ਦੇ ਬਾਅਦ ਜਾਂ ਉਹਨਾਂ ਸਭ ਦੇ ਪੈਰਲਲ, ਉਹਨਾਂ ਹੀ ਸਭ ਦੇ ਬਰਾਬਰ ਜੋ ਕਲਾਈਮੇਟ ਚੇਂਜ ਹੁੰਦਾ ਹੈ, ਉਹ ਹੁੰਦਾ ਹੈ ਐਨੀਮਲ ਫਾਰਮਿੰਗ ਤੋਂ। ਜੋ ਅਸੀਂ ਜਾਨਵਰਾਂ ਨੂੰ ਵੱਡਾ ਕਰਦੇ ਹਾਂ, ਦੁੱਧ, ਦਹੀਂ, ਲੱਸੀ ਦੇ ਲਈ ਜਾਂ ਮਾਂਸ ਦੇ ਲਈ, ਉੱਥੋਂ ਦੀ ਆਉਂਦਾ ਹੈ। ਤੇ ਉਹ ਜੋ ਮਾਂਸਾਹਾਰੀ ਹੈ, ਉਹਦੀ ਜੋ ਮਾਂਸ ਦੀ ਆਦਤ ਹੈ, ਉਹਦੀ ਵਜ੍ਹਾ ਨਾਲ ਸਬਜ਼ੀਆਂ ਦੇ ਦਾਮ ਵਧ ਰਹੇ ਨੇ। ਪਰ ਜਿਸ ਵਿਚਾਰੀ ਜਨਾਨੀ ਦੇ ਕਿਚਨ ਤੇ ਸਭ ਤੋਂ ਜ਼ਿਆਦਾ ਚੋਟ ਪੈ ਰਹੀ ਹੈ, ਕਿਉਂਕਿ ਸਬਜ਼ੀਆਂ ਦੇ ਦਾਮ ਵੱਧ ਗਏ, ਫਲਾਂ ਦੇ ਦਾਮ ਵੱਧ ਗਏ, ਗ੍ਰੇਨਸ, ਅੰਨ ਦੇ ਦਾਮ ਵੱਧ ਗਏ, ਉਹ ਇਹ ਕਦੇ ਸਮਝ ਹੀ ਨਹੀਂ ਪਾਉਂਦੀ ਹੈ ਕਿ ਉਹ ਆਪ ਤਾਂ ਸ਼ਾਕਾਹਾਰੀ ਹੈ, ਪਰ ਉਹਦੀ ਰਸੋਈ ਵਿੱਚ ਖਾਣੇ ਨੂੰ ਇਸ ਕਰਕੇ ਨਹੀਂ ਹੈ ਕਿਉਂਕਿ ਗਵਾਂਢੀ ਨੂੰ ਮਾਂਸ ਖਾਣਾ ਹੈ। ਇਹ ਜੋ ਮਾਂਸਾਹਾਰੀ ਇਨਸਾਨ ਹੈ, ਇਹ ਆਪਣੇ ਵਾਸਤੇ ਤਾਂ ਅਭਿਸ਼ਾਪ ਹੈ ਹੀ, ਇਹ ਪੂਰੇ ਸਮਾਜ ਦੇ ਉੱਪਰ ਇੱਕ ਬੋਝ ਹੁੰਦਾ ਹੈ। ਤੇ ਇਹ ਗੱਲ ਮੈਂ ਸਪਿਰਿਚੁਅਲ ਐਂਗਲ ਤੋਂ ਨਹੀਂ, ਇਕਨੋਮਿਕ ਐਂਗਲ ਤੋਂ ਬੋਲ ਰਿਹਾ ਹਾਂ, ਇਹ ਸਮਝਣਾ। ਜੀ ਇਸੇ ਵਿੱਚ ਜੋ ਅਸੀਂ ਹੁਣੇ ਗੱਲ ਕਰ ਰਹੇ ਸੀ ਕਿ ਕਿਸ ਤਰ੍ਹਾਂ ਨਾਲ ਜੋ ਗਲੋਬਲ GDP ਹੈ ਉਹ ਹੁਣ ਤੋਂ ਘੱਟ ਹੋਣਾ ਸ਼ੁਰੂ ਹੋ ਗਿਆ ਹੈ। ਉਹਦੇ ਅੱਗੇ ਦਾ ਪ੍ਰੋਜੈਕਸ਼ਨ ਹੈ ਕਿ
2050 ਤੱਕ ਜੋ ਗਲੋਬਲ ਜੀਡੀਪੀ ਹੈ ਉਹ ਸਾਲਾਨਾ $23 ਟ੍ਰਿਲੀਅਨ ਨਾਲ ਘਟ ਜਾਵੇਗਾ। $23 ਟ੍ਰਿਲੀਅਨ ਦਾ ਨੁਕਸਾਨ ਗਲੋਬਲ ਜੀਡੀਪੀ ਨੂੰ, ਠੀਕ ਹੈ? ਸਮਝੋ, ਭਾਰਤ ਦੀ ਆਬਾਦੀ ਦੁਨੀਆ ਦੀ ਆਬਾਦੀ ਦੀ ਲਗਭਗ 16% ਹੈ। ਹੁਣ 1/6 ਦੁਨੀਆ ਦੀ 800 ਕਰੋੜ ਹੈ, ਭਾਰਤ ਦੀ 140 ਕਰੋੜ ਹੈ, ਤਾਂ ਮੋਟਾ-ਮੋਟਾ 1/6 ਦਾ ਹੈ, ਤਾਂ 16% ਅਜੇ ਹੈ। 16% ਭਾਰਤ ਦੀ ਆਬਾਦੀ ਦੁਨੀਆ ਦੀ ਤੇ ਦੁਨੀਆ ਦੇ ਕੁੱਲ ਜੀਡੀਪੀ ਦਾ 4-5%, ਲਗਭਗ 4% ਜੀਡੀਪੀ ਅਜੇ ਭਾਰਤ ਦਾ ਹੈ। 2050 ਤੱਕ ਮੰਨ ਲਓ ਕਿ ਦੁਨੀਆ ਦਾ 8-10% ਜੀਡੀਪੀ ਭਾਰਤ ਤੋਂ ਆਏਗਾ। 2050 ਤੱਕ 8-10% ਜੀਡੀਪੀ ਭਾਰਤ ਤੋਂ ਆਏਗਾ ਤੇ $23 ਟ੍ਰਿਲੀਅਨ ਦਾ ਨੁਕਸਾਨ ਹੋ ਰਿਹਾ ਹੈ ਗਲੋਬਲ ਜੀਡੀਪੀ ਨੂੰ। ਤਾਂ ਭਾਰਤ ਦੀ ਜੀਡੀਪੀ ਦਾ ਕਿੰਨਾ ਨੁਕਸਾਨ ਹੋਵੇਗਾ? 8-10% ਦੁਨੀਆ ਦਾ ਜੀਡੀਪੀ ਭਾਰਤ ਤੋਂ ਆ ਰਿਹਾ ਹੈ। $23 ਟ੍ਰਿਲੀਅਨ ਦੁਨੀਆ ਦੀ ਜੀਡੀਪੀ ਦਾ ਨੁਕਸਾਨ ਹੈ ਤਾਂ ਭਾਰਤ ਦਾ ਵੀ ਕਰੀਬ $2 ਟ੍ਰਿਲੀਅਨ ਦਾ ਨੁਕਸਾਨ ਤੇ ਹੋਵੇਗਾ, ਨਿਸ਼ਚਿਤ ਹੈ। $2 ਟ੍ਰਿਲੀਅਨ ਦਾ $2 ਟ੍ਰਿਲੀਅਨ ਸਮਝ ਲਓ ਕਿੰਨਾ ਹੁੰਦਾ ਹੈ ਭਾਰਤ ਦੇ ਵਰਤਮਾਨ ਜੀਡੀਪੀ ਦਾ 60-70%। ਅਸੀਂ ਇੰਨੀ ਕਰਾਰੀ ਇਕਨੋਮਿਕ ਸੱਟ ਝੇਲਣ ਵਾਲੇ ਹਾਂ ਕਲਾਈਮੇਟ ਚੇਂਜ ਦੀ ਵਜ੍ਹਾ ਤੋਂ, ਤੇ ਕਲਾਈਮੇਟ ਚੇਂਜ ਤੇ ਮਾਨਸਾਹਾਰ ਆਪਸ ਵਿੱਚ ਬਿਲਕੁਲ ਜੁੜੀਆਂ ਹੋਈਆਂ ਗੱਲਾਂ ਨੇ, ਭੁੱਲਣਾ ਨਹੀਂ ਜੀ। ਮਾਨਸਾਹਾਰ ਤੋਂ ਜ਼ਿਆਦਾ ਜੇ ਮੈਂ ਰਿਸਪੌਂਸਿਬਲ ਮੰਨਦਾ ਹਾਂ ਕਲਾਈਮੇਟ ਚੇਂਜ ਨੂੰ ਤਾਂ ਉਹ ਇੱਕ ਚੀਜ਼ ਹੈ, ਪੋਪੂਲੇਸ਼ਨ। ਕਿਉਂਕਿ ਕਲਾਈਮੇਟ ਚੇਂਜ ਆਉਂਦਾ ਹੈ ਕੰਜ਼ੰਪਸ਼ਨ ਨਾਲ, ਤੇ ਕੰਜ਼ੰਪਸ਼ਨ ਕਰਨ ਦੇ ਲਈ ਕੰਜ਼ਿਊਮਰ ਚਾਹੀਦਾ ਹੈ, ਤੇ ਕੰਜ਼ਿਊਮਰ ਆਉਂਦਾ ਹੈ ਜਦੋਂ ਇਨਸਾਨ ਬੱਚਾ ਪੈਦਾ ਕਰਦਾ ਹੈ। ਸਮਝ ਵਿੱਚ ਆ ਰਹੀ ਗੱਲ? ਅਸੀਂ ਇੰਨੇ ਵੱਡੇ ਜਵਾਲਾਮੁਖੀ ਦੇ ਮੂੰਹ ਤੇ ਖੜੇ ਹੋਏ ਹਾਂ, ਸਾਨੂੰ ਇਹ ਗੱਲ ਸਮਝ ਨਹੀਂ ਆ ਰਹੀ ਹੈ। ਜਦੋਂ ਕੋਈ ਕਹਿੰਦਾ ਜਾਨਵਰਾਂ ਨੂੰ ਨਾ ਮਾਰੋ ਤਾਂ ਸਾਨੂੰ ਲੱਗਦਾ ਅਰੇ ਤਾਂ ਬਸ ਐਵੇਂ ਕੋਈ ਮੋਰਲ ਜਿਹੀ ਨੈਤਿਕ ਜਿਹੀ ਗੱਲ ਕਰ ਰਹੇ ਨੇ। ਉਹ ਮੋਰਲ ਤੇ ਨੈਤਿਕ ਗੱਲ ਹੀ ਨਹੀਂ ਹੈ, ਉਹ ਉਸ ਤੋਂ ਅੱਗੇ ਵੱਧ ਕੇ ਇੱਕ ਆਰਥਿਕ ਇਕਨੋਮਿਕ ਗੱਲ ਵੀ ਹੈ। ਘੱਟ ਤੋਂ ਘੱਟ ਜੋ ਉਹਦੇ ਪਿੱਛੇ ਦਾ ਇਕਨੋਮਿਕ ਆਰਗੂਮੈਂਟ ਹੈ ਮੇਰੇ ਭਾਈ, ਉਹ ਤਾਂ ਸਮਝੋ ਜੀ। ਇਸੇ ਚੀਜ਼ ਤੇ ਮੈਂ ਇੱਕ ਹੋਰ ਚੀਜ਼ ਪੜ੍ਹੀ ਹੈ ਕਿ ਕਈ ਲੋਕਾਂ ਦਾ ਖਿਆਲ ਹੈ ਕਿ ਜੋ ਕਲਾਈਮੇਟ ਚੇਂਜ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਪਹਿਲੀ ਵਾਰੀ ਨਹੀਂ ਹੋ ਰਿਹਾ। ਧਰਤੀ ਦੇ ਇਸੇ ਤਰ੍ਹਾਂ ਦੇ ਕੈਟਾਸਟ੍ਰੋਫ ਬਹੁਤ ਵਾਰੀ ਹੋਇਆ, ਇਹ ਹੋਰ ਇੱਕ ਵਾਰੀ ਹੋ ਰਿਹਾ। ਭਾਈ ਪਹਿਲੇ ਜਦੋਂ ਵੀ ਹੋਇਆ ਏ ਇਨਸਾਨ ਦੇ ਕਾਰਨ ਨਹੀਂ ਹੋਇਆ ਏ। ਇਸ ਵਾਰ ਉਹ ਕਹਾਉਂਦਾ ਹੈ AGW, ਐਂਥਰੋਪੋਜੈਨਿਕ ਗਲੋਬਲ ਵਾਰਮਿੰਗ। ਸਿਰਫ GW ਨਹੀਂ ਹੁੰਦਾ, AGW ਹੁੰਦਾ ਹੈ, ਐਂਥਰੋਪੋਜੈਨਿਕ ਯਾਨੀ ਇਨਸਾਨ ਦੇ ਕਾਰਨ ਹੋਣ ਵਾਲੀ। ਪਹਿਲੇ 5 ਮਾਸ ਐਕਸਟੈਂਸ਼ਨ ਹੋ ਚੁੱਕੇ ਨੇ, ਉਹਨਾਂ 5 ਮਾਸ ਐਕਸਟੈਂਸ਼ਨ ਵਿੱਚੋਂ 3 ਉਸੇ ਕਾਰਨ ਤੋਂ ਹੋਏ ਸੀ ਜਿਸ ਕਾਰਨ ਤੋਂ ਇਹ ਜੋ 6ਵਾਂ ਮਾਸ ਐਕਸਟੈਂਸ਼ਨ ਹੈ ਇਹ ਚੱਲ ਰਿਹਾ ਹੈ। ਉਹ ਕੀ ਕਾਰਨ ਹੈ? ਪ੍ਰਿਥਵੀ ਦੇ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਤੇ ਹੋਰ ਗ੍ਰੀਨ ਹਾਊਸ ਗੈਸਾਂ ਦੀ ਹੱਦੋਂ ਵੱਧ ਮਾਤਰਾ। ਉਸ ਜ਼ਿਆਦਾ ਮਾਤਰਾ ਦੇ ਕਾਰਨ ਪਹਿਲੇ 5 ਵਾਰ ਪ੍ਰਿਥਵੀ ਤੋਂ ਜੀਵਨ ਪੂਰਾ ਨਸ਼ਟ ਹੋ ਚੁੱਕਾ ਹੈ, ਪੂਰਾ ਦਾ ਪੂਰਾ। ਪਹਿਲੇ 5 ਵਾਰ ਐਸਾ ਹੋ ਚੁੱਕਾ ਹੈ। ਇਸ ਵਾਰ ਵੱਖਰੀ ਗੱਲ ਇਹ ਹੈ ਕਿ ਇਸ ਵਾਰ ਉਹ ਪ੍ਰਕਿਰਤੀ ਦੇ ਕਾਰਨ ਨਹੀਂ ਹੋ ਰਿਹਾ ਹੈ, ਪ੍ਰਾਕ੍ਰਿਤਿਕ ਸੰਯੋਗੀ ਕਾਰਨਾਂ ਤੋਂ ਨਹੀਂ ਹੋ ਰਿਹਾ ਹੈ। ਇਸ ਵਾਰ ਇਨਸਾਨ ਦੇ ਕਾਰਨ ਹੋ ਰਿਹਾ ਹੈ। ਇਸ ਵਾਰ ਜੋ ਵਾਤਾਵਰਣ ਵਿੱਚ ਕਾਰਬਨ ਐਕਸਟਰਾ ਹੋਰ ਵੱਧ ਹੋਇਆ ਹੈ ਉਹ ਇਨਸਾਨ ਨੇ ਕੀਤਾ ਹੈ। ਨਾਲੇ ਦੂਸਰੀ ਗੱਲ, ਪਹਿਲੇ ਜਦੋਂ 5 ਵਾਰ ਹੋਇਆ ਸੀ ਉਦੋਂ ਇਨਸਾਨ ਸੀਗਾ ਹੀ ਨਹੀਂ, ਇਸ ਲਈ ਉਹ ਜੋ 5 ਵਾਰ ਸੀ ਉਹ ਅਲੱਗ ਸੀ ਕਿਉਂਕਿ ਤਦ ਇਨਸਾਨ ਸੀ ਹੀ ਨਹੀਂ। ਇਸ ਵਾਰ ਜੋ ਕਹਿੰਦੇ ਨੇ ਨਾ ਅਰੇ ਪਹਿਲੇ ਵੀ ਤਾਂ 5 ਵਾਰ ਹੋ ਚੁੱਕਾ ਹੈ, 6ਵੀਂ ਵਾਰ ਹੋ ਜਾਏਗਾ ਤਾਂ ਕੀ ਹੋ ਜਾਏਗਾ। 6ਵੀਂ ਵਾਰ ਚ ਬੇਟਾ ਅੰਤਰ ਇਹ ਹੈ ਕਿ ਇਸ ਵਾਰ ਘਰ ਵੀ ਤੁਹਾਡਾ ਹੈ ਤੇ ਸਿਰ ਵੀ ਤੁਹਾਡਾ ਹੈ। ਤੁਸੀਂ ਕਹਿ ਰਹੇ ਹੋ ਕਿ ਪਹਿਲੇ ਵੀ ਤਾਂ ਘਰ ਡਿੱਗਦੇ ਰਹੇ ਨੇ ਨਾ ਆਚਾर्य ਜੀ, ਪਹਿਲੇ ਵੀ ਤਾਂ ਘਰ ਡਿੱਗਦੇ ਰਹੇ ਨੇ, ਇੱਕ ਵਾਰ ਹੋਰ ਘਰ ਡਿੱਗ ਜਾਏਗਾ ਤਾਂ ਕਿਹੜਾ ਕਹਿਰ ਟੁੱਟ ਪਵੇਗਾ। ਇਸ ਵਾਰ ਅੰਤਰ ਇਹ ਹੈ ਕਿ ਇਸ ਵਾਰ ਘਰ ਵੀ ਤੁਹਾਡਾ ਹੈ ਤੇ ਸਿਰ ਵੀ ਤੁਹਾਡਾ ਹੈ। ਤੇ ਇਹ ਗੱਲ ਤੁਹਾਨੂੰ ਸਮਝ ਵਿੱਚ ਨਹੀਂ ਆ ਰਹੀ ਹੈ ਜਾਂ ਆਪਣੀ ਜ਼ੁਬਾਨ ਦੇ ਸਵਾਰਥ ਦੇ ਕਾਰਨ ਤੁਸੀਂ ਸਮਝਣਾ ਨਹੀਂ ਚਾਹ ਰਹੇ ਹੋ। ਇੱਥੋਂ ਦੀ ਛੱਤ ਟੁੱਟ ਕੇ ਤੁਹਾਡੇ ਸਿਰ ਤੇ ਡਿੱਗਣ ਵਾਲੀ ਹੈ। ਘਰ ਵੀ ਤੁਹਾਡਾ, ਸਿਰ ਵੀ ਤੁਹਾਡਾ, ਤੇ ਤੁਸੀਂ ਮੇਰੇ ਨਾਲ ਤਰਕ ਇਹ ਕਰ ਰਹੇ ਹੋ ਕਿ ਪਹਿਲੇ ਵੀ ਤਾਂ 5 ਵਾਰ ਐਕਸਟੈਂਸ਼ਨ ਹੋ ਗਿਆ, ਇਸ ਵਾਰ ਹੋਏਗਾ ਤਾਂ ਕੀ ਹੋਏਗਾ। ਕਿਤੇ ਨਾ ਕਿਤੇ ਉਹ ਇਹ ਕਹਿਣਾ ਚਾਹ ਰਹੇ ਨੇ ਕਿ ਇਨਸਾਨ ਦੀ ਗਤੀਵਿਧੀ ਨਾਲ ਨਹੀਂ ਹੋ ਰਿਹਾ, ਉਹ ਤਾਂ ਬਸ ਪ੍ਰਕਿਰਤੀ ਦਾ ਆਪਣਾ ਹੀ ਚੱਕਰ ਚੱਲ ਰਿਹਾ। ਇਹ ਗੱਲ ਨਿਰਵਿਵਾਦ ਰੂਪ ਨਾਲ ਸਿੱਧ ਹੋ ਚੁੱਕੀ ਹੈ ਕਿ ਇਸ ਵਾਰ ਜੋ ਹੋ ਰਿਹਾ ਹੈ ਉਹ ਹਿਊਮਨ ਐਕਟੀਵਿਟੀ ਦਾ ਕਾਰਨ ਹੋ ਰਿਹਾ ਹੈ, ਐਂਥਰੋਪੋਜੈਨਿਕ ਹੈ ਜੀ। ਐਸੇ ਚੀਜ਼ ਤੇ ਮੈਂ ਕਾਫੀ ਲੋਕਾਂ ਨੂੰ ਇਹ ਦੇਖਿਆ ਕਿ ਉਹ ਆਪਣੇ ਜੀਵਨ ਤੇ ਉਦਾਹਰਨ ਦਿੰਦੇ ਨੇ ਕਿ ਲੋਕ ਕਹਿੰਦੇ ਨੇ ਕਿ ਜੋ ਮੇਰੇ ਦਾਦਾ ਜੀ ਸੀ ਉਹਨਾਂ ਨੂੰ ਮੈਂ ਵੇਖਿਆ, ਉਹ ਤੇ ਮਾਸ ਵੀ ਖਾਂਦੇ ਸੀ, 95 ਸਾਲ ਦੀ ਉਮਰ ਤੱਕ ਜੀਏ ਨੇ ਤੇ ਵਧੀਆ ਉਹਨਾਂ ਦਾ ਜੀਵਨ ਸੀ, ਤਾਂ ਕੀ ਦਿੱਕਤ ਹੈ ਫਿਰ ਮਾਸਾਹਾਰ ਵਿੱਚ।
ਪੜ੍ਹੇ ਲਿਖੇ ਬੰਦੇ ਦੀ ਪਹਿਚਾਨ ਇਹ ਹੁੰਦੀ ਹੈ ਕਿ ਉਹ ਕਨਕਲੂਜਨ ਕਦੇ ਸੈਂਪਲ ਸਾਈਜ਼ ਇਜ਼ ਇਕੁਅਲ ਟੂ 1 ਤੋਂ ਨਹੀਂ ਡਰਾ ਕਰਦਾ। ਹੂੰ ਇੱਕ ਆਦਮੀ ਨੂੰ ਦੇਖ ਕੇ ਕੋਈ ਨਿਸ਼ਕਰਸ਼ ਨਹੀਂ ਕੱਢਿਆ ਜਾ ਸਕਦਾ। ਨਿਸ਼ਕਰਸ਼ ਕੱਢਿਆ ਜਾਂਦਾ ਹੈ ਇੱਕ ਵੱਡਾ ਸੈਂਪਲ ਲੈ ਕੇ। ਤੁਸੀਂ ਪੂਰੀ ਪੋਪੂਲੇਸ਼ਨ ਨਹੀਂ ਲੈ ਸਕਦੇ ਤਾਂ ਸੈਂਪਲ ਤਾਂ ਵੱਡਾ ਲਓ ਨਾ। ਬਈ ਆਜ਼ਾਦੀ ਦੇ ਸਮੇਂ ਭਾਰਤ ਵਿੱਚ ਜੋ ਔਸਤ ਉਮਰ ਸੀ ਜੀ ਕਿਸੇ ਇਨਸਾਨ ਦੀ ਉਹ 30 ਸਾਲ ਵੀ ਨਹੀਂ ਸੀ। ਜੀ ਭਾਰਤ ਦਾ ਆਮ ਆਦਮੀ 30 ਸਾਲ ਵੀ ਨਹੀਂ ਜੀ ਰਿਹਾ ਆਜ਼ਾਦੀ ਦੇ ਸਮੇਂ। ਲੇਕਿਨ ਉਸ ਸਮੇਂ ਵੀ ਕਿਸੇ ਦੇ ਦਾਦਾ ਜੀ ਰਹੇ ਹੋਣਗੇ ਜੋ 100 ਸਾਲ ਦੇ ਰਹੇ ਹੋਣਗੇ, ਤਾਂ ਉਹ ਆਪਣੇ ਦਾਦਾ ਜੀ ਨੂੰ ਲੈ ਕੇ ਇਹ ਬੋਲੇਗਾ ਕਿ 1940 ਦੇ ਦਹਾਕੇ ਵਿੱਚ ਭਾਰਤੀ ਲੋਕ 100 ਸਾਲ ਜੀਆ ਕਰਦੇ ਸੀ। ਬਈ ਤੁਹਾਡੇ ਦਾਦਾ ਜੀ ਜੀ ਗਏ ਹੋਣਗੇ। ਥੋੜਾ ਸੈਂਪਲ ਵੱਡਾ ਕਰੋ ਤਾਂ ਪਤਾ ਚਲੇਗਾ ਕਿ ਔਸਤ ਆਦਮੀ 30 ਸਾਲ ਵੀ ਨਹੀਂ ਜੀ ਰਿਹਾ ਸੀਗਾ। ਜੀ ਉਸ ਸਮੇਂ ਭਾਰਤ ਵਿੱਚ ਸਾਖਰਤਾ ਦਰ ਜਦੋਂ ਭਾਰਤ ਆਜ਼ਾਦ ਹੋਇਆ ਸੀ 10% ਵੀ ਨਹੀਂ ਸੀ। ਹਾਂ, ਹੁਣ ਕਿਸੇ ਦੇ ਦਾਦਾ ਜੀ ਹੋ ਸਕਦਾ PhD ਕਰ ਰਹੇ ਹੋਣ ਉਸ ਵਕਤ ਵੀ, ਤਾਂ ਆਪਣੇ ਦਾਦਾ ਜੀ ਨੂੰ ਦੇਖ ਕੇ ਬੋਲੇਗਾ ਕਿ ਜਦੋਂ ਭਾਰਤ ਆਜ਼ਾਦ ਹੋਇਆ ਸੀ ਤਾਂ ਭਾਰਤ ਵਿੱਚ ਸਭ PhD ਸੀ। ਬਈ ਥੋੜਾ ਵੱਡਾ ਸੈਂਪਲ ਲਓ। ਤਾਂ ਇਹ ਬੇਕਾਰ ਦੇ ਤਰਕ ਹੁੰਦੇ ਨੇ ਕਿ ਮੇਰੇ ਦਾਦਾ ਜੀ ਨੇ ਤਾਂ ਜ਼ਿੰਦਗੀ ਭਰ ਸਿਰਫ ਕੁੱਕੜ ਮੁਰਗਾ ਚਬਾਇਆ ਤੇ ਉਹਦੇ ਬਾਅਦ ਵੀ ਦਾਦਾ ਜੀ ਹੱਟੇ ਕੱਟੇ ਸੀ ਤੇ 100 ਸਾਲ ਜੀਏ। ਦਾਦਾ ਜੀ ਜੇ ਸੱਚਮੁੱਚ ਹੀ ਇੰਨੇ ਵਧੀਆ ਵਿਅਕਤੀ ਹੁੰਦੇ ਤਾਂ ਉਹਨਾਂ ਦੇ ਪੋਤਰਾ ਜੀ ਐਸੇ ਕੁਤਰ ਕਿਵੇਂ ਕਰ ਰਹੇ ਹੁੰਦੇ? ਦਾਦਾ ਜੀ ਨੇ ਆਪਣੇ ਪੋਤਰਾ ਜੀ ਨੂੰ ਵੀ ਤਾਂ ਕੁਝ ਸਿਖਾਇਆ ਹੁੰਦਾ ਨਾ। ਜੀ ਹੁਣ ਇੱਕ ਥੋੜਾ ਅਲੱਗ ਤਰੀਕੇ ਦਾ ਤਰਕ ਕਈ ਲੋਕ ਨੇ ਜੋ ਮੈਂ ਦੇਖ ਰਿਹਾ ਸੀ ਕਮੈਂਟ ਵਿੱਚ ਲਿਖ ਰਹੇ ਸੀ ਕਿ ਸਰ ਮੈਂ ਇੱਕ ਏਥੀਸਟ ਹਾਂ ਤੇ ਮੈਨੂੰ ਧਰਮ ਵਗੈਰਾ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਮੇਰੀ ਪਲੇਟ ਤੇ ਕੀ ਰੱਖਿਆ ਹੈ ਉਹਦੇ ਤੋਂ ਕਿਸੇ ਹੋਰ ਨਾਲ ਕੀ ਦਿੱਕਤ ਹੁੰਦੀ ਹੈ। ਤੁਸੀਂ ਏਥੀਸਟ ਹੋ, ਤੁਹਾਨੂੰ ਧਰਮ ਨਾਲ ਫਰਕ ਨਹੀਂ ਪੈਂਦਾ, ਤੁਹਾਡੀ ਪਲੇਟ 'ਚ ਕੀ ਰੱਖਿਆ ਹੈ ਉਹਦੇ ਤੋਂ ਕਿਸੇ ਨੂੰ ਕੀ ਦਿੱਕਤ ਹੈ? ਅੱਛਾ, ਜਿੱਥੇ ਪਲੇਟ ਤੁਹਾਡੀ ਹੈ ਤੇ ਪਲੇਟ 'ਚ ਜੋ ਰੱਖਿਆ ਉਹ ਤੁਹਾਡਾ ਹੈ। ਉਹ ਬਈ ਮੰਨ ਲਓ ਗੱਡੀ ਤੁਹਾਡੀ ਹੈ, ਤੁਸੀਂ ਕਹੋ ਮੇਰੀ ਗੱਡੀ ਹੈ, ਮੈਂ ਉਹ ਸੜਕ ਦੇ ਵਿਚਕਾਰ ਲਿਆ ਕੇ ਖੜੀ ਕਰ ਦਿੱਤੀ। ਉਵੇਂ ਜਿਵੇਂ ਗਧਾ ਸੜਕ ਦੇ ਵਿਚਕਾਰ ਬੈਠਿਆ ਕਰਦਾ ਹੈ, ਉਦਾਂ ਹੀ ਮੈਂ ਸੜਕ ਦੇ ਵਿਚਕਾਰ ਲਿਜਾ ਕੇ ਆਪਣੀ ਗੱਡੀ ਖੜੀ ਕਰ ਦਿੱਤੀ। ਮੇਰੀ ਗੱਡੀ ਹੈ, ਕਿਸੇ ਨੂੰ ਕੀ ਫਰਕ ਪੈਂਦਾ ਹੈ? ਮੇਰੀ ਗੱਡੀ ਹੈ, ਮੈਂ ਸੜਕ ਦੇ ਵਿੱਚ ਖੜੀ ਕਰ ਦਿੱਤੀ, ਕਿਸੇ ਨੂੰ ਕੀ ਫਰਕ ਪੈਂਦਾ ਹੈ? ਭਾਈ ਤੁਸੀਂ ਆਪਣੀ ਗੱਡੀ ਕਿੱਥੇ ਖੜੀ ਕਰ ਰਹੇ ਹੋ ਇਹ ਸਿਰਫ ਤੁਹਾਡਾ ਨਿੱਜੀ ਮਾਮਲਾ ਨਹੀਂ ਹੈ ਨਾ। ਉਹਦੇ ਨਾਲ ਹੋਰ ਲੋਕਾਂ ਤੇ ਅਸਰ ਪੈ ਰਿਹਾ ਹੈ। ਜੀ ਮੈਂ ਆਪਣੇ ਘਰ ਵਿੱਚ ਬਿਲਕੁਲ ਗੰਦਾ ਐਗਜ਼ੌਸਟ ਸੱਟਣ ਵਾਲਾ ਡੀਜ਼ਲ ਜਨਰੇਟਰ ਲਗਵਾ ਲਿਆ, ਉਹ ਜੋ ਅੱਜ ਤੋਂ 40 ਸਾਲ ਪਹਿਲੇ ਦੀ ਟੈਕਨੋਲੋਜੀ ਵਾਲਾ ਜੋ ਭਾਰਤ ਵਿੱਚ ਅੱਜ ਵੀ ਚੱਲਦਾ ਹੈ। ਜੀ ਮੈਂ ਆਪਣੇ ਘਰ ਵਿੱਚ ਡੀਜ਼ਲ ਜਨਰੇਟਰ ਰਖਵਾ ਲਿਆ। ਹੁਣ ਉਹ ਆਵਾਜ਼ ਕਰਦਾ ਬਿਲਕੁਲ ਖਤਰਨਾਕ। ਉਹ ਜਿਹੜੇ ਸ਼ਾਦੀਆਂ ਵਿੱਚ ਦੇਖ ਰਹੇ ਨੇ ਜਨਰੇਟਰ ਤੇ ਉਹ ਬਿਲਕੁਲ ਕਾਲਾ ਧੂਆਂ ਮਾਰਦਾ ਹੈ ਤੇ ਮੈਂ ਆਪਣੇ ਘਰ ਵਿੱਚ ਲਗਵਾ ਲਿਆ। ਮੇਰੀ ਬਾਉਂਡਰੀ ਦੇ ਵਿੱਚ ਉਹ ਮੈਂ ਜਨਰੇਟਰ ਲਗਵਾ ਲਿਆ ਹੈ। ਫਿਰ ਮੈਂ ਕਹਿ ਰਿਹਾ ਮੇਰਾ ਘਰ ਹੈ, ਮੇਰਾ ਜਨਰੇਟਰ ਹੈ, ਕਿਸ ਨੂੰ ਕੀ ਫਰਕ ਪੈਂਦਾ ਹੈ? ਭਾਈ ਸਾਹਿਬ ਉਹ ਜੋ ਤੁਸੀਂ ਲਗਵਾਇਆ ਹੈ ਨਾ ਉਹਦਾ ਅਸਰ ਮੇਰੇ ਤੇ ਪੈ ਰਿਹਾ ਹੈ। ਤੁਸੀਂ ਉਹ ਜੋ ਹਵਾ ਗੰਦੀ ਕਰ ਰਹੇ ਹੋ ਉਹ ਹਵਾ ਮੇਰੇ ਲਈ ਵੀ ਗੰਦੀ ਹੋ ਰਹੀ ਹੈ। ਤੁਸੀਂ ਜੋ ਆਵਾਜ਼ ਪੈਦਾ ਕਰ ਰਹੇ ਹੋ ਉਹ ਆਵਾਜ਼ ਮੇਰੇ ਕੰਨਾਂ ਵਿੱਚ ਵੀ ਜਾ ਰਹੀ ਹੈ। ਇਸੇ ਤਰੀਕੇ ਨਾਲ ਤੁਸੀਂ ਜੋ ਮਾਸ ਖਾ ਰਹੇ ਹੋ ਤਾਂ ਉਹ ਤੁਹਾਡੀ ਪਰਸਨਲ ਚੋਇਸ ਨਹੀਂ ਹੈ। ਤੁਸੀਂ ਨਹੀਂ ਕਹਿ ਸਕਦੇ ਮੇਰਾ ਨਿੱਜੀ ਮਾਮਲਾ ਹੈ, ਵਿਅਕਤੀਗਤ ਮਾਮਲਾ ਹੈ। It's a matter of my personal liberty and choice ਕਿ what's there on my plate. Sorry, invalid argument. Very invalid argument. ਜੀ ਤੁਸੀਂ ਕੀ ਖਾ ਰਹੇ ਹੋ ਉਹ ਤੁਹਾਡਾ ਨਿੱਜੀ ਮਸਲਾ ਨਹੀਂ ਹੈ। ਤੁਸੀਂ ਜੋ ਖਾ ਰਹੇ ਹੋ ਉਸ ਨਾਲ ਪੂਰੇ ਸਮਾਜ ਵਿੱਚ ਪੂਰੀ ਮਾਨਵਤਾ ਤੇ ਡਾਇਰੈਕਟ ਟੈਂਜੀਬਲ ਅਸਰ ਪੈਂਦਾ ਹੈ। ਜੀ ਤਾਂ you are responsible towards entire community, society and also the future of mankind. ਜੀ ਤਾਂ ਤੁਸੀਂ ਰਿਸਪੌਂਸਿਬਲ ਹੋ ਕੇ ਸੋਚੋ ਕਿ ਤੁਸੀਂ ਆਪਣੀ ਪਲੇਟ 'ਚ ਕੀ ਰੱਖਿਆ ਹੋਇਆ ਹੈ ਖਾਣ ਦੇ ਲਈ। ਜੀ ਤੁਸੀਂ ਜੋ ਰੱਖ ਰਹੇ ਹੋ ਉੱਥੇ ਉਹਦੀਆਂ ਕਲਾਈਮੇਟ ਕਾਸਟਸ ਨੇ, ਜੀ ਉਹਦੀ ਇਕਨੋਮਿਕ ਕਾਸਟਸ ਨੇ, ਜੀ ਉਹਦੀ ਹਰ ਤਰੀਕੇ ਤੋਂ ਹਾਨੀਕਾਰਕ ਪ੍ਰਭਾਵ ਨੇ ਸਮਾਜ ਦੇ ਉੱਪਰ। ਨਾਟ ਯੋਰ ਪਰਸਨਲ ਮੈਟਰ। ਜੀ ਇਸੇ ਗੱਲ ਤੋਂ ਮੈਨੂੰ ਇੱਕ ਚੀਜ਼ ਯਾਦ ਆ ਰਹੀ ਹੈ ਕਿ ਇੱਕ ਸਮੇਂ ਤੱਕ ਫਲਾਈਟ ਦੇ ਅੰਦਰ ਵੀ ਸਿਗਰਟ ਪੀਣਾ ਮਨਜ਼ੂਰ ਹੁੰਦਾ ਸੀ, ਪਰ ਇਸ ਗੱਲ ਨੂੰ ਦੇਖਿਆ ਗਿਆ ਕਿ ਪੈਸਿਵ ਸਮੋਕਿੰਗ ਦਾ ਇੱਕ ਤੁਹਾਡੇ ਆਲੇ ਦੁਆਲੇ ਧੂਮਰਪਾਨ ਕਰ ਰਿਹਾ ਹੈ ਕਿ ਉਸ ਨਾਲ ਤੁਹਾਡੇ ਲੰਗਸ ਤੇ ਵੀ ਫਰਕ ਪੈ ਰਿਹਾ, ਤਾਂ ਕਾਨੂੰਨ ਬਣਾਉਣਾ ਪਿਆ ਕਿ ਹੁਣ ਤੁਸੀਂ ਪਬਲਿਕ ਪਲੇਸ ਤੇ ਸਮੋਕਿੰਗ ਨਹੀਂ ਕਰ ਸਕਦੇ। ਬਿਲਕੁਲ ਜੀ ਹੁਣ ਹੋਰ ਇੱਕ ਤਰਕ ਹੈ ਜਾਂ ਕਾਂ ਕੀ ਕੁਤਰਕ ਹੈ ਕਿ ਕਹਿੰਦੇ ਨੇ ਕਿ ਆਚਾਰਿਆ ਜੀ ਦੇਖੋ ਤੁਸੀਂ ਦੁੱਧ ਦੇ ਬਾਰੇ ਜੋ ਵੀ ਕਹਿੰਦੇ ਹੋ ਦੁਸ਼ਕਰਮ ਹੁੰਦੇ ਨੇ, ਗਲਤ ਅਸਰ ਹੁੰਦਾ ਹੈ, ਤਾਂ ਲੋਕੀ ਉਹਦੀ ਜਗ੍ਹਾ ਵੀਗਨ ਦੁੱਧ ਨੂੰ ਬੜਾਵਾ ਦਿੰਦੇ ਨੇ ਤੇ ਉਸ ਵਿੱਚ ਇੱਕ ਹੁੰਦਾ ਸੋਇਆ ਮਿਲਕ। ਤਾਂ ਜੋ ਸੋਇਆ ਮਿਲਕ ਹੈ ਉਹ ਸੋਇਆ ਤੋਂ ਆ ਰਿਹਾ ਤੇ ਜਦੋਂ ਸੋਇਆ ਤੋਂ ਆ ਰਿਹਾ ਤਾਂ ਉਹਦੇ ਲਈ ਫਿਰ ਜੰਗਲ ਵੱਡੇ ਜਾਣਗੇ, ਸੋਇਆਬੀਨ ਉਗਾਇਆ ਜਾਵੇਗਾ ਤੇ ਗੱਲ ਫਿਰ ਉੱਥੇ ਹੀ ਆ ਗਈ। ਇਹ ਤਰਕ ਬਹੁਤ ਪੜ੍ਹੇ ਲਿਖੇ ਲੋਕ ਵੀ ਦੇ ਰਹੇ ਹੁੰਦੇ ਨੇ
ਕਹਿੰਦੇ ਨੇ ਕਿ ਵੀਗਨ ਮਿਲਕ ਮੰਨ ਲਓ ਸੋਇਆ ਤੋਂ ਆਉਂਦਾ ਹੈ, ਜੀ ਨਾਰੀਅਲ ਤੋਂ ਆਉਂਦਾ ਹੈ, ਬਦਾਮ ਤੋਂ ਆਉਂਦਾ ਹੈ, ਜੀ ਤਾਂ ਉਹਦੇ ਲਈ ਸੋਇਆ ਵੀ ਤਾਂ ਉਗਾਉਣਾ ਪਏਗਾ ਨਾ। ਜੀ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਮਾਂਸਾਹਾਰੀਆਂ ਦੇ ਲਈ ਜੰਗਲ ਵੱਢਿਆ ਜਾਂਦਾ ਹੈ, ਉਵੇਂ ਹੀ ਵੀਗਨ ਲੋਕਾਂ ਦੇ ਲਈ ਜੰਗਲ ਵੱਢਿਆ ਜਾਵੇਗਾ। ਇਹਨਾਂ ਲੋਕਾਂ ਦੀ ਜਾਣਕਾਰੀ ਦੇ ਲਈ ਛੋਟਾ ਜਿਹਾ ਤੱਥ ਕਿ ਦੁਨੀਆ ਭਰ ਵਿੱਚ ਜਿੰਨਾ ਸੋਇਆ ਉਗਾਇਆ ਜਾਂਦਾ ਹੈ ਉਹਦੇ ਵਿੱਚੋਂ ਕਿੰਨਾ 95% 95% 95% ਜਾਨਵਰਾਂ ਨੂੰ ਖਵਾਇਆ ਜਾਂਦਾ ਹੈ ਮਾਂਸਾਹਾਰ ਦੇ ਲਈ। ਵੀਗਨ ਬੰਦਾ ਤਾਂ ਸੋਇਆ ਦਾ ਇੰਨਾ ਜਿਹਾ ਹਿੱਸਾ ਇਸਤੇਮਾਲ ਕਰਦਾ ਏ, ਲੇਕਿਨ ਤੁਸੀਂ ਜੋ ਝੋਟਾ ਖਾਂਦੇ ਹੋ ਤੇ ਸੂਅਰ, ਬੀਫ, ਪੋਰਕ, ਚਿਕਨ, ਮਟਨ, ਉਹਨਾਂ ਨੂੰ ਲੱਗਦਾ ਹੈ ਸੋਇਆ ਮੋਟੀ ਤਾਦਾਦ ਵਿੱਚ। ਦੇਖੋ, ਜੋ ਸਾਡੀ ਪਿਛਲੀ ਗੱਲ ਹੋ ਰਹੀ ਸੀ ਤਾਂ ਅਸੀਂ ਇੱਕ ਆંકੜਾ ਦਿੱਤਾ ਸੀ ਕਿ ਜੇ ਪੂਰੀ ਦੁਨੀਆ ਹੀ ਸ਼ੁੱਧ ਸ਼ਾਕਾਹਾਰੀ ਹੋ ਜਾਵੇ, ਵੀਗਨ ਹੋ ਜਾਵੇ, ਉਸ ਨੂੰ ਮੈਂ ਸ਼ੁੱਧ ਸ਼ਾਕਾਹਾਰ ਬੋਲਦਾ ਹਾਂ, ਕਿਉਂਕਿ ਜੋ ਆਮ ਸ਼ਾਕਾਹਾਰੀ ਆਦਮੀ ਹੈ ਉਹ ਦੁੱਧ ਵੀ ਲੈ ਰਿਹਾ ਹੈ ਤੇ ਦੁੱਧ ਨਾ ਪੇੜ ਤੋਂ ਆਉਂਦਾ ਹੈ ਨਾ ਪੌਦੇ ਤੋਂ ਆਉਂਦਾ ਹੈ, ਤਾਂ ਦੁੱਧ ਸ਼ਾਕਾਹਾਰ ਕਿਵੇਂ ਹੋ ਗਿਆ? ਜੀ ਤਾਂ ਉਹ ਸ਼ਾਕਾਹਾਰ ਨਹੀਂ ਹੈ। ਸ਼ੁੱਧ ਸ਼ਾਕਾਹਾਰ ਤਾਂ ਉਦੋਂ ਹੀ ਹੈ ਜਦੋਂ ਤੁਸੀਂ ਕਿਸੇ ਵੀ ਪ੍ਰਕਾਰ ਦੇ ਪਸ਼ੂ ਉਤਪਾਦ ਦਾ ਇਸਤੇਮਾਲ ਬੰਦ ਕਰ ਦਿਓ, ਜਿਸ ਵਿੱਚ ਦੁੱਧ, ਦਹੀਂ, ਲੱਸੀ ਇਹ ਸਭ ਵੀ ਆਏਗਾ। ਤਾਂ ਇਹ ਜੋ ਪੂਰੀ ਦੁਨੀਆ ਸ਼ਾਕਾਹਾਰੀ ਹੋ ਜਾਵੇ ਤਾਂ ਅੱਜ ਖੇਤੀ ਦੇ ਲਈ ਜਿੰਨੀ ਜ਼ਮੀਨ ਲੱਗ ਰਹੀ ਹੈ ਉਹਦੇ ਨਾਲੋਂ ਬਸ 1/4 ਜ਼ਮੀਨ ਵਿੱਚ ਕੰਮ ਚੱਲ ਜਾਵੇਗਾ। ਅੱਜ ਖੇਤੀ ਦੇ ਲਈ ਜਿੰਨੀ ਜ਼ਮੀਨ ਲੱਗਦੀ ਹੈ ਉਸ ਤੋਂ ਸਿਰਫ 1/4 ਜ਼ਮੀਨ ਤੇ 1/4 ਸੰਸਾਧਨਾਂ ਵਿੱਚ ਪੂਰੀ ਦੁਨੀਆ ਪੇਟ ਭਰ ਕੇ ਮਜ਼ੇ ਨਾਲ ਖਾਵੇਗੀ, ਪੌਸ਼ਟਿਕ ਖਾਣਾ ਖਾਵੇਗੀ, ਜੇ ਪੂਰੀ ਦੁਨੀਆ ਵੀਗਨ ਹੋ ਜਾਵੇ ਤਾਂ। ਜੀ ਹਲੇ ਜੋ ਵੀ ਉਗਾਇਆ ਜਾਂਦਾ ਹੈ ਉਹ ਤੁਹਾਡੇ ਲਈ ਨਹੀਂ, ਮਾਸ ਦੇ ਲਈ ਉਗਾਇਆ ਜਾਂਦਾ ਹੈ। ਇਹ ਚੰਗੀ ਤਰ੍ਹਾਂ ਸਮਝਣਾ। ਜੀ ਨਾਲ ਹੀ ਜਦੋਂ ਮੈਂ ਇਹਦੇ ਬਾਰੇ ਥੋੜੀ ਰਿਸਰਚ ਕਰ ਰਿਹਾ ਸੀ ਤਾਂ ਮੈਨੂੰ ਕੁਝ ਬੜੇ ਵਧੀਆ ਗ੍ਰਾਫ ਮਿਲੇ ਨੇ ਜੋ ਮੈਂ ਚਾਹਾਂਗਾ ਕਿ ਟੀਮ ਉਹਨਾਂ ਨੂੰ ਸਕਰੀਨ ਤੇ ਦਿਖਾਵੇ ਕਿ ਜੀ ਕਿਸ ਤਰ੍ਹਾਂ ਨਾਲ ਜੋ ਡੇਰੀ ਮਿਲਕ ਹੁੰਦਾ ਹੈ, ਜੋ ਸਾਨੂੰ ਦੁੱਧ ਮਿਲਦਾ ਹੈ ਗਾਂ ਦਾ, ਮਾਸੇ ਦਾ, ਉਹਦੇ ਇਲਾਵਾ ਜੋ ਸੋਇਆ ਦੁੱਧ ਹੁੰਦਾ ਹੈ, ਓਟ ਦੁੱਧ ਹੁੰਦਾ ਹੈ, ਬਦਾਮ ਦੁੱਧ ਹੁੰਦਾ ਹੈ, ਇਹਨਾਂ ਦਾ ਜ਼ਮੀਨ ਤੇ ਕੀ ਅਸਰ ਪੈਂਦਾ ਹੈ, ਇਹਨਾਂ ਤੋਂ ਜੋ ਉਤਸਰਜਨ ਹੁੰਦਾ ਹੈ ਉਹਦੇ ਤੇ ਕੀ ਫਰਕ ਪੈਂਦਾ ਹੈ, ਤੇ ਇਹਨਾਂ ਨਾਲ ਪਾਣੀ ਕਿੰਨਾ ਜ਼ਿਆਦਾ ਵਰਤਿਆ ਜਾਂਦਾ ਹੈ, ਉਹਦਾ ਇੱਕ ਕੰਪੈਰੀਜ਼ਨ ਹੈ ਜੋ ਮੈਂ ਚਾਹਾਂਗਾ ਕਿ ਸਕਰੀਨ ਤੇ ਦਿਖਾਇਆ ਜਾਵੇ। ਜੀ ਮੇਰੇ ਕੋਲ ਜੋ ਕੁਤਰਕਾਂ ਦੀ ਪੂਰੀ ਲਿਸਟ ਸੀ ਉਹ ਸ਼ਾਇਦ ਖਤਮ ਹੋ ਚੁੱਕੀ ਹੈ, ਪਰ ਮੈਂ ਫਿਰ ਵੀ ਚਾਹਾਂਗਾ ਕਿ ਆਖਿਰ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਸਭ ਤੋਂ ਵੱਡਾ ਕੁਤਰਕ ਤਾਂ ਬਦਨੀਅਤੀ ਹੁੰਦਾ ਹੈ। ਸਭ ਤੋਂ ਵੱਡਾ ਕੁਤਰਕ ਤਾਂ ਇਨਸਾਨ ਦੇ ਅੰਦਰ ਦਾ ਸ਼ੈਤਾਨ ਹੈ। ਅਸੀਂ ਸ਼ਾਇਦ ਜਿੰਨੀ ਗੱਲ ਕਰ ਲਈ ਹੈ, ਕੁਝ ਨਹੀਂ ਤੇ 3-4 ਦਰਜਨ ਵਾਰਤਾਵਾਂ ਹੋਣਗੀਆਂ ਜੋ ਮੈਂ ਕਰ ਚੁੱਕਾ ਹਾਂ, ਤੁਹਾਡੇ ਲੋਕਾਂ ਨਾਲ ਕਰ ਚੁੱਕਾ ਹਾਂ, ਹੋਰ ਥਾਵਾਂ ਤੇ ਜਾ ਕੇ ਕਰ ਚੁੱਕਾ ਹਾਂ, ਜੋ ਸਭ ਐਨੀਮਲ ਰਾਈਟਸ ਐਕਟਿਵਿਸਟ ਨੇ ਉਹਨਾਂ ਨਾਲ ਕਰ ਚੁੱਕਾ ਹਾਂ, ਵੀਗਨ ਗਰੁੱਪ ਨੇ ਉਹਨਾਂ ਨਾਲ ਕਰ ਚੁੱਕਾ ਹਾਂ। ਬਹੁਤ ਵਾਰ ਕਿਤਾਬਾਂ ਨੇ ਇਹਦੇ ਤੇ 2 ਕਿਤਾਬਾਂ ਪੂਰੀਆਂ ਛਾਪ ਚੁੱਕਿਆ ਅਸੀਂ ਇਸ ਮੁੱਦੇ ਤੇ। ਉਹਦੇ ਬਾਅਦ ਵੀ ਅਸੀਂ ਜਿੰਨੀਆਂ ਗੱਲਾਂ ਕਹਿ ਰਹੇ ਹਾਂ, ਕੋਈ ਇਹਨਾਂ ਸਾਰੀਆਂ ਗੱਲਾਂ ਨੂੰ ਖਾਰਿਜ ਕਰ ਸਕਦਾ ਹੈ। ਆਖਰੀ ਤੱਕ ਦਾ ਨਾਮ ਹੁੰਦਾ ਹੈ ਬਦਨੀਅਤੀ। ਤਾਂ ਮੈਂ ਕਿੰਨਾ ਵੀ ਸਮਝਾ ਲਵਾਂ, ਬਦਨੀਅਤੀ ਦਾ ਕੋਈ ਇਲਾਜ ਨਹੀਂ ਹੁੰਦਾ। ਬਦਨੀਅਤੀ ਦਾ ਤਾਂ ਇਲਾਜ ਸਿਰਫ ਆਧਿਆਤਮਿਕ ਜਾਗਰਣ ਹੁੰਦਾ ਹੈ। ਜਦ ਤੱਕ ਤੇ ਇੱਥੇ ਕਰੁਣਾ ਨਹੀਂ ਆਵੇਗੀ ਤਦ ਤੱਕ ਤੁਸੀਂ ਮਾਂਸਾਹਾਰ ਛੱਡੋਗੇ ਨਹੀਂ। ਤਾਂ ਮੈਂ ਇੰਨੇ ਸਾਰਿਆਂ ਤਰਕਾਂ ਦੇ ਬਾਵਜੂਦ ਸਮਝਦਾ ਹਾਂ ਕਿ ਮਾਂਸ ਤਾਂ ਉਸ ਦਾ ਛੁੱਟਦਾ ਹੈ ਜੋ ਥੋੜਾ ਖੁਦ ਨੂੰ ਸਮਝਣ ਲੱਗਦਾ ਹੈ, ਜਿਹਦੇ ਅੰਦਰ ਥੋੜੀ ਨਮੀ ਆਉਂਦੀ ਹੈ, ਥੋੜੀ ਤਰਲਤਾ ਆਉਂਦੀ ਹੈ, ਜੋ ਅੰਦਰੋਂ ਦੀ ਥੋੜਾ ਕੋਮਲ ਹੋ ਜਾਂਦਾ ਹੈ। ਉਹੀ ਹੁੰਦਾ ਹੈ ਫਿਰ ਜੋ ਜਗਤ ਦੇ ਪ੍ਰਤੀ ਇੱਕ ਦੋਸਤੀ ਦਾ ਭਾਵ ਰੱਖ ਪਾਉਂਦਾ ਹੈ, ਥੋੜੀ ਕਰੁਣਾ ਰੱਖ ਪਾਉਂਦਾ ਹੈ। ਤਾਂ ਬਸ ਉਹੀ ਗੱਲ ਹੈ। ਅਲਟੀਮੇਟਲੀ ਦ ਸੋਲੂਸ਼ਨ ਲਾਈਜ਼ ਇਨ ਸਪਿਰਿਚੁਅਲ ਅਵੇਕਨਿੰਗ। ਜੋ ਵਿਅਕਤੀ आध्यात्मिक नहीं है, जो सिर्फ मोरालिटी ਜਾਂ एथिक्स ਦੇ ਕਾਰਨ, ਰੇਸ਼ਨਲ एथिक्स ਦੇ ਕਾਰਨ ਕਹਿ ਰਿਹਾ ਹੈ ਕਿ ਮੈਂ ਸ਼ਾਕਾਹਾਰੀ ਹਾਂ, ਉਹਦਾ ਸ਼ਾਕਾਹਾਰ ਆਮ ਤੌਰ ਤੇ ਬਹੁਤ ਦੂਰ ਤੱਕ ਜਾਂਦਾ ਨਹੀਂ ਹੈ। ਕੋਈ ਹਾਲਾਤ ਦੂਜੇ ਪਲਟेंगे ਤੇ ਉਹ ਸ਼ਾਕਾਹਾਰ ਆਪਣਾ ਛੱਡ ਦਿੰਦਾ ਹੈ। ਅਸਲ ਵਿੱਚ ਤਾਂ ਸ਼ਾਕਾਹਾਰੀ ਉਹੀ ਹੋ ਪਾਉਂਦਾ ਹੈ ਜੋ ਕਹਿੰਦਾ ਹੈ ਕਿ ਕੁਝ ਵੀ ਹੋ ਜਾਵੇ, ਮੈਨੂੰ ਕਿਸੇ ਦੂਜੇ ਨੂੰ ਨਹੀਂ ਸਤਾਣਾ ਤੇ ਨਹੀਂ ਸਤਾਣਾ। ਮੈਂ ਭੁੱਖਾ ਮਰਨਾ ਪਸੰਦ ਕਰਾਂਗਾ ਬਜਾਏ ਇਹਦੇ ਕਿ ਮੈਂ ਆਪਣਾ ਪੇਟ ਕਿਸੇ ਦੇ
ਮਾਂਸ ਨਾਲ, ਕਿਸੇ ਦੀ ਆਹ ਨਾਲ ਪਰਾਂ। ਤਾਂ ਆਖਰੀ ਤਰਕ ਬਸ ਉਹ ਹੁੰਦਾ ਹੈ, ਭਲੀ ਨੀਅਤ। ਕਿ ਤੁਸੀਂ ਕਹਿ ਦੋ ਕਿ ਭੁੱਖਾ ਮਰਨਾ ਬਿਹਤਰ ਹੈ, ਪਰ ਇਹ ਮੇਰੇ ਸਾਹਮਣੇ ਖੜਾ ਹੋਇਆ ਨਿੱਕਾ ਜਿਹਾ ਜੀਵ ਹੈ, ਉਹਨੂੰ ਮਾਰ ਕੇ ਤਾਂ ਨਹੀਂ ਖਾਵਾਂਗਾ। ਆਪ ਮਰਨਾ ਹੈ ਤਾਂ ਬੇਸ਼ੱਕ ਮਰ ਜਾਵਾਂ, ਉਹਨੂੰ ਨਹੀਂ ਮਾਰਾਂਗਾ। ਬਸ ਇਹ ਆਖਰੀ ਗੱਲ ਹੁੰਦੀ ਹੈ। ਜੀ। ਧੰਨਵਾਦ ਆਚਾर्य ਜੀ।